पंजाबी रेडियो USA सुन रहे ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਬਾਅਦ ਤੁਸੀਂ ਵੀ ਕੋਈ ਜੇ ਤੁਹਾਡੇ ਕੋਲ ਸਵਾਲ ਆ ਕਰ ਸਕੋਗੇ। 4082725200 ਸਟੂਡੀਓ ਦਾ ਫੋਨ ਨੰਬਰ ਹੈ, ਕਾਲ ਕਰਕੇ ਸਵਾਲ ਪੁੱਛ ਸਕੋਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸ਼ਿਕਾਗੋ ਪੀਜ਼ਾ ਵਿਦ ਟਵਿਸਟ ਜੋ ਹਰ ਇੱਕ ਤਰ੍ਹਾਂ ਦਾ ਪੀਜ਼ਾ ਬਣਾਉਂਦੇ ਨੇ। ਪੀਜ਼ਾ ਆਰਡਰ ਕਰਨ ਲਈ ਵਿਜ਼ਿਟ ਕਰ ਸਕਦੇ ਹੋ www.chicagopizzatwist.com। 15% ਆਫ ਲੈਣ ਲਈ ਕੋਡ ਵਰਤ ਸਕਦੇ ਹੋ 1313। ਖਾਲਸਾ ਇੰਸ਼ੋਰੈਂਸ ਏਜੰਸੀ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ। 4082722500 ਉਹਨਾਂ ਦਾ ਫੋਨ ਨੰਬਰ। ਗੁਰਦੀਪ ਸਿੰਘ ਵਿਰਦੀ, ਕਲੋਵਸ, ਸਤਨਾਮ ਸਿੰਘ ਸ਼ੇਰਗਿੱਲ, ਸਲਮਾ, ਬਹਾਦਰ ਸਿੰਘ ਗਿੱਲ, ਫੌਲਰ, ਇਸ਼ਾਨਜੀਤ ਸਿੰਘ ਕਲੋਟੀ, ਜੁੱਬਾ ਸਿਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ, ਫਰੀਮੌਂਟ, ਸੋਢੀ ਸਿੰਘ, ਸੈਕਰਾਮੈਂਟੋ, ਸਰਬਜੀਤ ਸਿੰਘ ਚੋਕਰ, ਟਰਲਕ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਹਾਂ, ਅਤੇ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਕਿ ਜਿਹੜੀਆਂ ਇੱਥੇ ਵੋਟਾਂ ਹੋਣੀਆਂ EVM ਮਸ਼ੀਨਾਂ ਦੀਆਂ, ਅੱਗੇ ਵੀ ਪਹਿਲਾਂ ਬਹੁਤ ਗੱਲਾਂ ਬਾਤਾਂ ਹੋ ਰਹੀਆਂ। ਹੁਣ ਇੱਕ ਭਾਰਤੀ ਹੈਕਰ ਆ ਅਤੇ ਉਸਨੇ ਵੀ ਇਹਨਾਂ ਮਸ਼ੀਨਾਂ ਦੇ ਉੱਤੇ ਸਵਾਲ ਉਠਾਏ। ਤੁਹਾਡੀ ਐਕਚੁਅਲੀ ਜਿਹੜੀਆਂ EVM ਮਸ਼ੀਨਸ ਨੇ ਜੀ, ਇਹ ਦੇਖਿਆ ਜਾਵੇ ਤਾਂ ਇਹਦੇ ਉੱਤੇ ਕੁਐਸਚਨ ਮਾਰਕ ਤਾਂ ਪਹਿਲਾਂ ਤੋਂ ਹੀ ਜਿਹੜੇ ਜੀ ਉਹ ਉੱਠਦੇ ਰਹੇ ਆ। ਆਮ ਆਦਮੀ ਪਾਰਟੀ, ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ, ਇਹਨਾਂ ਨੇ ਕਈ ਵਾਰੀ ਜਿਹੜੇ ਜੀ ਇਹ ਸਵਾਲ ਉਠਾਏ। ਜਿਹੜਾ ਚੋਣ ਕਮਿਸ਼ਨ ਸੀਗਾ ਜੀ, ਉਹਨੇ ਇੱਕ ਵਾਰੀ ਇਹ ਵੀ ਕਹਿ ਦਿੱਤਾ ਸੀਗਾ ਕਿ ਆਓ ਤੇ ਹੈਕ ਕਰਕੇ ਜਿਹੜਾ ਜੀ ਉਹ ਦੱਸੋ, ਪਰ ਇਹ ਕਿਹਾ ਸੀ ਇਹਨੂੰ ਟੱਚ ਨਹੀਂ ਕਰਨਾ, ਇਹਨੂੰ ਖੋਲ੍ਹਣਾ ਨਹੀਂ। ਜਦੋਂ ਤੁਸੀਂ ਟੱਚ ਨਹੀਂ ਕਰਨਾ, ਖੋਲ੍ਹਣਾ ਨਹੀਂ, ਫਿਰ ਹੈਕ ਜਿਹੜਾ ਜੀ ਉਹ ਕਿਵੇਂ ਕਰ ਲਓਗੇ, ਇਹ ਕੁਐਸਚਨ ਮਾਰਕ ਹੀ ਜਿਹੜਾ ਜੀ ਉਹ ਰਹਿ ਗਿਆ। ਹੁਣ ਇਹ ਇੱਕ ਵਾਰੀ ਫਿਰ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜਾ ਜੀ ਚਰਚਾ ਦਾ ਵਿਸ਼ਾ ਬਣ ਗਿਆ। ਉਹਦਾ ਕਾਰਨ ਇਹ ਆ ਕਿ ਇੱਕ ਸਾਈਬਰ ਐਕਸਪਰਟ ਜਿਹੜਾ ਹੈਕਰ ਹੈ, ਸੈਯਦ ਸ਼ੂਜਾ, ਇਹ ਇਹਨਾਂ ਦਿਨਾਂ ਦੇ ਵਿੱਚ ਅਮਰੀਕਾ ਦੇ ਵਿੱਚ ਜਿਹੜਾ ਜੀ ਉਹ ਰਹਿੰਦਾ। ਕਿਸੇ ਟਾਈਮ ਹੈ ਜਿਹੜੀ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਬਣਾਉਣ ਵਾਲੀ ਕੰਪਨੀ ਹੈ, ਇੱਥੇ ਸਰਕਾਰੀ ਕੰਪਨੀ ਹੈ, ਇਲੈਕਟ੍ਰੋਨਿਕ ਕਾਰਪੋਰੇਸ਼ਨ ਆਫ ਇੰਡੀਆ। ਇਹਦੇ ਵਿੱਚ 2009 ਤੋਂ ਲੈ ਕੇ 14 ਤੱਕ ਜਿਹੜਾ ਜੀ ਉਹ ਕੰਮ ਕਰਦਾ ਰਿਹਾ। ਇਹਨੇ ਇੱਕ ਪ੍ਰੈਸ ਕਾਨਫਰੰਸ ਜਿਹੜੀ ਜੀ ਕੀਤੀ, ਹਾਲਾਂਕਿ ਇਹਨੇ ਮੂੰਹ ਬੰਨਿਆ ਸੀਗਾ ਸਕਾਈਪ ਦੇ ਥਰੂ। ਲੰਡਨ ਦੇ ਵਿੱਚ ਜਿਹੜੀ ਇੰਡੀਅਨ ਜਰਨਲਿਸਟ ਐਸੋਸੀਏਸ਼ਨ ਹੈ ਯੂਰਪ ਦੀ, ਉਹਨੇ ਇਹ ਪ੍ਰੈਸ ਕਾਨਫਰੰਸ ਦਾ ਆਯੋਜਨ ਜਿਹੜਾ ਸੀ ਉਹ ਕੀਤਾ। ਇਹਦੇ ਵਿੱਚ ਜਿਹੜਾ ਸੈਯਦ ਸ਼ੂਜਾ ਆ, ਉਹਨੇ ਜਿਹੜੀਆਂ ਕੁਛ ਗੱਲਾਂ ਕੀਤੀਆਂ ਉਹ ਬਹੁਤ ਧਿਆਨ ਜਿਹੜਾ ਜੀ ਉਹ ਮੰਗਦੀਆਂ ਨੇ ਜੀ। ਬਹੁਤ ਵੱਡੀਆਂ ਕੁਛ ਗੱਲਾਂ ਉਹਨੇ ਕੀਤੀਆਂ ਜੀ। ਇੱਕ ਤਾਂ ਉਹਨੇ ਇਹ ਗੱਲ ਕਹੀ ਕਿ ਉਹ 2014 ਦੇ ਵਿੱਚ ਭਾਰਤ ਤੋਂ ਭੱਜ ਗਿਆ ਸੀ ਕਿਉਂਕਿ ਉਹਦੀ ਟੀਮ ਦੇ ਕੁਛ ਜਿਹੜੇ ਮੈਂਬਰ ਸੀ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ। ਉਹਦੇ ਉੱਤੇ ਵੀ ਹੈਦਰਾਬਾਦ ਦੇ ਵਿੱਚ ਗੋਲੀ ਚਲਾਈ ਗਈ। ਉਹ ਕਹਿੰਦਾ ਉਹ ਖਤਰਾ ਮਹਿਸੂਸ ਕਰ ਰਿਹਾ ਸੀਗਾ। ਉਹਨੇ ਇੱਕ ਵੱਡੀ ਜਿਹੜੇ ਜੀ ਫਰਮ ਦਾ ਨਾਮ ਲਿਆ, ਜਿਹੜਾ ਵੱਡਾ ਪਰਿਵਾਰ ਹੈ, ਸਭ ਤੋਂ ਅਮੀਰ ਪਰਿਵਾਰ ਮੁਲਕ ਦਾ, ਕਿ ਉਹਨੇ ਫ੍ਰੀਕੁਐਂਸੀ ਸਿਗਨਲ ਘੱਟ ਕਰਕੇ ਭਾਜਪਾ ਨੂੰ EVM ਹੈਕ ਕਰਨ ਦੇ ਵਿੱਚ ਮਦਦ ਕੀਤੀ। ਉਹਨੇ ਇਹ ਵੀ ਗੱਲ ਕਹੀ ਕਿ ਭਾਜਪਾ ਰਾਜਸਥਾਨ, ਛੱਤੀਸਗੜ੍ਹ ਤੇ ਮੱਧ ਪ੍ਰਦੇਸ਼ ਦੀਆਂ ਚੋਣਾਂ ਵੀ ਜਿੱਤ ਲੈਂਦੀ ਜੇ ਉਹ ਉਹਨਾਂ ਦੀ ਜਿਹੜੀ ਸਾਈਬਰ ਐਕਸਪਰਟ ਟੀਮ ਹੈ ਉਹਨੇ ਇਹ ਹੈਕਿੰਗ ਜਿਹੜੀ ਆ ਉਹ ਰੋਕ ਨਾ ਦਿੱਤੀ ਹੁੰਦੀ। ਉਹ ਕਹਿੰਦਾ ਅਸੀਂ ਹੈਕਿੰਗ ਜਿਹੜੀ ਆ ਉਹ ਰੋਕੀ ਆ। ਇੱਕ ਉਹਨੇ ਗੱਲ ਇਹਦੇ ਵਿੱਚ ਵੱਡੀ ਇਹ ਆਖੀ ਕਿ ਜਿਹੜੇ ਭਾਜਪਾ ਨੇਤਾ ਸੀ ਗੋਪੀਨਾਥ ਮੁੰਡੇ, ਉਹਨੂੰ ਪਤਾ ਸੀਗਾ ਕਿ 2014 ਦੇ ਵਿੱਚ ਹੈਕਿੰਗ ਕਿਵੇਂ ਕੀਤੀ ਗਈ ਆ। ਉਹ ਕਹਿੰਦਾ ਕਿ ਇਹ ਸਬੂਤ ਖਤਮ ਕਰਨ ਦੇ ਵਾਸਤੇ ਗੋਪੀਨਾਥ ਮੁੰਡੇ ਦੀ ਹੱਤਿਆ ਜਿਹੜੀ ਜੀ ਉਹ ਕਰਵਾ ਦਿੱਤੀ ਗਈ। ਪਰ ਯਾਦ ਹੋਣਾ ਇੱਕ ਕਾਰ ਦਾ ਐਕਸੀਡੈਂਟ ਜਿਹੜਾ ਜੀ ਉਹ ਹੋਇਆ ਸੀਗਾ ਗੋਪੀਨਾਥ ਮੁੰਡੇ ਦਾ, ਜਿਹਦੇ ਵਿੱਚ ਉਹਦੀ ਮੌਤ ਹੋ ਗਈ ਸੀਗੀ। ਜਿਹੜਾ ਸ਼ੂਜਾ ਹੈ ਉਹਨੇ ਇਹ ਵੀ ਗੱਲ ਆਖੀ ਕਿ ਜਿਹੜੀਆਂ ਦਿੱਲੀ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸੀਗੀਆਂ, ਉਹਦੇ ਵਿੱਚ ਉਹਨਾਂ ਦੇ ਗਰੁੱਪ ਨੇ ਹੈਕਿੰਗ ਰੋਕੀ ਸੀ, ਜਿਹਦੇ ਕਰਕੇ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ 70 ਦੇ ਵਿੱਚੋਂ 67 ਸੀਟਾਂ ਜਿਹੜੀ ਉਹ ਜਿੱਤ ਗਈ ਸੀ। ਉਹ ਕਹਿੰਦਾ ਕਿ ਜੇ ਉਹਨਾਂ ਨੇ ਹੈਕਿੰਗ ਉਦੋਂ ਨਾ ਰੋਕੀ ਹੁੰਦੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਜੀ ਉਹ ਦਿੱਲੀ ਦੇ ਵਿੱਚ ਨਹੀਂ ਸੀ ਬਣ ਸਕਦੀ। ਸ਼ੂਜਾ ਦੇ ਵੱਲੋਂ ਕੀਤੇ ਗਏ ਇਹ ਜਿਹੜੇ ਖੁਲਾਸੇ ਨੇ ਬੜੇ ਅਹਿਮ ਨੇ। ਇਸ ਪੱਖੋਂ ਅਹਿਮ ਨੇ ਕਿ ਮੁਲਕ ਜਿਹੜਾ ਇਸ ਵੇਲੇ ਇਲੈਕਸ਼ਨ ਮੋਡ ਦੇ ਵਿੱਚ ਤੇਜ਼ੀ ਦੇ ਨਾਲ ਜਾ ਰਿਹਾ ਔਰ ਮਾਰਚ ਦੇ ਪਹਿਲੇ ਹਫ਼ਤੇ ਸੰਭਾਵਨਾ ਹੈ ਕਿ ਜਿਹੜੀਆਂ ਚੋਣਾਂ ਨੇ ਉਹਨਾਂ ਦਾ ਐਲਾਨ ਹੋ ਜਾਊਗਾ। ਤਾਂ EVM ਦੇ ਉੱਤੇ ਕੁਐਸਚਨ ਮਾਰਕ ਜਿਹੜੇ ਜੀ ਇੱਕ ਵਾਰੀ ਫੇਰ ਬਹੁਤ ਵੱਡੇ ਲੱਗ ਗਏ। ਉਹ ਵੀ ਉਸ ਹੈਕਰ ਦੇ ਵੱਲੋਂ ਜਿਹੜਾ ਇਹ ਦਾਅਵਾ ਕਰਦਾ ਹੈ ਕਿ ਅਸੀਂ ਹੈਕਿੰਗ ਦੇ ਰਾਹੀਂ ਛੱਤੀਸਗੜ੍ਹ, ਮੱਧ ਪ੍ਰਦੇਸ਼
ਤੇ ਰਾਜਸਥਾਨ ਜਿਹੜੀ ਹੈਕਿੰਗ ਰੋਕ ਕੇ ਉੱਥੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਨ ਤੋਂ ਰੋਕੀ। ਜੀ ਹੈ ਤਾਂ ਪਿੱਛੇ ਬਹੁਤ ਕੁਛ ਆ, ਪਰ ਜੇ ਖਿਆਲ ਕਰਨ ਤਾਂ ਹੀ ਆ। ਤੇ ਅੱਗੇ ਸੁਖਪਾਲ ਖਹਿਰਾ ਦਾ ਕਾਫੀ ਰੌਲਾ ਗੋਲਾ ਪੈ ਰਿਹਾ ਕਿ ਇਹਦੀ ਵਿਧਾਇਕੀ ਨੂੰ ਇਸ ਤਰ੍ਹਾਂ ਹੋ ਜਾਓ, ਉਸ ਤਰ੍ਹਾਂ ਹੋ ਜਾਓ। ਹੁਣ ਸੱਚੀ ਲੱਗਦਾ ਕਿ ਸੱਚੀ ਖਤਰਾ ਹੈ? ਐਕਚੁਅਲੀ ਜੀ ਦੋ ਜਿਹੜੀਆਂ ਗਈਆਂ ਹੋਈਆਂ ਨੇ ਵਿਧਾਨ ਸਭਾ ਦੇ ਸਪੀਕਰ ਦੇ ਕੋਲੇ ਲਿਖਤੀ ਰੂਪ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਹੋਰਾਂ ਦੀ ਜਿਹੜੀ ਵਿਧਾਇਕੀ ਆ ਉਹ ਰੱਦ ਕਰਨ ਦੇ ਵਾਸਤੇ ਜੀ। ਇੱਕ ਤਾਂ ਪਿੰਡ ਮੇਤਲਾ ਪੈਂਦਾ ਭੁਲੱਥ ਵਿਧਾਨ ਸਭਾ ਹਲਕੇ ਦੇ ਵਿੱਚ, ਇੱਥੋਂ ਦਾ ਰਹਿਣ ਵਾਲਾ ਹਰਸਿਮਰਨ ਸਿੰਘ, ਉਹਨੇ ਵਿਧਾਨ ਸਭਾ ਦੇ ਸਪੀਕਰ ਨੂੰ ਜਿਹੜਾ ਜੀ ਲਿਖਤੀ ਰੂਪ ਦੇ ਵਿੱਚ ਕਿਹਾ ਹੋਇਆ ਕਿ ਸੁਖਪਾਲ ਸਿੰਘ ਖਹਿਰਾ ਹੋਰਾਂ ਨੇ ਜਿਹੜੀ ਪਾਰਟੀ ਵੱਲੋਂ ਚੋਣ ਲੜੀ ਸੀ, ਜਦੋਂ ਉਹਨਾਂ ਨੇ ਉਹਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ ਤੇ ਉਹਦੀ ਵਿਧਾਇਕੀ ਰੱਦ ਹੋਣੀ ਚਾਹੀਦੀ ਆ। ਦੂਜੀ ਜਿਹੜੀ ਆਮ ਆਦਮੀ ਪਾਰਟੀ ਦੇ ਵੱਲੋਂ ਵਿਰੋਧੀ ਧਿਰ ਦੇ ਜਿਹੜੇ ਨੇਤਾ ਨੇ ਹਰਪਾਲ ਸਿੰਘ ਚੀਮਾ ਹੋਰੀ, ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਜਿਹੜਾ ਜੀ ਉਹ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਪਿਛਲੇ ਦਿਨੀ ਇਹ ਗੱਲ ਆਖੀ ਸੀ ਕਿ ਆਮ ਆਦਮੀ ਪਾਰਟੀ ਦੇ ਵੱਲੋਂ ਕਿ ਸੁਖਪਾਲ ਸਿੰਘ ਖਹਿਰਾ ਨੇ ਉਹਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ, ਇਸ ਕਰਕੇ ਉਹਦੀ ਵਿਧਾਇਕੀ ਰੱਦ ਕੀਤੀ ਜਾਵੇ। ਹੁਣ ਵਿਧਾਨ ਸਭਾ ਦੇ ਸਪੀਕਰ ਨੇ 15 ਦਿਨ ਦਾ ਕਾਰਨ ਦੱਸੋ ਨੋਟਿਸ ਜਿਹੜਾ ਉਹ ਜਾਰੀ ਕੀਤਾ ਸੁਖਪਾਲ ਸਿੰਘ ਖਹਿਰਾ ਹੋਰਾਂ ਨੂੰ। ਇਹ ਵੀ ਗੱਲ ਆਖੀ ਆ ਇਸ ਨੋਟਿਸ ਦੇ ਵਿੱਚ ਕਿ ਜੇ ਇਹਦੇ ਉੱਤੇ ਸੁਖਪਾਲ ਸਿੰਘ ਖਹਿਰਾ ਹੋਰੀ ਕੋਈ ਜਵਾਬ ਨਹੀਂ ਦਿੰਦੇ ਤਾਂ ਇਹ ਸਮਝਿਆ ਜਾਊਗਾ ਕਿ ਉਹ ਇਸ ਮਾਮਲੇ ਦੇ ਉੱਤੇ ਕੁਝ ਕਹਿਣਾ ਨਹੀਂ ਚਾਹੁੰਦੇ ਤੇ ਫਿਰ ਵੀ ਉਹਨਾਂ ਦੀ ਜਿਹੜੀ ਵਿਧਾਇਕੀ ਆ ਉਹ ਰੱਦ ਹੋ ਜਾਊਗੀ। ਹੁਣ ਵੇਖਣਾ ਇਹ ਹੋਊਗਾ ਸੁਖਪਾਲ ਸਿੰਘ ਖਹਿਰਾ ਹੋਰੀ ਇਹਦੇ ਉੱਤੇ 15 ਦਿਨਾਂ ਦੇ ਵਿੱਚ ਕੋਈ ਜਵਾਬ ਜਿਹੜਾ ਜੀ ਉਹ ਦਿੰਦੇ ਆ ਜਾਂ ਨਹੀਂ। ਅਸਲ ਦੇ ਵਿੱਚ ਸੀਟਾਂ ਜਿਹੜੀਆਂ ਜੀ ਉਹ 2 ਹੋਰ ਖਾਲੀ ਹੋਣ ਦੇ ਅਸਾਰ ਨੇ। HS ਫੂਲਕਾ ਹੋਰਾਂ ਨੇ ਜਿਹੜਾ ਜੀ ਉਹ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿੱਤਾ। ਆਮ ਆਦਮੀ ਪਾਰਟੀ ਨੇ ਅਜੇ ਤੱਕ ਉਹਦੇ ਵਾਸਤੇ ਕੋਈ ਲੈਟਰ ਜਿਹੜੀ ਹੈ ਜੀ ਉਹ ਨਹੀਂ ਦਿੱਤੀ ਇੱਥੇ ਜਿਹੜੀ ਵਿਧਾਨ ਸਭਾ ਦੇ ਸਪੀਕਰ ਨੂੰ। ਮਾਸਟਰ ਬਲਦੇਵ ਸਿੰਘ ਜਿਹੜੇ ਜੈਤੋ ਤੋਂ ਵਿਧਾਇਕ ਨੇ, ਉਹਨਾਂ ਨੇ ਵੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ। ਅਜੇ ਇਹਦੀ ਵੀ ਲੈਟਰ ਜਿਹੜੀ ਹੈ ਜੀ ਕੋਈ ਆਮ ਆਦਮੀ ਪਾਰਟੀ ਨੇ ਨਹੀਂ ਜਿਹੜੀ ਜੀ ਉਹ ਦਿੱਤੀ। ਸ਼ਾਇਦ ਉਹ ਦੇਖਣਾ ਜਿਹੜਾ ਜੀ ਚਾਹੁੰਦੇ ਆ ਇਸ ਮਸਲੇ ਦੇ ਉੱਤੇ। 15 ਦਿਨਾਂ ਦੇ ਵਿੱਚ ਤਕਰੀਬਨ ਇਹਦਾ ਜਿਹੜਾ ਜੀ ਉਹ ਫੈਸਲਾ ਹੋਣ ਦੇ ਆਸਾਰ ਹੈ। ਜੇ ਇਹ ਹੁੰਦਾ ਤਾਂ ਇਹ ਸੁਖਪਾਲ ਸਿੰਘ ਖਹਿਰਾ ਹੋਰਾਂ ਦੇ ਵਾਸਤੇ ਇਸ ਪੱਖੋਂ ਜਿਹੜਾ ਜੀ ਮੁਸੀਬਤ ਬਣੂਗਾ, ਕਿਉਂਕਿ ਜੇ ਇਹ ਸੀਟ ਖਾਲੀ ਹੁੰਦੀ 6 ਮਹੀਨਿਆਂ ਦੇ ਵਿੱਚ ਉੱਥੇ ਵਿਧਾਨ ਸਭਾ ਦੀ ਚੋਣ ਹੋਣੀ ਜਿਹੜੀ ਉਹ ਜ਼ਰੂਰੀ ਹੁੰਦੀ ਆ ਤੇ ਸੰਭਾਵੀ ਰੂਪ ਦੇ ਵਿੱਚ ਮਈ ਮਹੀਨੇ ਦੇ ਵਿੱਚ ਲੋਕ ਸਭਾ ਦੀਆਂ ਚੋਣਾਂ ਜਿਹੜੀਆਂ ਦੀ ਉਹ ਹੋ ਸਕਦੀਆਂ ਨੇ ਤੇ ਫਿਰ ਜਿਹੜਾ ਜੀ ਲਿਖਿਆ ਜਾਊਗਾ ਕਿ ਲੋਕ ਸਭਾ ਦੀਆਂ ਚੋਣਾਂ ਦੇ ਨਾਲ ਹੀ ਇੱਥੇ ਇਲੈਕਸ਼ਨ ਜਿਹੜੀ ਦੀ ਉਹ ਕਰਵਾਈ ਜਾਵੇ। ਜੇ ਉਹ ਆਪਣਾ ਵਿਧਾਨ ਸਭਾ ਹਲਕਾ ਜਿਹੜਾ ਜੀ ਉਹ ਛੱਡਦੇ ਆ ਤੇ ਉਹ ਬਠਿੰਡੇ ਸਿਰਫ ਲੋਕ ਸਭਾ ਦੀ ਚੋਣ ਜਿਹੜੀ ਦੀ ਉਹ ਲੜਦੇ ਆ ਤੇ ਇਹ ਕਿੰਤੂ ਪਰੰਤੂ ਉਹਨਾਂ ਦੇ ਉੱਤੇ ਲੱਗੂਗਾ ਕਿ ਉਹ ਵਿਧਾਨ ਸਭਾ ਆਪਣੀ ਜਿਹੜੀ ਦੀ ਉਹ ਛੱਡ ਕੇ ਬਠਿੰਡੇ ਚਲੇ ਗਏ, ਬਿਲਕੁਲ ਦੂਰ ਇੱਕ ਜਗ੍ਹਾ ਦੇ ਉੱਤੇ। ਜੇ ਉਹ ਵਿਧਾਨ ਸਭਾ ਦੀ ਲੜਦੇ ਆ ਤੇ ਉਧਰੋਂ ਕਿਉਂਕਿ ਉਹ ਦਫ਼ਤਰ ਖੋਲੀ ਬੈਠੇ ਆ ਬਠਿੰਡੇ ਦੇ ਵਿੱਚ MP ਦੀ ਚੋਣ ਜਿਹੜੀ ਦੀ ਉਹ ਲੜਨ ਦੇ ਵਾਸਤੇ, ਇਹ 2 ਜਗ੍ਹਾ ਤੋਂ ਕੀ ਉਹ ਜਿਹੜੀ ਵਿਧਾਨ ਸਭਾ ਦੀ ਤੇ ਲੋਕ ਸਭਾ ਦੀ ਜਿਹੜੀ ਉਹ ਚੋਣ ਲੜਨਗੇ, ਇਹ ਪੋਸੀਬਲ ਨਹੀਂ ਹੋ ਸਕੂਗਾ। ਇਸ ਕਰਕੇ ਉਹ ਕਿਸ ਪਾਸੇ ਵੱਲ ਨੂੰ ਜਿਹੜਾ ਦੀ ਉਹ ਜਾਣਗੇ ਇਹ ਇੰਟਰਸਟਿੰਗਲੀ ਜਿਹੜਾ ਜੀ ਉਹ ਵੇਖਣ ਵਾਲਾ ਹੋਊਗਾ। ਔਰ ਇਸ ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਬੇਸ਼ੱਕ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦੇ ਕੋਲੇ ਇਹਨੂੰ ਲਮਕਾਉਣ ਦਾ ਤਰੀਕੇ ਤਾਂ ਹੈਗੇ ਆ, ਪਰ ਇਹ ਲਮਕੂਗਾ ਇਹਦੇ ਅਸਾਰ ਘੱਟ ਜਾਪਦੇ ਆ ਜੀ, ਕਿਉਂਕਿ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਉਹਨੇ ਜਿਹੜਾ ਲਿਖ ਕੇ ਦਿੱਤਾ ਜੇ ਵਿਧਾਨ ਸਭਾ ਦੇ ਸਪੀਕਰ ਇਹਦੇ ਉੱਤੇ ਕੋਈ ਫੈਸਲਾ ਨਹੀਂ ਲੈਂਦੇ ਤਾਂ ਪਾਰਟੀ ਹਾਈ ਕੋਰਟ ਦੇ ਵਿੱਚ ਵੀ ਇਹਨੂੰ ਲੈ ਕੇ ਜਿਹੜਾ ਜੀ ਉਹ ਜਾ ਸਕਦੀ ਜੀ। ਤੇ ਅੱਗੇ ਗੱਲ ਕਰਦੇ ਹਾਂ ਕਿ ਜਿਹੜੀ ਪਰੇਡ ਹੋਣੀ ਆ 26 ਜਨਵਰੀ ਨੂੰ, ਉਸ ਦੇ ਵਿੱਚ ਕੀ ਪੰਜਾਬ ਦੀ ਵੀ ਕੋਈ ਝਲਕੀ ਜਾਊਗੀ? ਐਕਚੁਅਲੀ ਜੀ ਪਿਛਲੇ ਕੁਝ ਸਾਲ ਪਹਿਲਾਂ ਜਿਹੜਾ ਜੀ ਉਦੋਂ ਬਹੁਤ ਚਰਚਾ ਦਾ ਵਿਸ਼ਾ ਜਿਹੜਾ ਜੀ ਉਹ ਬਣਿਆ ਸੀ, ਕਿਉਂਕਿ ਪੰਜਾਬ ਦੀ ਜਿਹੜੀ ਝਾਕੀ ਜਿਹੜੇ ਵੱਖ-ਵੱਖ ਰਾਜਾਂ ਦੀਆਂ ਝਾਕੀਆਂ ਹੁੰਦੀਆਂ ਨੇ, ਜਿਹੜੀ ਦਿੱਲੀ ਦੇ ਵਿੱਚ ਪਰੇਡ ਹੁੰਦੀ ਆ, ਉਹਦੇ ਵਿੱਚੋਂ ਇਹ ਗਾਇਬ ਕਰ ਦਿੱਤੀ ਗਈ ਸੀਗੀ, ਕਿਉਂਕਿ ਇਸ ਸਾਲ ਜਿਹੜਾ ਜੀ ਅਪ੍ਰੈਲ ਦੇ ਵਿੱਚ 100 ਸਾਲ ਜਿਹੜੇ ਉਹ ਹੋ ਜਾਣੇ ਆ ਜੀ ਜਲਿਆਂਵਾਲਾ ਬਾਗ ਦਾ ਜਿਹੜਾ ਸਾਕਾ ਹੈ ਉਹਨੂੰ ਵਾਪਰਿਆ ਹੋਇਆ। ਔਰ ਇੱਕ ਤਾਂ ਇੱਥੇ ਜਿਹੜਾ ਜੀ ਜਲਿਆਂਵਾਲਾ ਬਾਗ ਦੇ ਸਾਕੇ ਨੂੰ ਦਰਸਾਉਂਦੀ ਇੱਕ ਝਾਕੀ ਜਿਹੜੀ ਹੈ ਜੀ ਉਹ ਤਿਆਰ ਕੀਤੀ ਜਾ ਰਹੀ ਹੈ। ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਦੇ ਨਾਲ ਮਿਲ ਕੇ ਇਹਨੂੰ ਜਿਹੜਾ ਜੀ 13 ਅਪ੍ਰੈਲ ਨੂੰ ਪੂਰੇ ਹੋਣ ਵਾਲੇ 100 ਸਾਲਾ ਦਿਵਸ ਜਿਹੜਾ ਜੀ ਇਹਨੂੰ ਦਰਸਾਉਂਦੀ ਇਹ ਝਾਕੀ ਜਿਹੜੀ ਹੈ ਜੀ ਉਹ ਦਿਖਾਈ ਜਾਊਗੀ।
ਪੰਜਾਬ ਦੇ ਲੋਕ ਸੰਪਰਕ ਵਿਭਾਗ ਜਿਹੜਾ ਜੀ ਉਹਦੇ ਵੱਲੋਂ ਇਹ ਸਾਰਾ ਕੁਝ ਜਿਹੜਾ ਜੀ ਉਹ ਤਿਆਰ ਕੀਤਾ ਜਾ ਰਿਹਾ। ਜਲਿਆਂਵਾਲਾ ਬਾਗ ਜਿੱਥੇ ਸੈਂਕੜੇ ਲੋਕ ਜਿਹੜੇ ਦੀ ਨਿਰਦੋਸ਼ ਲੋਕ ਮਾਰੇ ਗਏ ਸਨ ਔਰ ਮੁਲਕ ਦੀ ਆਜ਼ਾਦੀ ਦੇ ਵਿੱਚ ਬਹੁਤ ਵੱਡਾ ਇਹਦਾ ਜਿਹੜਾ ਜੀ ਉਹ ਰੋਲ ਹੈ। ਹਾਲਾਂਕਿ ਇਸ ਪੱਖੋਂ ਵੀ ਜਿਹੜੀ ਦੀ ਇਹ ਚਰਚਾ ਚੱਲਦੀ ਰਹੀ ਹੈ ਕਿ ਜਲਿਆਂਵਾਲਾ ਬਾਗ ਜਿਹੜਾ ਦੀ ਉੱਥੇ ਜੋ ਕੁਝ ਹੋਣਾ ਸੀ, ਹੁਣ ਤਾਂ ਜਨਵਰੀ ਦਾ ਮਹੀਨਾ ਵੀ ਬੀਤਣ ਵਾਲਾ ਹੋ ਗਿਆ, ਉੱਥੇ ਤਾਂ ਜਿਹੜੀ ਇਹਦੀ ਇੱਟ ਵੀ ਬਦਲੀ ਨਹੀਂ ਗਈ ਕਿਉਂਕਿ ਉਹ ਹਾਥੀ ਜਿਹੜਾ ਸੈਂਟਰ ਦੇ ਆ ਜਿਹੜੇ ਪ੍ਰਧਾਨ ਮੰਤਰੀ ਹੁੰਦੇ ਆ ਜੀ, ਉਹ ਜਿਹੜਾ ਟਰਸਟ ਚੱਲਦਾ ਉਹਦੇ ਉਹ ਮੁਖੀ ਹੁੰਦੇ ਆ, ਇਸ ਕਰਕੇ ਉੱਥੇ ਤਾਂ ਬਹੁਤਾ ਕੁਝ ਜਿਹੜਾ ਜੀ ਉਹ ਨਹੀਂ ਹੋਇਆ। ਦੂਸਰੀ ਜਿਹੜੀ ਝਾਕੀ ਇੱਥੇ ਹੋਊਗੀ ਜੀ ਪੰਜਾਬ ਦੀ, ਉਹ ਲੰਗਰ ਦੀ ਜਿਹੜੀ ਪ੍ਰਥਾ ਹੈ ਜਿਹੜੀ ਦੁਨੀਆ ਭਰ ਦੇ ਵਿੱਚ ਫੇਮਸ ਹੈ ਔਰ ਇਹਨੂੰ ਫ੍ਰੀ ਕਿਚਨ ਇੰਗਲਿਸ਼ ਦੇ ਵਿੱਚ ਜਿਹੜੇ ਲੋਕ ਨੇ ਉਹ ਕਹਿੰਦੇ ਨੇ। ਔਰ ਸਮੇਂ ਦੇ ਉੱਤੇ ਜਿੱਥੇ ਜਿੱਥੇ ਮੁਸੀਬਤ ਜਿਹੜੀ ਹੈ ਜੀ ਉਹ ਆਈ ਆ, ਉੱਥੇ ਭਾਈਚਾਰੇ ਨੇ ਲੰਗਰ ਜਿਹੜਾ ਜੀ ਉਹ ਲਗਾ ਕੇ ਜਿਹੜਾ ਜੀ ਪੜ੍ਹ ਰਿਹਾ ਸੀਗਾ। ਤੁਸੀਂ ਵੀ ਉਹਦੀ ਪੁਸ਼ਟੀ ਮੇਰਾ ਖਿਆਲ ਕਰ ਦਿਓਗੇ ਕਿ ਜਦੋਂ ਤੁਹਾਡੇ ਜਿਹੜਾ ਸ਼ਟਡਾਊਨ ਹੋਇਆ ਉਹਦੇ ਵਿੱਚ ਵੀ ਜਿਹੜੇ ਬਹੁਤ ਸਾਰੇ ਲੋਕ ਨੇ ਉਹਨਾਂ ਨੂੰ ਲੰਗਰ ਜਿਹੜਾ ਉਹ ਪਹੁੰਚਾਇਆ ਜਾ ਰਿਹਾ। ਸੋ ਇਹਨੂੰ ਦਰਸਾਉਂਦੀ ਇੱਕ ਝਾਕੀ ਜਿਹੜੀ ਹੈ ਜੀ ਉਹ ਵੀ 26 ਜਨਵਰੀ ਦੇ ਵਿੱਚ ਜਿਹੜੀ ਜੀ ਉਹ ਲੱਗੂਗੀ ਜੀ। ਤੇ ਬਿਲਕੁਲ ਜੀ, ਅਮਰੀਕਾ ਦੇ ਵਿੱਚ ਵੀ ਬਹੁਤ ਸਾਰੇ ਸਿੱਖ ਆ ਜਿਹੜੇ ਉਹ ਘਰਾਂ ਦੀਆਂ ਪੇਮੈਂਟਾਂ ਵੀ ਆਫਰ ਕਰ ਰਹੇ ਆ, ਬਹੁਤ ਕੁਛ ਕਰ ਰਹੇ ਆ। ਤੇ ਅੱਗੇ ਗੱਲ ਕਰਦੇ ਆ ਭਾਰਤ ਦੀ, ਉਸ ਦੇ ਵਿੱਚ ਅਮੀਰੀ ਤੇ ਗਰੀਬੀ ਦਾ ਪਾੜਾ ਹੋਰ ਵਧਿਆ। ਤਾਂ ਅਮੀਰੀ ਤੇ ਗਰੀਬੀ ਜਿਹੜੀ ਹੈ ਜੀ ਉਹ ਇੱਕ ਸਭ ਤੋਂ ਵੱਡੀ ਮੁਸ਼ਕਲ ਜਿਹੜੀ ਹੈ ਜੀ ਉਹ ਬਣੀ ਹੋਈ ਹੈ ਇੱਥੇ। ਜਿਹੜੇ ਤੇਜ਼ੀ ਦੇ ਨਾਲ ਗਰੀਬ ਜਿਹੜਾ ਜੀ ਉਹ ਗਰੀਬ ਹੋਈ ਜਾਂਦਾ ਤੇ ਅਮੀਰ ਜਿਹੜਾ ਜੀ ਉਹ ਅਮੀਰ ਹੋਈ ਜਾਂਦਾ। ਭਾਰਤ ਦੇ ਵਿੱਚ ਜਿਹੜੇ ਅਰਬਪਤੀ ਨੇ ਉਹਨਾਂ ਦੀ ਜਾਇਦਾਦ 2018 ਦੇ ਵਿੱਚ ਹਰ ਰੋਜ਼ 2200 ਕਰੋੜ ਰੁਪਈਆ ਵਧੀ ਰੋਜ਼। ਮੁਲਕ ਦੇ ਵਿੱਚ 1% ਜਿਹੜੇ ਅਮੀਰ ਨੇ ਉਹਦੀ ਜਾਇਦਾਦ ਪਿਛਲੇ ਸਾਲ 39% ਵਧੀ, 39% ਜੀ। 50% ਗਰੀਬ ਆਬਾਦੀ ਜਾਇਦਾਦ ਸਿਰਫ 3% ਵਧੀ। ਇਹ ਜਿਹੜੀ ਜੀ ਆਕਸਫੈਮ ਇੰਟਰਨੈਸ਼ਨਲ ਨੇ ਦਾਵੋਸ ਦੇ ਵਿੱਚ ਜਿਹੜੀ ਵਰਲਡ ਇਕਨੋਮਿਕ ਫੋਰਮ ਜਿਹੜੀ ਹੈ ਜੀ ਉਹਦੀ ਬੈਠਕ ਜਿਹੜੀ ਹੈ ਜੀ ਉਹਦੇ ਵਿੱਚ ਇਹ ਅੰਕੜੇ ਪੇਸ਼ ਕੀਤੇ ਨੇ। ਭਾਰਤ ਦੇ ਵਿੱਚ ਜਿਹੜੇ 9 ਅਮੀਰਾਂ ਦੀ ਜਾਇਦਾਦ ਜਿਹੜੀ ਹੈ ਜੀ ਉਹ ਹੇਠਲੀ 50% ਆਬਾਦੀ ਦੀ ਟੋਟਲ ਜਾਇਦਾਦ ਦੇ ਬਰਾਬਰ ਹੈ। ਦੁਨੀਆ ਭਰ ਦੇ ਵਿੱਚ ਅਰਬਪਤੀਆਂ ਦੀ ਜਾਇਦਾਦ ਜਿਹੜੀ ਆ ਉਹ 12% ਵਧੀ ਆ, ਜਦੋਂ ਕਿ ਭਾਰਤ ਦੇ ਵਿੱਚ ਇਹ 39% ਜਿਹੜੀ ਹੈ ਜੀ ਉਹ ਵਧੀ ਆ। ਦੁਨੀਆ ਦੀ ਅੱਧੀ ਆਬਾਦੀ ਦੀ ਜਾਇਦਾਦ ਦੇ ਵਿੱਚ 11% ਦੀ ਗਿਰਾਵਟ ਜਿਹੜੀ ਹੈ ਜੀ ਉਹ ਵੇਖੀ ਗਈ ਆ, ਜਦੋਂ ਕਿ ਦੁਨੀਆ ਭਰ ਦੇ ਵਿੱਚ ਅਰਬਪਤੀ ਨੇ ਉਹਨਾਂ ਦੀ 12% ਜਿਹੜੀ ਹੈ ਜੀ ਉਹ ਵਧੀ ਆ। 10% ਅਮੀਰਾਂ ਦੇ ਕੋਲੇ ਦੇਸ਼ ਦੀ ਕੁੱਲ ਜਾਇਦਾਦ ਦਾ 77.4% ਹਿੱਸਾ ਹੈ। 10% ਅਮੀਰਾਂ ਦੇ ਕੋਲੇ ਮੁਲਕ ਦੀ ਜੀ, ਜਦੋਂ ਕਿ 60% ਆਬਾਦੀ ਦੇ ਕੋਲੇ ਸਿਰਫ 4.8% ਜਾਇਦਾਦ ਹੈ। 10% ਆਬਾਦੀ ਜਿਹੜੀ ਹੈ ਜੀ ਉਹ 2004 ਤੋਂ ਕਰਜ਼ਦਾਰ ਹੈ। ਮੁਕੇਸ਼ ਅੰਬਾਨੀ 2.8 ਲੱਖ ਕਰੋੜ ਰੁਪਏ ਦੀ ਜਾਇਦਾਦ ਦੇ ਨਾਲ ਸਭ ਤੋਂ ਜ਼ਿਆਦਾ ਅਮੀਰ ਹੈ। ਕੇਂਦਰ ਤੇ ਰਾਜ ਸਰਕਾਰਾਂ ਦਾ ਹੈਲਥ, ਸੈਨੀਟੇਸ਼ਨ, ਵਾਟਰ ਸਪਲਾਈ ਦਾ ਕੁੱਲ ਬਜਟ ਜਿਹੜਾ ਜੀ ਉਹਦੀ ਟੋਟਲ ਜਾਇਦਾਦ ਤੋਂ ਘੱਟ ਹੈ। ਭਾਰਤ ਸਰਕਾਰ ਜੇ ਟਾਪ ਦੇ 1% ਅਮੀਰਾਂ ਤੋਂ 0.5% ਟੈਕਸ ਜ਼ਿਆਦਾ ਲੈ ਲਵੇ ਤਾਂ ਉਹਦਾ ਸਿਹਤ ਦਾ ਜਿਹੜਾ ਜੀ ਪੂਰੇ ਦਾ ਪੂਰਾ ਦੇਸ਼ ਦਾ ਕੁੱਲ ਬਜਟ 50% ਜਿਹੜਾ ਜੀ ਉਹ ਵੱਧ ਜਾਊਗਾ। ਕੁੱਲ 26 ਅਮੀਰਾਂ ਦੇ ਕੋਲੇ 98 ਲੱਖ ਕਰੋੜ ਰੁਪਈਆ, ਜੋ ਕਿ ਦੁਨੀਆ ਦੇ ਅੱਧੇ ਲੋਕਾਂ ਦੀ ਜਾਇਦਾਦ ਦੇ ਬਰਾਬਰ ਹੈ। 17 ਦੇ ਵਿੱਚ ਇਸ ਤਰ੍ਹਾਂ ਦੇ ਅਮੀਰਾਂ ਦੀ ਗਿਣਤੀ ਜਿਹੜੀ 43 ਤੇ 16 ਦੇ ਵਿੱਚ 61 ਸੀਗੀ। ਆਰਥਿਕ ਤਰੱਕੀ ਦੇ ਵਾਸਤੇ ਚੰਗੇ ਨਹੀਂ ਮੰਨੇ ਗਏ ਔਰ ਪਿਛਲੇ 10 ਸਾਲਾਂ ਦੇ ਵਿੱਚ ਅਰਬਪਤੀਆਂ ਦੀ ਜਿਹੜੀ ਗਿਣਤੀ ਆ ਉਹ ਦੁੱਗਣੀ ਹੋਈ ਆ। 2008 ਦੇ ਵਿੱਚ 1100 ਅਰਬਪਤੀ ਸੀਗੇ, ਹੁਣ 2208 ਜਿਹੜੇ ਜੀ ਹੋ ਗਿਆ। ਜੇ ਅਮੀਰਾਂ ਦੇ ਉੱਤੇ ਸਿਰਫ 1% ਟੈਕਸ ਵਧਾ ਦਿੱਤਾ ਜਾਵੇ ਤਾਂ ਦੁਨੀਆ ਭਰ ਦੇ ਵਿੱਚ ਬਿਨਾਂ ਇਲਾਜ ਰੋਜ਼ ਮਰ ਰਹੇ 10,000 ਲੋਕ ਜਿਹੜੇ ਆ ਜੀ ਉਹ ਬਚ ਸਕਦੇ ਆ ਔਰ 26 ਕਰੋੜ ਬੱਚੇ ਸਕੂਲ ਜਾ ਸਕਦੇ ਆ। ਪਰ ਇਹਦੇ ਨਾਲ ਜੇ ਲੱਗੀ ਹੋਈ। ਬਿਲਕੁਲ ਜੀ, ਇਹ ਜੇ ਨੂੰ ਕੁਛ ਨਹੀਂ ਕਰ ਸਕਦੇ ਜੀ। ਤੇ ਅੱਗੇ ਗੱਲ ਕਰਦੇ ਜੀ ਪੁਲਿਸ ਮੁਖੀ ਦੀ, ਅਰੋੜਾ ਦੀ, ਜੋ ਇੱਥੋਂ ਜਾ ਰਹੇ ਨੇ ਤੇ ਉਹਨਾਂ ਦੀ ਜਗ੍ਹਾ ਲੈਣ ਦੇ ਲਈ ਹੋੜ ਲੱਗੀ ਹੋਈ ਆ, ਬੜੀ ਖਿੱਚੋਤਾਣ। ਦੇਖੋ ਅਜੇ ਵੀ ਇਹ ਸਾਰਾ ਮਾਮਲਾ ਨਾ ਜੀ ਸ਼ਸ਼ੋਪੰਜ ਵਾਲਾ ਜਿਹੜਾ ਉਹ ਬਣਿਆ ਹੋਇਆ, ਕਿਉਂਕਿ ਅਜੇ ਤੱਕ ਇਹ ਸਬੂਤ ਦੇ ਰੂਪ ਦੇ ਵਿੱਚ ਤਾਂ ਬਾਹਰ ਨਹੀਂ ਆਇਆ ਕਿ ਪੁਲਿਸ ਮੁਖੀ ਨੇ ਕੋਈ ਚਿੱਠੀ ਜਿਹੜੀ ਆ ਜੀ ਉਹ ਮੁੱਖ ਮੰਤਰੀ ਨੂੰ ਜਿਹੜੀ ਲਿਖੀ ਆ, ਜਿਹਦੇ ਵਿੱਚ ਉਹਨਾਂ ਨੇ ਆਪਣੀ ਰਿਟਾਇਰਮੈਂਟ ਦੀ ਜਿਹੜੀ ਆ ਜੀ ਉਹ ਗੱਲ ਆਖੀ ਆ, ਉਹ ਕੀ ਆ। ਇਹ ਹਵਾ ਦੇ ਵਿੱਚ ਜਿਹੜੀਆਂ ਜੀ ਉਹ ਬਹੁਤ ਸਾਰੀਆਂ ਗੱਲਾਂ ਨੇ।
ਜਦੋਂ ਸੁਰੇਸ਼ ਅਰੋੜਾ ਹੋਰਾਂ ਨੂੰ ਜਿਹੜਾ ਜੀ ਇਹ ਉਹਨਾਂ ਨੂੰ ਐਕਸਟੈਂਸ਼ਨ ਜਿਹੜੀ ਜੀ ਮਿਲੀ ਆ 1 ਸਾਲ ਦੀ, ਤੇ ਬਹੁਤੇ ਜਿਹੜੇ ਸੀਗੇ ਜੀ ਉਹਨਾਂ ਦੇ ਮੂੰਹਾਂ 'ਚ ਉਂਗਲਾਂ ਪੈ ਗਈਆਂ ਸੀਗੀਆਂ ਕਿ ਇਹ ਕੀ ਬਣ ਗਿਆ। ਜਿਹੜੇ ਅਫਸਰ ਨੇ ਉਹਨਾਂ ਨੇ ਇੱਕ ਕਿਸਮ ਦੀ ਇੱਕ ਮੁਹਿੰਮ ਜਿਹੜੀ ਆ ਜੀ ਉਹ ਚਲਾਈ ਹੋਈ ਆ, ਜਿਨ੍ਹਾਂ ਦਾ ਅੱਗੋਂ ਨੰਬਰ ਸੀਨੀਅਰਿਟੀ ਵਾਈਜ਼ ਜਿਹੜਾ ਜੀ ਉਹ ਆਉਣ ਵਾਲਾ। ਇਸੇ ਕਰਕੇ ਸੋਸ਼ਲ ਮੀਡੀਆ ਦੇ ਉੱਤੇ ਲਗਾਤਾਰ ਜਿਹੜੀਆਂ ਦੀ ਉਹ ਕਈ ਕਿਸਮ ਦੀਆਂ ਅਫਵਾਹਾਂ ਫੈਲਦੀਆਂ ਰਹੀਆਂ। ਇੱਕ ਦਿਨ ਤਾਂ ਇਹ ਅਫਵਾਹ ਵੀ ਜਿਹੜੀ ਦੀ ਉਹ ਫੈਲੀ ਕਿ ਉਹਨਾਂ ਨੇ ਅਸਤੀਫਾ ਜਿਹੜਾ ਜੀ ਦਿੱਤਾ, ਹਾਲਾਂਕਿ ਬਾਅਦ ਦੇ ਵਿੱਚ ਇਹਦੀ ਕੋਈ ਪੁਸ਼ਟੀ ਨਹੀਂ ਹੋ ਸਕੀ। ਹੁਣ ਜਿਹੜੇ ਸੁਰੇਸ਼ ਅਰੋੜਾ ਨੇ ਉਹ, ਕਿਉਂਕਿ ਇਹ ਹੁਣ ਰਾਜ ਸਰਕਾਰਾਂ ਦੇ ਹੱਥ ਦੇ ਵਿੱਚ ਨਹੀਂ ਰਹਿ ਗਿਆ ਜੀ DP ਲਾਉਣਾ, ਇਸ ਕਰਕੇ ਸਾਰੀ ਕਹਾਣੀ ਬੜੀ ਜਿਹੜੀ ਜੀ ਉਹ ਇੰਟਰਸਟਿੰਗ ਬਣੀ ਪਈ ਹੈ। UPSC ਦੇ ਕੋਲੇ ਜਿਹੜਾ ਪੈਨਲ ਭੇਜਿਆ ਜਾ ਰਿਹਾ, ਉਹਦੇ ਵਿੱਚ ਉਹ ਆਫਿਸਰ ਜਿਹੜੇ ਦੀ ਭੇਜੇ ਜਾ ਸਕਦੇ ਆ ਜਿਨ੍ਹਾਂ ਦੀ ਘੱਟੋ ਘੱਟ ਜਿਹੜੀ ਅਜੇ ਉਹਨਾਂ ਦੀ ਨੌਕਰੀ ਜਿਹੜੀ 2 ਸਾਲ ਦੀ ਪਈ ਹੋਵੇ। ਇਹਦੇ ਵਿੱਚੋਂ 2 ਤਾਂ ਜਿਹੜੇ ਆ ਜੀ ਉਹ ਨਿਕਲ ਜਾਂਦੇ ਆ ਇਸ ਜਿਹੜਾ ਦੀ ਤਹਿਤ, ਇਸ ਧਰਮ ਦੇ ਤਹਿਤ ਕਿ ਉਹਨਾਂ ਦੀ 2 ਸਾਲ ਨਹੀਂ ਜਿਹੜੀ ਜੀ ਉਹ ਨੌਕਰੀ ਰਹਿੰਦੀ। ਇਹਨਾਂ ਦੇ ਵਿੱਚੋਂ ਹਰਦੀਪ ਸਿੰਘ ਢਿੱਲੋਂ ਹੋਰੀ ਸ਼ਾਮਲ ਨੇ, ਜਸਵਿੰਦਰ ਸਿੰਘ ਹੋਰੀ ਜਿਹੜੇ ਵੀ ਸ਼ਾਮਲ ਨੇ। ਉਹਨਾਂ ਨੇ 31 ਅਗਸਤ ਨੂੰ ਰਿਟਾਇਰ ਜਿਹੜਾ ਜੀ ਉਹ ਹੋਣਾ। ਔਰ ਜਿਹੜੇ ਬਾਕੀ ਰਹਿ ਜਾਂਦੇ ਆ ਜੀ ਉਹਦੇ ਵਿੱਚ ਮੁਹੰਮਦ ਮੁਸਤਫਾ, ਦਿਨਕਰ ਗੁਪਤਾ ਤੇ ਚਟੋਪਾਧਿਆ ਹੋਰੀ ਜਿਹੜੇ ਨੇ ਜੀ, ਉਹਨਾਂ ਦਾ ਜਿਹੜਾ ਜੀ ਉਹ ਸਰਕਾਰ ਦੇ ਨਾਲ ਬਹੁਤਾ ਚੰਗਾ ਨਹੀਂ ਹੈਗਾ ਜੀ ਰਿਲੇਸ਼ਨ। ਉਹਦਾ ਰੀਜ਼ਨ ਇਹ ਆ ਕਿ ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਇੱਕ SIT ਬਣਾਤੀ, ਉਹਦਾ ਜਿਹੜਾ ਚੀਫ ਸੀਗਾ ਜੀ ਉਹ ਚਟੋਪਾਧਿਆ ਸਾਹਿਬ ਨੂੰ ਲਾਇਆ, ਤੇ ਉਹਨਾਂ ਨੇ ਜਿਹੜੀ ਰਿਪੋਰਟ ਦਿੱਤੀ ਡਰੱਗ ਵਾਲੇ ਮਾਮਲੇ ਦੇ ਵਿੱਚ, ਉਹਨੇ ਸਰਕਾਰ ਨੂੰ ਅਜੇ ਵੀ ਮੁਸੀਬਤ ਦੇ ਵਿੱਚ ਪਾਇਆ ਹੋਇਆ, ਕਿਉਂਕਿ ਉਹਦੇ ਵਿੱਚ ਵੱਡੇ ਅਫਸਰਾਂ ਦੇ ਨਾਮ ਜਿਹੜੇ ਜੀ ਉਹ ਆ ਗਏ। ਇਸ ਮਾਮਲੇ ਨੂੰ ਲੈ ਕੇ ਚਟੋਪਾਧਿਆ ਸਾਹਿਬ ਜਿਹੜੇ ਨੇ ਜੀ ਉਹ ਖੁੱਡੇ ਲਾਈਨ ਲਾਏ ਹੋਏ ਆ, ਪਰ ਸੀਨੀਅਰਿਟੀ ਦੇ ਹਿਸਾਬ ਦੇ ਨਾਲ ਉਹਨਾਂ ਦਾ ਨਾਮ ਪੈਨਲ ਦੇ ਵਿੱਚ ਭੇਜਣਾ ਹੀ ਪੈਣਾ ਸੀਗਾ ਸਰਕਾਰ ਨੂੰ। ਸਰਕਾਰ ਨੇ ਉਹਨਾਂ ਦਾ ਨਾਮ ਜਿਹੜਾ ਜੀ ਪੈਨਲ ਦੇ ਵਿੱਚ ਭੇਜਿਆ ਹੋਇਆ। ਮੁਹੰਮਦ ਮੁਸਤਫਾ ਕਿਉਂਕਿ STF ਦੇ ਮੁਖੀ ਜਿਹੜੇ ਜੀ ਉਹ ਲੱਗੇ ਹੋਏ ਨੇ, ਜਿਹੜਾ ਗੁਣਾ ਆ ਉਹ ਦਿਨਕਰ ਗੁਪਤਾ ਹੋਰਾਂ ਦੇ ਉੱਤੇ ਪੈ ਸਕਦਾ ਆ। ਉਹਦਾ ਇੱਕ ਕਾਰਨ ਜਿਹੜਾ ਜੀ ਇਹ ਦੱਸਿਆ ਜਾ ਰਿਹਾ ਕਿ ਜਿਹੜੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਨੇ ਅਜੀਤ ਡੋਵਾਲ, ਉਹਦੇ ਉਹ ਨਜ਼ਦੀਕੀ ਮੰਨੇ ਜਾਂਦੇ ਆ। ਪਰ ਕਿਉਂਕਿ UPSC ਦੇ ਉੱਤੇ ਜਿਹੜਾ ਜੀ ਕੇਂਦਰ ਦੀ ਸਰਕਾਰ ਦਾ ਪ੍ਰਭਾਵ ਜਿਹੜਾ ਜੀ ਉਹ ਰਹੂਗਾ। ਇਹ ਵੀ ਜਿਹੜੀਆਂ ਦੀ ਖਬਰਾਂ ਚੱਲਦੀਆਂ ਸੀਗੀਆਂ ਕਿ ਅਜੀਤ ਡੋਵਾਲ ਹੋਰਾਂ ਦੇ ਜਿਹੜੇ ਸੁਰੇਸ਼ ਅਰੋੜਾ ਹੋਰੀ ਨੇੜੇ ਨੇ, ਜਿਹਦੇ ਕਰਕੇ ਉਹ ਏਡੀ ਲੰਬੀ ਐਕਸਟੈਂਸ਼ਨ ਜਿਹੜੀ ਸੀ ਉਹ ਆਪਣੀ ਨੌਕਰੀ ਦੀ ਜਿਹੜਾ ਜੀ ਉਹ ਲੈ ਆਏ। ਸੋ ਇਹ ਜਿਹੜਾ ਜੀ ਇਸ ਪੱਖੋਂ ਵੇਖਣ ਵਾਲਾ ਹੋਊਗਾ ਕਿ ਇਹ ਕਿਹਨੂੰ ਜਿਹੜੀ ਹੈ ਜੀ ਇਹ ਗੱਦੀ ਮਿਲਦੀ ਆ ਪੁਲਿਸ ਦੇ ਮੁਖੀ ਦੀ। ਜੇ ਸਾਰਾ ਕੁਝ ਠੀਕ ਠਾਕ ਰਿਹਾ, ਜਿਵੇਂ ਇਹ ਪੈਨਲ ਜਿਹੜਾ ਜੀ ਉਹ ਚਲੇ ਗਿਆ ਹੈ, ਤਾਂ ਫਰਵਰੀ ਮਹੀਨੇ ਦੇ ਵਿੱਚ ਪੰਜਾਬ ਪੁਲਿਸ ਦਾ ਨਵਾਂ ਮੁਖੀ ਆ ਸਕਦਾ। ਪਰ ਮੈਂ ਜਿਵੇਂ ਸਟਾਰਟ ਕੀਤੀ ਸੀ ਕਿ ਇਸ ਮਾਮਲੇ ਦੇ ਉੱਤੇ ਸ਼ਸ਼ੋਪੰਜ ਤੇ ਭੰਬਲ ਭੂਸੇ ਵਾਲੀ ਜਿਹੜੀ ਸਥਿਤੀ ਹੈ ਜੀ ਉਹ ਨਿਰੰਤਰ ਬਣੀ ਹੋਈ ਹੈ ਕਿ ਅੰਦਰ ਖਾਤੇ ਚੱਲ ਕੀ ਰਿਹਾ। ਜੀ ਬਸ ਉਹੀ ਨਹੀਂ ਪਤਾ ਲੱਗਦਾ ਨਾ। ਅੱਗੇ ਗੱਲ ਕਰਦੇ ਹਾਂ ਸਰਕਾਰੀ ਹਸਪਤਾਲਾਂ ਦੀ। ਤੁਸੀਂ ਕੱਲ੍ਹ ਵੀ ਇਸ ਨੂੰ ਕਵਰ ਕੀਤਾ ਸੀ ਕਿ ਪ੍ਰਾਈਵੇਟ ਹੱਥਾਂ ਦੇ ਵਿੱਚ ਦੇਣ ਦੀਆਂ ਤਿਆਰੀਆਂ ਸੀ, ਪਰ ਸਰਕਾਰ ਇਸ ਤੇ ਘਿਰ ਗਈ ਆ ਤੇ ਯੂ ਟਰਨ ਵੀ ਮਾਰ ਸਕਦੇ ਆ। ਬਿਲਕੁਲ ਜੀ, ਐਕਚੁਅਲੀ ਸਰਕਾਰ ਨੇ ਇਸ਼ਤਿਹਾਰ ਤਾਂ ਦੇ ਦਿੱਤਾ। ਮੈਂ ਕੱਲ੍ਹ ਉਹਦੀ ਡਿਟੇਲ ਸਾਂਝੀ ਕੀਤੀ ਸੀ ਕਿ ਕਿਵੇਂ ਉਹ ਇਸ਼ਤਿਹਾਰ ਹੈ, ਉਹਦੇ ਵਿੱਚ ਕਿਹੜੀਆਂ ਗੱਲਾਂ ਜਿਹੜੀਆਂ ਜੀ ਆਖੀਆਂ ਗਈਆਂ ਨੇ। ਹੁਣ ਜਦੋਂ ਇਹਦਾ ਜਿਹੜਾ ਜੀ ਵਿਰੋਧ ਹੋਣਾ ਸ਼ੁਰੂ ਹੋ ਗਿਆ ਚੁਫੇਰਿਓਂ, ਖਾਸ ਤੌਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ, ਤਾਂ ਬਹੁਤ ਜ਼ਿਆਦਾ ਜਿਹੜਾ ਜੀ ਉਹ ਵਿਰੋਧ ਇਹਦਾ ਹੋ ਰਿਹਾ। ਜਿਹੜੇ ਸਰਕਾਰੀ ਡਾਕਟਰ ਨੇ ਜੀ ਉਹ ਵੀ ਇਹਦੇ ਵਿਰੋਧ ਦੇ ਵਿੱਚ ਜਿਹੜਾ ਜੀ ਉਹ ਆ ਗਏ, ਔਰ ਉਹਨਾਂ ਨੇ ਜਿਹੜਾ ਜੀ ਇਹ ਕਿਹਾ ਕਿ ਅਸੀਂ ਇਹਦੇ ਸੰਬੰਧੀ ਇੱਕ ਮੁਹਿੰਮ ਜਿਹੜੀ ਹੈ ਜੀ ਉਹ ਚਲਾਵਾਂਗੇ। ਹੁਣ ਜਿਹੜੇ ਪੰਜਾਬ ਦੇ ਸਿਹਤ ਮੰਤਰੀ ਨੇ, ਜਿਹੜਾ ਮੰਤਰਾਲਾ ਤਾਂ ਤਕਰੀਬਨ ਤੁਸੀਂ ਕਹਿ ਲਓ ਕਿ ਜਿਹੜਾ ਸਿਸਟਮ ਤਾਂ ਬਿਮਾਰ ਹੈ, ਪਰ ਉਹਦੇ ਉਹ ਸਿਹਤ ਮੰਤਰੀ ਨੇ, ਉਹਨਾਂ ਨੇ ਜਿਹੜਾ ਜੀ ਇਹਦੇ ਉੱਤੇ ਯੂ ਟਰਨ ਮਾਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਆ। ਪੰਜਾਬ ਦੇ ਸਿਹਤ ਮੰਤਰੀ ਬ੍ਰਹਮਿੰਦਰਾ ਜਿਹੜੇ ਜੀ ਉਹ ਇਹ ਗੱਲ ਕਹਿੰਦੇ ਆ ਕਿ ਇੱਦਾਂ ਦੀ ਕੋਈ ਪੇਸ਼ ਕਦਮੀ ਨਹੀਂ ਕੀਤੀ ਜਾ ਰਹੀ ਕਿ ਪੰਜਾਬ ਦੇ ਪਿੰਡਾਂ ਦੀਆਂ ਜਿਹੜੀਆਂ ਸਿਹਤ ਸੰਸਥਾਵਾਂ ਨੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜਾ ਜੀ ਉਹ ਦੇ ਦਿੱਤਾ ਜਾਵੇ। ਪਰ ਉਹ ਇਸ਼ਤਿਹਾਰ ਜਿਹੜਾ ਦਿੱਤਾ ਜੀ ਉਹ ਫਿਰ ਕਾਹਦੇ ਲਈ ਦਿੱਤਾ? ਕਿ ਸਰਕਾਰ ਕੋਲੇ ਇੰਨੇ ਪੈਸੇ ਵਾਧੂ ਆ ਵੀ ਉਹ ਸਮਝਦੀ ਆ ਕਿ ਚਲੋ ਅਖਬਾਰਾਂ ਨੂੰ ਇਸ਼ਤਿਹਾਰ ਹੀ ਦੇ ਦਿਓ ਇਹੋ ਜਿਹੇ। ਜੋ ਕੁਝ ਉਸ ਇਸ਼ਤਿਹਾਰ ਦੇ ਵਿੱਚ ਜਿਹੜਾ ਜੀ ਉਹ ਲਿਖਿਆ ਹੋਇਆ ਮੇਰੇ ਫੇਸਬੁੱਕ ਪੇਜ ਦੇ ਉੱਤੇ ਵੀ ਪਿਆ ਜੀ, ਉਹਦੇ ਵਿੱਚ ਸਾਰੀਆਂ ਟਰਮਸ ਕੰਡੀਸ਼ਨ ਜਿਹੜੀਆਂ ਜੀ ਉਹ ਲਿਖੀਆਂ ਹੋਈਆਂ ਕਿ ਜਿਹੜੇ ਇਹਨੂੰ ਲੈਣ ਦੇ ਇੱਛਕ ਨੇ ਉਹ ਸਾਹਮਣੇ ਜਿਹੜਾ ਦੀ ਆਉਣ। ਤੇ ਜਿਹੜੇ ਸਿਹਤ ਮੰਤਰੀ ਨੇ ਉਹ ਇਹ ਗੱਲ ਕਹਿੰਦੇ ਆ ਕਿ ਅਸੀਂ ਤਾਂ ਅਰਬਨ ਕਮਿਊਨਿਟੀ ਸਿਹਤ ਕੇਂਦਰ ਜਿਹੜੇ ਨੇ ਉਹਨਾਂ ਨੂੰ
ਸਰਕਾਰੀ ਪ੍ਰਾਈਵੇਟ ਢਿਆਲੀ ਦੇ ਉੱਤੇ ਚਲਾਉਣ ਦੇ ਵਾਸਤੇ ਬੋਲੀਆਂ ਜਿਹੜੀਆਂ ਜੀ ਉਹ ਮੰਗੀਆਂ ਗਈਆਂ ਸੀਗੀਆਂ। ਹੁਣ ਉਹ ਗੱਲ ਕਹਿੰਦੇ ਆ ਕਿ ਉਹਨਾਂ ਦਾ ਮਨਸ਼ਾ ਜਨਤਕ ਸਿਹਤ ਸੰਭਾਲ ਪ੍ਰਣਾਲੀ ਜਿਹੜੀ ਆ ਜੀ ਉਹਨੂੰ ਮਜ਼ਬੂਤ ਬਣਾਉਣ ਦੇ ਵੱਲ ਜਿਹੜਾ ਜੀ ਉਹ ਕਦਮ ਸੀਗਾ। ਸਵਾਲ ਇਹ ਆ ਕਿ ਜਦੋਂ ਤੁਸੀਂ ਮਣਾਮੋਹੀ ਟੈਕਸ ਜਿਹੜਾ ਜੀ ਉਹ ਉਗਰਾ ਰਹੇ ਹੋ ਲੋਕਾਂ ਤੋਂ, ਇੱਥੇ ਟੈਕਸਾਂ ਦੇ ਨਾਲ ਪੰਜਾਬ ਦੇ ਲੋਕ ਲੱਦੇ ਪਏ ਆ, ਬੋਲਦਾ ਕੋਈ ਨਹੀਂ ਗਾ। ਹਰ ਚੀਜ਼ ਦੇ ਉੱਤੇ ਗਊ ਸੈਸ ਲਾਇਆ ਪਿਆ। ਸਾਰੇ ਮੁਲਕ ਦੇ ਵਿੱਚੋਂ ਸਭ ਤੋਂ ਮਹਿੰਗੀ ਬਿਜਲੀ ਜਿਹੜੀ ਜੀ ਉਹ ਪੰਜਾਬ ਦੇ ਵਿੱਚ ਆ। ਹਰ ਪਾਸੇ ਤੋਂ ਘਿਰੇ ਪਏ ਜਿਹੜੇ ਲੋਕ ਨੇ ਉਹਨਾਂ ਦੀਆਂ ਤੁਸੀਂ ਇਹ ਵੀ ਲੋੜਾਂ ਜਿਹੜੀਆਂ ਮੁੱਢਲੀਆਂ ਲੋੜਾਂ ਨੇ ਉਹ ਵੀ ਪੂਰੀਆਂ ਨਹੀਂ ਕਰ ਸਕਦੇ। ਜਿਹੜੇ ਸਰਕਾਰੀ ਸਕੂਲ ਨੇ ਉਹ ਨਹੀਂ ਚੱਲ ਰਹੇ। ਟੀਚਰਸ ਨੂੰ ਧੱਕੇ ਮਾਰ ਕੇ ਉੱਥੋਂ ਜਿਹੜਾ ਜੀ ਉਹ ਕੱਢਿਆ ਜਾ ਰਿਹਾ। ਸਰਕਾਰੀ ਟਰਾਂਸਪੋਰਟ ਦਾ ਕੀ ਹਾਲ ਹੈ ਜੀ ਕਿ ਬੱਸਾਂ ਜਿਹੜੀਆਂ ਉਹ ਲੈ ਕੇ ਵੋਲਵੋ ਖੜੀਆਂ ਕਰ ਲਈਆਂ। ਇੱਕ ਪਰਿਵਾਰ ਨੂੰ ਜਿਹੜਾ ਜੀ ਉਹ ਫਾਇਦਾ ਪਹੁੰਚਾਉਣ ਦੇ ਵਜ੍ਹਾ ਕਰਕੇ ਉਹਦਾ ਅੱਗੋਂ ਕੁਝ ਕੀਤਾ ਹੀ ਨਹੀਂ ਗਿਆ ਕਿ ਏਅਰਪੋਰਟ ਤੋਂ ਜਿਹੜਾ ਕਮਾਊ ਇੱਕ ਸੀਗਾ ਜੀ ਜ਼ਰੀਆ ਉਹਨੂੰ ਤੋੜਿਆ ਜਾਂਦਾ। ਸਰਕਾਰੀ ਹਸਪਤਾਲ ਨੇ ਉਹਨਾਂ ਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜੀ ਜੀ ਉਹ ਦੇਣ ਦੀ ਤਿਆਰੀ ਜਿਹੜੀ ਜੀ ਉਹ ਕਰ ਲਈ। ਜਦੋਂ ਇਹ ਮੇਨ ਮਹਿਕਮੇ ਜਿਹੜੇ ਨੇ ਚੱਲ ਹੀ ਨਹੀਂ ਰਹੇ, ਜੇ ਸਾਰੇ ਪ੍ਰਾਈਵੇਟ ਹੀ ਕਰ ਰਹੇ ਆ, ਫਿਰ ਸਰਕਾਰ ਹੀ ਜਿਹੜੀ ਜੀ ਉਹ ਪ੍ਰਾਈਵੇਟ ਕਰਤੀ ਜਾਵੇ ਤਾਂ ਮੇਰਾ ਖਿਆਲ ਹੋ ਸਕਦਾ ਕਿ ਉਹ ਬਿਹਤਰ ਤਰੀਕੇ ਨਾਲ ਹੀ ਚਲਾ ਲੇ ਜੀ। ਤੇ ਅੱਗੇ ਆਪਾਂ ਕਰਤਾਰਪੁਰ ਲਾਂਘੇ ਦੀ ਜੇ ਗੱਲ ਕਰੀਏ ਤਾਂ ਉੱਥੇ ਜ਼ਮੀਨ ਅਕਵਾਇਰ ਕਰਨ ਦੇ ਲਈ ਨੋਟੀਫਿਕੇਸ਼ਨ ਵੀ ਜਾਰੀ ਹੋਏ ਆ ਤੇ ਉਸੇ ਦੇ ਨਾਲ ਨਾਲ ਚਾਨਣ ਪਾਇਓ ਕਿ ਨਵਜੋਤ ਸਿੱਧੂ ਨੇ ਵੀ ਸ਼ਲਾਘਾਯੋਗ ਕੰਮ ਕੀਤਾ ਹੈ, ਦੋਹਾਂ ਸਰਕਾਰਾਂ ਨੂੰ ਚਿੱਠੀ ਲਿਖੀ। ਬਿਲਕੁਲ ਜੀ, ਇਹ ਐਕਚੁਅਲੀ ਨੋਟੀਫਿਕੇਸ਼ਨ ਜਿਹੜਾ ਜਾਰੀ ਹੋਇਆ ਇਹ ਜ਼ਮੀਨ ਅਕਵਾਇਰ ਕਰਨ ਦੇ ਵਾਸਤੇ ਹੋਇਆ ਜੀ। ਨੋਟੀਫਿਕੇਸ਼ਨ ਦੇ ਮੁਤਾਬਕ 4.5 ਕਿਲੋਮੀਟਰ ਲੰਬੇ ਲਾਂਘੇ ਲਈ ਪਿੰਡ ਚੰਦੂ ਨੰਗਲ, ਜੌੜੀਆਂ ਖੁਰਦ, ਪੱਖੋ ਕੇ ਟਾਹਲੀ ਸਾਹਿਬ ਤੇ ਡੇਰਾ ਬਾਬਾ ਨਾਨਕ ਦੀ ਜ਼ਮੀਨ ਅਕਵਾਇਰ ਕੀਤੀ ਜਾਊਗੀ ਜੀ। ਔਰ ਇਹ ਨੋਟੀਫਿਕੇਸ਼ਨ ਦੇ ਵਿੱਚ ਡੇਰਾ ਬਾਬਾ ਨਾਨਕ ਦੇ SDM ਨੂੰ ਇਹ ਜ਼ਮੀਨ ਅਕਵਾਇਰ ਕਰਨ ਦੇ ਅਮਲ ਲਈ ਅਧਿਕਾਰਤ ਜਿਹੜਾ ਜੀ ਉਹ ਕੀਤਾ ਗਿਆ ਜੀ। ਫਾਈਲ ਜਿਹੜੀ ਉਹਦੇ ਤੱਕ ਪਹੁੰਚਾ ਦਿੱਤੀ ਗਈ ਆ। ਇਹਦੇ ਵਿੱਚ ਇਸ ਪ੍ਰੋਜੈਕਟ ਲਈ ਜ਼ਮੀਨ ਅਕਵਾਇਰ ਕਰਨ ਦੇ ਡਿਟੇਲ ਜਿਹੜੀ ਆ ਉਹ ਦੱਸੀ ਗਈ ਆ। ਅਧਿਕਾਰੀਆਂ ਦੇ ਮੁਤਾਬਕ ਜ਼ਮੀਨ ਜਿਹੜੀ ਅਕਵਾਇਰ ਕਰਨ ਦਾ ਕੰਮ ਅਜੇ ਸ਼ੁਰੂ ਹੋਣਾ। ਜ਼ਮੀਨ ਮਾਲਕਾਂ ਤੋਂ ਇਤਰਾਜ਼ ਮੰਗਣ ਲਈ 21 ਦਿਨ ਲੱਗਣਗੇ। ਲਾਂਘਾ ਡੇਰਾ ਬਾਬਾ ਨਾਨਕ ਕਲਾਨੌਰ ਸੜਕ ਦੇ ਨੇੜੇ ਪਿੰਡ ਮਾਨ ਤੋਂ ਸ਼ੁਰੂ ਹੋਊਗਾ, ਫਿਰ ਮੌਜੂਦਾ ਡੇਰਾ ਬਾਬਾ ਨਾਨਕ ਸੜਕ ਦੇ ਵਿੱਚ ਮਿਲ ਕੇ ਕੌਮਾਂਤਰੀ ਸਰਹੱਦ ਦੇ ਵੱਲ ਜਾਊਗਾ, ਜਿੱਥੇ ਸ਼ਰਧਾਲੂ ਦੂਰਬੀਨ ਦੇ ਰਾਹੀਂ ਕਰਤਾਰਪੁਰ ਸਾਹਿਬ ਦੇ ਦਰਸ਼ਨ ਜਿਹੜੇ ਆ ਜੀ ਉਹ ਕਰਦੇ ਆ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਜਿਹੜੀ ਚਿੱਠੀ ਲਿਖੀ ਹੈ ਜੀ ਉਹ ਧਿਆਨ ਜਿਹੜਾ ਉਹ ਮੰਗਦੀ ਹੈ ਉਹ ਮੰਗ ਬੜੀ ਜਾਇਜ਼ ਹੈ ਜੀ। ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਚਿੱਠੀ ਲਿਖੀ ਆ, ਇੱਕ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੂੰ ਚਿੱਠੀ ਲਿਖੀ ਆ। ਦੋਨਾਂ ਪ੍ਰਧਾਨ ਮੰਤਰੀਆਂ ਨੂੰ ਇਹ ਗੱਲ ਆਖੀ ਗਈ ਆ ਕਿ ਜਿਹੜਾ ਭਾਰਤ ਵਾਲੀ ਸਾਈਡ ਦੇ ਉੱਤੇ ਇਹ ਕਿਹਾ ਗਿਆ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਕਿ ਡੇਰਾ ਬਾਬਾ ਨਾਨਕ ਦੇ ਵਿੱਚ ਜਿਹੜੀ ਪੁਰਾਤਨ ਬਿਲਡਿੰਗ ਹੈ ਉਹਨੂੰ ਜਿਉਂ ਦਾ ਤਿਉਂ ਕਾਇਮ ਰੱਖਿਆ ਜਾਵੇ, ਇਹਨੂੰ ਢਾਹ ਕੇ ਨਾ ਬਣਾਇਆ ਜਾਵੇ। ਦੂਜੀ ਜਿਹੜੀ ਜੀ ਕਰਤਾਰਪੁਰ ਦੇ ਵਿੱਚ ਜਿਹੜੀ ਜਗ੍ਹਾ ਹੈ, ਜਿਹੜਾ ਗੁਰਦੁਆਰਾ ਹੈ, ਉਹਨੂੰ ਜਿਉਂ ਦਾ ਤਿਉਂ ਰੱਖਣ ਦੇ ਵਾਸਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਗਈ ਆ। ਨਵਜੋਤ ਸਿੰਘ ਸਿੱਧੂ ਹੋਰਾਂ ਨੇ ਇਹ ਵੀ ਇਹਦੇ ਵਿੱਚ ਜਿਹੜੀ ਦੀ ਗੱਲ ਆਖੀ ਆ ਕਿ ਇਹ ਦੋ ਜਿਹੜੀਆਂ ਇਤਿਹਾਸਕ ਬਿਲਡਿੰਗਾਂ ਨੇ ਦੋਵਾਂ ਮੁਲਕਾਂ ਦੇ ਸਾਈਡ ਦੇ ਉੱਤੇ, ਇਹਨਾਂ ਦੇ ਨੇੜੇ ਸੀਮੈਂਟ ਦੇ ਜੰਗਲ ਨਾ ਉਸਾਰੇ ਜਾਣ। ਉਹਨਾਂ ਨੇ ਇਹ ਕਿਹਾ ਕਿ ਜੇ ਜਿਹੜਾ ਇੱਥੇ ਕਿਉਂਕਿ ਬਹੁਤ ਲੋਕ ਆਉਣੇ ਆ, ਉਹਨਾਂ ਨੂੰ ਅਟਰੈਕਟ ਕਰਨ ਦੇ ਵਾਸਤੇ ਮਾਰਕੀਟ ਹੋ ਗਈ, ਹੋਟਲ ਹੋ ਗਏ ਜਿਹੜੇ ਬਣਨੇ ਆ, ਉਹ ਇਹਨਾਂ ਬਿਲਡਿੰਗਾਂ ਤੋਂ ਦੂਰ ਬਣਾਏ ਜਾਣ ਤਾਂ ਕਿ ਇਹਨਾਂ ਦੀ ਪੁਰਾਤਨ ਜਿਹੜੀ ਦਿੱਖ ਹੈ ਉਹ ਕਾਇਮ ਰਹਿ ਸਕੇ। ਆਈ ਥਿੰਕ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵੱਲੋਂ ਉਠਾਏ ਗਏ ਇਸ ਪੁਆਇੰਟ ਦਾ ਸਮਰਥਨ ਕਰਨਾ ਬਣਦਾ ਜੀ। ਸਮੁੱਚੇ ਭਾਈਚਾਰੇ ਨੂੰ ਇਹ ਸਮਰਥਨ ਜਿਹੜਾ ਕਰਨਾ ਬਣਦਾ। ਉਹਦਾ ਕਾਰਨ ਇਹ ਆ ਕਿ ਅਸੀਂ ਇੱਥੇ ਜਿਹੜੀਆਂ ਪੁਰਾਤਨ ਬਿਲਡਿੰਗਾਂ ਸਾਡੀਆਂ ਜਿਹੜੀਆਂ ਸਿੱਖ ਇਤਿਹਾਸ ਦੇ ਨਾਲ ਸੰਬੰਧਿਤ ਸੀ ਉਹ ਹੌਲੀ ਹੌਲੀ ਇੱਕ ਇੱਕ ਕਰਕੇ ਗਵਾ ਲਈਆਂ। ਕਾਰ ਸੇਵਾ ਦੇ ਨਾਮ ਦੇ ਥੱਲੇ ਜੋ ਸੰਗਮਰਮਰ ਲਿਆ ਕੇ ਇੱਥੇ ਜਿਹੜਾ ਜੀ ਉਹ ਥੱਪ ਦਿੱਤਾ ਗਿਆ, ਉਹਨੇ ਇਹਨਾਂ ਬਿਲਡਿੰਗਾਂ ਦੀ ਪੁਰਾਤਨ ਜਿਹੜੀ ਦਿੱਖ ਸੀ ਉਹ ਖਤਮ ਕਰਤੀ, ਢਹਿ ਢੇਰੀ ਕਰ ਦਿੱਤੀ ਜੀ। ਇੱਕ ਦੂਸਰੀ ਗੱਲ ਇਹਨਾਂ ਦਿਨਾਂ ਵਿੱਚ, ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਮੈਂ ਜ਼ਰੂਰ ਚਾਹੂੰਗਾ ਜੀ ਕਿ ਪੰਜਾਬੀ ਰੇਡੀਓ USA ਇਹਦੇ ਉੱਤੇ ਤੁਸੀਂ ਕਿਸੇ ਦਿਨ ਜਿਹੜਾ ਜੀ ਜੇ ਲੰਮਾ ਇੱਕ ਸ਼ੋਅ ਕਰ ਸਕੋ, ਟਾਕ ਸ਼ੋਅ ਲੋਕਾਂ ਦਾ। ਇੱਥੇ ਹਵੇਲੀ ਹੈ ਜੀ ਇੱਕ ਜਿਹੜੀ ਫਤਿਹਗੜ੍ਹ ਸਾਹਿਬ ਦੇ ਵਿੱਚ ਜਿਹੜੀ ਪੈਂਦੀ ਹੈ, ਦੀਵਾਨ ਟੋਡਰ ਮੱਲ ਦੀ। ਐਕਚੁਅਲੀ ਉਹਨਾਂ ਨੂੰ ਤੁਸੀਂ ਕਹਿ ਸਕਦੇ ਹੋ ਕਿ ਵਿਸ਼ਵ ਦੇ ਵਿੱਚ ਵੱਡੇ ਦਾਨੀ, ਕਿਉਂਕਿ ਦਾਨ ਕਿਸ ਚੀਜ਼ ਦੇ ਵਾਸਤੇ ਕੀਤਾ ਗਿਆ। ਜਿਹੜੇ ਸਾਹਿਬਜ਼ਾਦੇ ਜਦੋਂ ਸ਼ਹੀਦ ਕੀਤੇ ਗਏ ਤਾਂ ਮੋਹਰਾਂ ਜਿਹੜੀਆਂ ਵਿਛਾ ਕੇ, ਜਿਨ੍ਹਾਂ ਨੇ ਉਨੀ ਧਰਤੀ ਔਰ ਸਭ ਤੋਂ ਮਹਿੰਗੀ ਧਰਤੀ ਕਹੀ ਜਾਂਦੀ ਕਿ ਉਦੋਂ ਉਹ ਮੁੱਲ ਤਾਂ ਉਹਦਾ ਕੋਈ ਹੈ ਹੀ ਨਹੀਂ, ਉਹਨਾਂ ਦੀ ਜਿਹੜੀ ਹਵੇਲੀ ਆ ਉਹ ਇਸ ਵੇਲੇ ਮਿੱਟੀ ਦੇ ਵਿੱਚ ਮਿਲ ਰਹੀ ਹੈ ਜੀ। ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬੋਰਡ ਜਿਹੜਾ ਉਹ ਚਿਪਕਾਇਆ ਹੋਇਆ
ਕਿ ਇਹਦੀ ਪੁਰਾਤਨ ਦਿੱਖ ਕਾਇਮ ਕਰਨ ਦੇ ਵਾਸਤੇ ਪ੍ਰੋਜੈਕਟ ਚੱਲ ਰਿਹਾ। ਪ੍ਰੋਜੈਕਟ ਕਿੱਥੇ ਚੱਲ ਰਿਹਾ ਇਹ ਕਿਸੇ ਨੂੰ ਕੁਛ ਨਹੀਂ ਪਤਾ ਜੀ। ਬੜੀ ਤੇਜ਼ੀ ਦੇ ਨਾਲ ਇਸ ਜਿਹੜੀ ਹਵੇਲੀ ਹੈ ਜੀ ਇਹ ਖਾਤਮੇ ਵੱਲ ਨੂੰ ਜਾ ਰਹੀ ਹੈ। ਜਿਹੜਾ ਸਮੁੱਚਾ ਵਿਸ਼ਵ ਦੇ ਵਿੱਚ ਬੈਠਾ ਭਾਈਚਾਰਾ, ਕਿਉਂਕਿ ਪੰਜਾਬੀ ਰੇਡੀਓ USA ਨੂੰ ਸਿਰਫ USA ਦੇ ਵਿੱਚ ਨਹੀਂ ਦੁਨੀਆ ਭਰ ਦੇ ਵਿੱਚ ਵੱਖੋ ਵੱਖਰੇ ਸਾਧਨਾਂ ਰਾਹੀਂ ਸੁਣਿਆ ਜਾਂਦਾ ਜੀ। ਇੱਕ ਸੁਨੇਹਾ ਉਹਨਾਂ ਤੱਕ ਕਿ ਰਲ ਮਿਲ ਕੇ ਕਿਸੇ ਤਰੀਕੇ ਦੇ ਨਾਲ ਇੱਕ ਉਸ ਮਹਾਨ ਆਤਮਾ ਦੀ ਜਿਹੜੀ ਇਹ ਇੱਕ ਯਾਦ ਹੈ ਉਹਨੂੰ ਬਚਾਇਆ ਜਾਵੇ। ਵੈਸੇ ਤਾਂ ਮੈਂ ਕੋਸ਼ਿਸ਼ ਕੀਤੀ ਹੈ ਜੀ ਕਿ ਸਿੱਧੂ ਸਾਹਿਬ ਤੱਕ ਇਹ ਮੈਸੇਜ ਪਹੁੰਚੇ, ਉਮੀਦ ਹੈ ਪਹੁੰਚ ਜੂਗਾ, ਲਿਖਿਆ ਵੀ ਹੈ ਜੀ ਸ਼ਾਮ ਤੱਕ, ਕਿ ਜੇ ਉਹ ਕੁਛ ਕਰ ਸਕਦੇ ਆ, ਕਿਉਂਕਿ ਉਹਨਾਂ ਦੇ ਇਹ ਯਤਨ ਬਹੁਤ ਵਧੀਆ ਹੈ ਜੀ। ਜਿਹੜੀ ਚੀਜ਼ ਚੰਗੀ ਆ ਉਹਦੀ ਤਾਰੀਫ ਜ਼ਰੂਰ ਹੋਣੀ ਚਾਹੀਦੀ ਆ। ਉਹ ਕਿਸੇ ਤਰੀਕੇ ਦੇ ਨਾਲ, ਕਿਉਂਕਿ ਉਹਨਾਂ ਦੇ ਇਹ ਆਉਂਦਾ ਅਧਿਕਾਰ ਖੇਤਰ ਦੇ ਵਿੱਚ ਜਿਹੜਾ ਜੀ ਉਹਨਾਂ ਕੋਲ ਇਹ ਮਹਿਕਮਾ ਹੈ ਕਿ ਜਿਹੜੀ ਦੀਵਾਨ ਟੋਡਰਮਲ ਦੀ ਹਵੇਲੀ ਜਿਹੜੀ ਹੈ ਜੀ ਸਰਕਾਰ ਇਸ ਪ੍ਰੋਜੈਕਟ ਨੂੰ ਆਪਣੇ ਹੱਥਾਂ ਦੇ ਵਿੱਚ ਲਏ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਆਸ ਨਹੀਂ ਆ, ਆਸ ਇਸ ਕਰਕੇ ਨਹੀਂ ਆ ਕਿ ਉਹਨਾਂ ਨੇ ਬਹੁਤੀਆਂ ਜਿਹੜੀਆਂ ਪੁਰਾਣੀਆਂ ਬਿਲਡਿੰਗਾਂ ਸੀ ਇੱਕ ਸਾਜ਼ਿਸ਼ ਦੇ ਤਹਿਤ ਕਾਰ ਸੇਵਾ ਵਾਲਿਆਂ ਨੂੰ ਦੇ ਕੇ ਉਹ ਤਕਰੀਬਨ ਜਿਹੜੀਆਂ ਜੀ ਉਹ ਖਤਮ ਕਰਵਾਤੀਆਂ। ਵਿਸ਼ਵ ਭਰ ਦੇ ਵਿੱਚ ਬੈਠਾ ਭਾਈਚਾਰਾ ਮੂਹਰੇ ਆ ਸਕਦਾ ਜੀ ਇਸ ਹਵੇਲੀ ਨੂੰ ਬਚਾਉਣ ਦੇ ਵਾਸਤੇ। ਸਰਕਾਰ ਚਾਹੇ ਉਹਦੇ ਉੱਤੇ ਦੀਵਾਨੀ ਨਾ ਖਰਚੇ, ਪਰ ਕਿਉਂਕਿ ਹੋਣਾ ਉਹ ਜਿਹੜਾ ਜੀ ਇੱਕ ਸਿਸਟਮ ਦੇ ਰਾਹੀਂ ਆ ਜੀ। ਜੇ ਸਰਕਾਰ ਇਹਦੇ ਵਿੱਚ ਕੋਈ ਪਹਿਲ ਜਿਹੜੀ ਉਹ ਕਰਦੀ ਆ ਤਾਂ ਇਹ ਮਹਾਨ ਵਿਅਕਤੀ ਜਿਹੜੇ ਨੇ ਜੀ ਦੀਵਾਨ ਟੋਡਰਮਲ ਜੀ, ਉਹਨਾਂ ਦੀ ਇਹ ਯਾਦਗਾਰ ਨੂੰ ਬਚਾਇਆ ਜਾ ਸਕਦਾ। ਸਾਡੇ ਕੋਲੇ ਲੈ ਦੇ ਕੇ ਕੋਈ 2-4 ਹੀ ਇਹੋ ਜਿਹੀਆਂ ਥਾਵਾਂ ਜਿਹੜੀਆਂ ਜੀ ਉਹ ਰਹਿ ਗਈਆਂ ਨੇ ਆਉਂਦੀਆਂ ਨਸਲਾਂ ਨੂੰ ਵਿਖਾਉਣ ਦੇ ਵਾਸਤੇ। ਬਿਲਕੁਲ ਜੀ, ਬਾਕੀ ਤਾਂ ਸਭ ਪੱਥਰੇ ਲੱਗ ਚੁੱਕੇ ਆ। ਤੇ ਅੱਗੇ ਗੱਲ ਕਰਦੇ ਕੇਜਰੀਵਾਲ ਦੀ, ਪੰਜਾਬ ਵਿੱਚ ਆਏ ਸੀ, ਉਹਨਾਂ ਨੇ ਪੰਜਾਬ ਦੇ ਆਗੂਆਂ ਨੂੰ ਗੱਠਜੋੜ ਕਰਨ ਦੀ ਹਰੀ ਝੰਡੀ ਦਿੱਤੀ। ਦੇਖੋ ਬੇਸ਼ੱਕ ਜਿਹੜੀ ਬਰਨਾਲੇ ਰੈਲੀ ਹੋਈ ਸੀ ਉਹਦੇ ਵਿੱਚ ਉਹਨਾਂ ਨੇ ਇਹ ਗੱਲ ਆਖੀ ਸੀ ਕਿ ਆਮ ਆਦਮੀ ਪਾਰਟੀ ਜਿਹੜੀ ਆ ਜੀ ਉਹ ਆਪਣੇ ਬਲਬੂਤੇ ਦੇ ਉੱਤੇ ਚੋਣਾਂ ਲੜੂਗੀ, ਕਿਸੇ ਦੇ ਨਾਲ ਗੱਠਜੋੜ ਨਹੀਂ ਕਰੂਗੀ। ਪਰ ਉਸ ਤੋਂ ਬਾਅਦ ਜਿਹੜੀ ਕੋਰ ਕਮੇਟੀ ਦੀ ਮੀਟਿੰਗ ਆ ਉਹਦੇ ਵਿੱਚ ਇਹ ਕਿਹਾ ਗਿਆ ਜੀ ਕਿ ਹਰੀ ਝੰਡੀ ਦਿੱਤੀ ਗਈ ਆ ਪੰਜਾਬ ਦੀ ਲੀਡਰਸ਼ਿਪ ਨੂੰ ਕਿ ਜੇ ਉਹ ਹਮਖਿਆਲ ਪਾਰਟੀ ਦੇ ਨਾਲ ਕਿਸੇ ਨਾਲ ਚੋਣ ਗੱਠਜੋੜ ਕਰਨਾ ਚਾਹੁੰਦੀ ਆ ਤੇ ਉਹ ਆਜ਼ਾਦ ਨੇ ਅਜਿਹਾ ਫੈਸਲਾ ਲੈਣ ਦੇ ਵਾਸਤੇ। ਇਹ ਆਖਿਆ ਗਿਆ ਕਿ ਕਾਂਗਰਸ, BJP, ਅਕਾਲੀ ਦਲ, ਬਾਦਲ ਤੇ ਸੁਖਪਾਲ ਖਹਿਰਾ ਨੂੰ ਛੱਡ ਕੇ ਬਾਕੀ ਕਿਸੇ ਹੋਰ ਪਾਰਟੀ ਦੇ ਨਾਲ ਇਹ ਗੱਠਜੋੜ ਦੇ ਵਾਸਤੇ ਗੱਲਬਾਤ ਕੀਤੀ ਜਾ ਸਕਦੀ ਆ। ਇਹ ਕਿਹਾ ਜਾ ਰਿਹਾ ਜੀ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਉਹਦੇ ਵੱਲੋਂ ਬਹੁਜਨ ਸਮਾਜ ਪਾਰਟੀ ਦੇ ਨਾਲ ਇਸ ਗੱਠਜੋੜ ਦੇ ਵਾਸਤੇ ਅਪਰੋਚ ਜਿਹੜੀ ਹੈ ਜੀ ਉਹ ਕੀਤੀ ਗਈ ਆ। ਇਹ ਤੋਂ ਪਹਿਲਾਂ ਅਜਿਹੀ ਅਪਰੋਚ ਜਿਹੜੀ ਜੀ ਅਕਾਲੀ ਦਲ ਟਕਸਾਲੀ ਦੇ ਨਾਲ ਵੀ ਕੀਤੀ ਗਈ ਸੀ। ਅਕਾਲੀ ਦਲ ਟਕਸਾਲੀ ਦੇ ਨਾਲ ਲੱਗਦਾ ਨਹੀਂ ਕਿ ਅਜੇ ਕੋਈ ਗੱਲਬਾਤ ਜਿਹੜੀ ਹੈ ਜੀ ਉਹ ਸਿਰੇ ਚੜੀ ਆ। ਅੱਜ ਇਹ ਕਿਹਾ ਜਾ ਰਿਹਾ ਕਿ ਲੁਧਿਆਣੇ ਦੇ ਵਿੱਚ ਇੱਕ ਮੀਟਿੰਗ ਜਿਹੜੀ ਜੀ ਉਹ ਸੁਖਪਾਲ ਖਹਿਰਾ ਹੋਰਾਂ ਦੀ ਜਿਹੜੀ ਹੈ ਜੀ ਉਹ ਬੈਂਸ ਭਰਾਵਾਂ ਦੀ ਤੇ ਜਿਹੜੀ ਡਾਕਟਰ ਧਰਮਵੀਰ ਗਾਂਧੀ ਦੀ ਹੋ ਰਹੀ ਹੈ। ਇਹਦੇ ਤੋਂ ਬਾਅਦ ਪਤਾ ਲੱਗੂਗਾ ਜੀ ਕਿ ਉਹ ਕਿਸ ਪਾਸੇ ਵੱਲ ਨੂੰ ਜਾਂਦੀ, ਕਿਉਂਕਿ ਉੱਥੇ ਮੁਸ਼ਕਲ ਜਿਹੜੀ ਇੱਕ ਆਊਗੀ ਕਿ ਆਮ ਆਦਮੀ ਪਾਰਟੀ ਤੇ ਸੁਖਪਾਲ ਸਿੰਘ ਖਹਿਰਾ ਹੋਰੀ ਜੇ ਉਹਦਾ ਪਾਰਟ ਜਿਹੜਾ ਜੀ ਉਹ ਬਣਦੇ ਆ ਤੇ ਲੋਕਾਂ ਦੇ ਵਿੱਚ ਸ਼ਾਇਦ ਹੋ ਸਕਦਾ ਜੀ ਉਹ ਸਹੀ ਮੈਸੇਜ ਨਾ ਜਾਵੇ। ਤੇ ਬਹੁਜਨ ਸਮਾਜ ਪਾਰਟੀ ਦੇ ਨਾਲ ਕੀ ਇਹ ਗੱਠਜੋੜ ਹੋ ਸਕਦਾ ਹੈ, ਇਹ ਅਜੇ ਸਮੇਂ ਦੇ ਗਰਭ ਦੇ ਵਿੱਚ ਜਿਹੜਾ ਜੀ ਉਹ ਤੁਸੀਂ ਕਹਿ ਸਕਦੇ ਹੋ। ਇਹ ਕਿਹਾ ਜਾ ਰਿਹਾ ਹੈ ਕਿ ਜਿਹੜੀ ਕੋਰ ਕਮੇਟੀ ਆ ਪੰਜਾਬ ਦੀ ਉਹ ਆਉਂਦੇ ਦਿਨਾਂ ਦੇ ਦੌਰਾਨ ਇੱਕ ਮੀਟਿੰਗ ਜਿਹੜੀ ਉਹ ਕਰਕੇ ਇਸ ਮੀਟਿੰਗ ਦੇ ਵਿੱਚ ਪ੍ਰਧਾਨ ਦੇ ਵਜੋਂ ਮਤਾ ਪਾਸ ਕਰਕੇ ਹਾਈ ਕਮਾਂਡ ਨੂੰ ਜਿਹੜਾ ਜੀ ਉਹ ਭੇਜੂਗੀ ਔਰ ਹਾਈ ਕਮਾਂਡ ਉਹਦੇ ਉੱਤੇ ਮੋਹਰ ਜਿਹੜੀ ਆ ਜੀ ਉਹ ਲਾਊਗੀ। ਸੰਭਾਵੀ ਰੂਪ ਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਜਿਹੜੇ ਮੈਂਬਰ ਪਾਰਲੀਮੈਂਟ ਸੰਗਰੂਰ ਤੋਂ ਨੇ ਭਗਵੰਤ ਮਾਨ ਹੋਰੀ, ਉਹਨਾਂ ਨੂੰ ਦੁਬਾਰਾ ਪਾਰਟੀ ਦੀ ਪ੍ਰਧਾਨਗੀ ਜਿਹੜੀ ਆ ਉਹ ਦਿੱਤੀ ਜਾ ਸਕਦੀ ਆ, ਜਿਹਦੇ ਤੋਂ ਉਹਨਾਂ ਨੇ ਅਸਤੀਫਾ ਜਿਹੜਾ ਜੀ ਉਹ ਦਿੱਤਾ ਸੀ, ਜਿਹਨੂੰ ਮਨਜ਼ੂਰ ਅਜੇ ਤੱਕ ਨਹੀਂ ਸੀ ਕੀਤਾ ਗਿਆ। ਪੰਜਾਬ ਦੇ ਵਿੱਚ ਜਿਹੜੀਆਂ ਵੱਖ-ਵੱਖ ਪਾਰਟੀਆਂ ਨੇ ਉਹ ਇਹਨਾਂ ਦਿਨਾਂ ਦੇ ਵਿੱਚ ਪੂਰਾ ਜ਼ੋਰ ਜਿਹੜਾ ਜੀ ਉਹ ਲਾ ਰਹੀਆਂ ਨੇ ਗੱਠਜੋੜ ਦੇ ਨਾਂ ਦੇ ਉੱਤੇ ਔਰ ਉਹਨਾਂ ਦੇ ਵੱਲੋਂ ਕੋਸ਼ਿਸ਼ ਜਿਹੜੀ ਹੈ ਜੀ ਇਹ ਕੀਤੀ ਜਾ ਰਹੀ ਹੈ ਕਿ ਲੋਕ ਸਭਾ ਚੋਣਾਂ ਦੇ ਵਿੱਚ ਜਿਹੜੇ ਜੀ ਪਰਫਾਰਮੈਂਸ ਹੈ ਉਹਦੇ ਵਾਸਤੇ ਗੱਠਜੋੜ ਜਿਹੜੇ ਜੀ ਉਹ ਕੀਤੇ ਜਾਣ। ਸੋ ਉਮੀਦ ਹੈ ਕਿ ਕਈ ਗੱਠਜੋੜ ਜਿਹੜੇ ਨੇ ਜੀ ਉਹ ਆਉਂਦੇ ਦਿਨਾਂ ਦੇ ਦੌਰਾਨ ਪੰਜਾਬ ਦੀ ਸਿਆਸਤ ਦੇ ਵਿੱਚ ਵੇਖਣ ਸੁਣਨ ਨੂੰ ਮਿਲਣਗੇ ਜੀ। ਤੇ ਸਰੋਤਿਓ ਅਸੀਂ ਇੱਕ ਛੋਟੀ ਜਿਹੀ ਬ੍ਰੇਕ ਲੈ ਕੇ ਆਉਂਦੇ ਹਾਂ। ਤੁਸੀਂ ਕਾਲ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਇੱਕ ਬ੍ਰੇਕ ਤੋਂ ਬਾਅਦ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਹੋ। ਤੁਸੀਂ ਜੁੜੇ ਹੋਏ ਪੰਜਾਬੀ ਰੇਡੀਓ USA ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜੇ ਹੋਏ ਨੇ ਬਲਤੇਜ ਪੰਨੂ ਜੀ। ਪਹਿਲਾਂ ਖਬਰਾਂ ਤੋਂ ਬਾਅਦ ਤੁਹਾਡੀਆਂ ਕਾਲਸ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ ਤਾਂ ਤੁਸੀਂ ਕਰ ਸਕਦੇ ਹੋ 4082725200 ਸਟੂਡੀਓ ਦਾ ਫੋਨ ਨੰਬਰ ਹੈ ਜੀ। ਕਾਲ ਕਰਕੇ ਕੋਈ ਵੀ ਗੱਲਬਾਤ ਪੁੱਛ ਸਕਦੇ ਹੋ। ਸਾਡੇ ਨਾਲ ਦੁਬਾਰਾ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਇੱਕ ਵਾਰੀ ਫਿਰ ਸਵਾਗਤ ਕਰਦੇ ਹਾਂ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ। ਹਾਂਜੀ, ਸਾਡੇ ਨਾਲ ਜੁੜੇ ਹੋਏ ਨੇ ਸੁਰਿੰਦਰ ਸਿੰਘ ਸ਼ੇਰਗਿੱਲ। ਹਾਂਜੀ
ਭੈਣ ਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਸਤਿ ਸ੍ਰੀ ਅਕਾਲ ਜੀ। ਸਤਿ ਹਾਂਜੀ ਪੰਨੂ ਸਾਹਿਬ, ਇੱਕ ਤਾਂ ਹੈਗਾ ਉਹ ਜਿਹੜਾ ਮਸਲਾ, ਇੱਕ ਉਹ ਭੀਮ ਟਾਂਗ ਵੱਢਿਆ ਸੀ ਜਿਹੜਾ ਮੁੰਡਾ, ਉਹਦਾ ਕੋਈ ਹੈ ਤਾਂ ਪਤਾ ਜੀ ਕੀ ਬਣਿਆ ਉਹਦੇ ਕੇਸ ਦਾ ਜਾਂ ਕਿੱਦਾਂ ਹੋਈ ਆ? ਤੇ ਦੂਜਾ ਕਿ ਤੁਸੀਂ ਉਹਦੀ ਹਵੇਲੀ ਦੀ ਗੱਲ ਕਰਦੇ ਸੀ, ਇੱਕ ਕੋਟਲਾ ਨਿਹੰਗ ਸਿੰਘ ਪਿੰਡ ਆ ਜਿੱਥੇ ਸਰਸਾ ਪਾਰ ਕਰਕੇ ਰਾਤ ਨੂੰ ਗੁਰੂ ਗੋਬਿੰਦ ਸਿੰਘ ਜੀ ਸ਼ੇਰ ਖਾਨ ਦੇ ਘਰ ਗਏ ਸੀ, ਉੱਥੇ ਉਹਦੀ ਮੌਤ ਹੋਈ ਚਿੱਤਰ ਸੌਂਦੀ। ਤਾਂ ਉਹ ਲੜਕੀ ਨੇ, ਉਹਦੀ ਨੇ ਵਿਆਹ ਨਾ ਕਰਿਆ, ਮੁਮਤਾਜ਼ਗੜ੍ਹ ਗੁਰਦੁਆਰਾ ਬਣਿਆ ਭੱਠਾ ਸਾਹਿਬ ਤੋਂ ਉੱਪਰ ਆ, ਭੱਠਾ ਸਾਹਿਬ ਵੀ ਉਸੇ ਸ਼ੇਰ ਖਾਨ ਦਾ ਸੀ। ਉਹਦੇ ਬਾਰੇ ਕਿਲਾ ਵੀ, ਉਹਦਾ ਵੀ ਕਿਲਾ ਢਹਿ ਟੂਰਿਆ, ਉਹਦੀ ਵੀ ਕੋਈ ਕੇਅਰ ਨਹੀਂ ਕਰਦਾ, ਉਹਦੇ ਬਾਰੇ ਦੱਸ ਜੇ ਕੋਈ ਹੋਇਆ। ਤੇ ਦੂਜਾ ਹੈ ਕਿ ਸੁਖਬਾਲ ਖਹਿਰਾ ਜਿਹੜਾ ਹਾਈ ਕੋਰਟ ਵੀ ਜਾ ਸਕਦਾ ਜੇ ਇਹਨੂੰ ਇੱਥੋਂ ਕੰਡਮ ਕਰ ਦੇਣ ਜੀ। ਬਸ ਆਹੀ ਹੈ। ਥੈਂਕ ਯੂ ਜੀ। ਉਹ ਭੀਮ ਟਾਂਕ ਵਾਲਾ ਮਾਮਲਾ ਅਦਾਲਤ ਦੇ ਵਿੱਚ ਜਿਹੜਾ ਜੀ ਉਹ ਸੁਣਵਾਈ ਜਿੰਨੀ ਦੇਰ ਤੱਕ ਉਧਰੋਂ ਕੋਈ ਫੈਸਲਾ ਨਹੀਂ ਆ ਜਾਂਦਾ ਉਹਦੀ ਕੀ ਅਪਡੇਟ ਜਿਹੜੀ ਵੀ ਹੋ ਸਕਦੀ, ਜਦੋਂ ਆਊਗੀ ਜ਼ਰੂਰ ਤੁਹਾਡੇ ਨਾਲ ਜਿਹੜੀ ਦੀ ਉਹ ਸ਼ੇਅਰ ਕਰਾਂਗੇ। ਮੈਂ ਜਿਵੇਂ ਕਿਹਾ ਕਿ 2-4 ਚੀਜ਼ਾਂ ਜਿਹੜੀਆਂ ਦੀ ਉਹ ਰਹਿੰਦੀਆਂ ਨੇ, ਬਹੁਤੀਆਂ ਤਾਂ ਜਿਹੜੀਆਂ ਮੁੱਕਾ ਲਈਆਂ, ਹੋਣਾ ਜਿਹੜਾ ਦੀ ਉਹ ਜ਼ਰੂਰ ਚਾਹੀਦਾ ਜਿਹੜਾ ਦੀ ਕਿਸੇ ਨਾ ਕਿਸੇ ਤਰੀਕੇ ਨਾਲ। ਇਸ ਪਾਸੇ ਵੱਲ ਪਤਾ ਨਹੀਂ ਕਿਉਂ ਦੀ ਫਿਕਰਮੰਦੀ ਜਿਹੜੀ ਕਦੀ ਰਹੀ ਨਹੀਂ ਸਾਡੀ, ਜਿਹੜੀ ਹੋਊ ਪਰੇ ਦੀ ਪ੍ਰਵਿਰਤੀ ਜਾਂ ਮੈਂ ਕੀ ਲੈਣਾ, ਉਹਨੇ ਅਸਲ ਦੇ ਵਿੱਚ ਸਾਡੇ ਇਹ ਜਿਹੜੇ ਬਹੁਤ ਇਤਿਹਾਸਕ ਜਿਹੜੀਆਂ ਪੁਰਾਤਨ ਬਿਲਡਿੰਗਾਂ ਸੀਗੀਆਂ ਜੀ ਉਹ ਗਵਾ ਦਿੱਤੀਆਂ ਕਿਤੇ। ਅੱਜ ਰਾਜਸਥਾਨ ਤੁਸੀਂ ਦੇਖੋ ਟੂਰਿਸਟ ਜਿਹੜੇ ਨੇ ਉਹਨਾਂ ਤੋਂ ਰੋਟੀ ਖਾਂਦਾ। ਚਲੋ ਇਹ ਧਾਰਮਿਕ ਪੁਆਇੰਟ ਆਫ ਵਿਊ ਹੈ, ਇਸ ਕਰਕੇ ਮੈਂ ਇਹਨੂੰ ਟੂਰਿਜ਼ਮ ਦੇ ਨਾਲ ਤਾਂ ਨਹੀਂ ਜਿਹੜਾ ਦੀ ਉਹ ਜੋੜਦਾ, ਪਰ ਜੇ ਇਹ ਚੀਜ਼ਾਂ ਜਿਹੜੀਆਂ ਦੀ ਉਹ ਸੰਭਾਲੀਆਂ ਹੁੰਦੀਆਂ, ਕਮ ਸੇ ਕਮ ਅਸੀਂ ਕੁਛ ਦਿਖਾ ਤਾਂ ਸਕਦੇ ਜੀ। ਹੁਣ ਕੀ ਦਿਖਾਉਣਾ ਤੁਸੀਂ? ਸੰਗਮਰਮਰ ਜਿਹੜਾ ਦੀ ਉਹ ਔਰ ਉੱਥੇ ਜਿਹੜਾ ਦੀ ਹੋਰ ਕੁਛ ਵੀ ਨਹੀਂ ਹੈਗਾ। ਠੰਡਾ ਬੁਰਜ ਜਿੱਥੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਕੈਦ ਕੀਤਾ ਗਿਆ ਸੀਗਾ, ਜੇ ਅੱਜ ਤੁਸੀਂ ਉੱਥੇ ਜਾਓ ਤੇ ਉਹਦੇ 6 AC ਲੱਗੇ ਹੋਏ ਆ ਜੀ। ਉਹ ਠੰਡਾ ਬੁਰਜ ਜਿਹੜਾ ਜੀ ਕਾਹਦਾ ਰਹਿ ਗਿਆ? ਉਹਦਾ ਰੀਜ਼ਨ ਇਹ ਹੋ ਗਿਆ ਕਿਉਂਕਿ ਜਿਹੜਾ ਸੰਗਮਰਮਰ ਹੈ ਜੀ ਇਹ ਤਪਦਾ ਬਹੁਤ ਜ਼ਿਆਦਾ। ਇੱਕ ਜਿਹੜੀ ਜ਼ਿਆਦਾ ਤਪਸ਼ ਹੈ ਜੀ ਉਹ ਇਹਦੀ ਵਜ੍ਹਾ ਕਰਕੇ ਵੀ ਜਿਹੜੀ ਆ ਉਹ ਆਈ ਹੈ ਕਿਤੇ ਨਾ ਕਿਤੇ। ਜਿੱਥੋਂ ਤੱਕ ਤੁਸੀਂ ਹਾਈ ਕੋਰਟ ਜਾਣ ਦੀ ਗੱਲ ਆ, ਦੇਖੋ ਅਦਾਲਤ ਦਾ ਰਾਹ ਤਾਂ ਹਰੇਕ ਦੇ ਕੋਲੇ ਖੁੱਲ੍ਹਾ ਹੁੰਦਾ, ਪਰ ਜਿਹੜਾ ਐਂਟੀ ਡਿਫੈਕਸ਼ਨ ਲਾਅ ਹੈ ਨਾ, ਜਿਹੜੇ ਤੁਸੀਂ ਦੂਸਰੇ ਪਾਸੇ ਜਾਣਾ ਜੀ, ਉਹਦੇ ਵਿੱਚ ਉਹ ਬਹੁਤ ਸਖਤ ਹੈ। ਉਹਦੇ ਵਿੱਚ ਬਹੁਤਾ ਕੁਛ ਜਿਹੜਾ ਜੀ ਉਹ ਮਿਲ ਨਹੀਂ ਸਕਦਾ ਉਹਨਾਂ ਨੂੰ, ਕਿਉਂਕਿ ਉਹਨਾਂ ਨੇ ਪਾਰਟੀ ਤੋਂ ਜਦੋਂ ਅਸਤੀਫਾ ਜਿਹੜਾ ਜੀ ਉਹ ਦੇ ਦਿੱਤਾ, ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ, ਜਿਹੜੀ ਪਾਰਟੀ ਦੇ ਵੱਲੋਂ ਜਿਹੜੀ ਚੋਣ ਨਿਸ਼ਾਨ ਦੇ ਉੱਤੇ ਚੋਣ ਲੜੇ। ਇਸ ਕਰਕੇ ਜਾਣ ਦਾ ਰਾਹ ਤਾਂ ਹਰੇਕ ਕੋਲੇ ਜਿਹੜਾ ਜੀ ਹੁੰਦਾ, ਪਰ ਉੱਥੋਂ ਹੋਊਗਾ ਨਹੀਂ ਜੀ ਕੁਛ। ਹਾਈ ਕੋਰਟ ਵੀ ਜਿਹੜੀ ਆ, ਕਿਉਂਕਿ ਉਹਨੇ ਲਾਅ ਦੇ ਮੁਤਾਬਕ ਚੱਲਣਾ। ਲਾਅ ਜਿਹੜਾ ਰਾਜੀਵ ਗਾਂਧੀ ਹੋਰਾਂ ਦੇ ਸਮੇਂ ਦੇ ਉੱਤੇ ਪਾਸ ਜਿਹੜਾ ਹੋਇਆ ਸੀਗਾ ਐਂਟੀ ਡਿਫੈਕਸ਼ਨ ਲਾਅ, ਉਹ ਬਹੁਤ ਸਖਤ ਹੈ ਇਸ ਮਾਮਲੇ ਦੇ ਉੱਤੇ ਜੀ। ਆਸਟ੍ਰੇਲੀਆ ਤੋਂ ਜੁੜੇ ਨੇ ਜਸਵੰਤ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਹਾਂਜੀ ਭੈਣ ਜੀ, ਇੱਕ ਤਾਂ ਭਾਜੀ ਪੰਨੂ ਨੇ ਜਿਹੜਾ ਕਿਹਾ ਨਾ ਹਵੇਲੀ ਦੀ ਸਾਂਭ ਸੰਭਾਲ ਲਈ ਆਪਣਾ ਜੀ, ਜੇ ਆਪਣੀ ਮੁਹਿੰਮ ਚੱਲਦੀ ਆ, ਜਿੰਨਾ ਜੇ ਅਕਾਊਂਟ ਦੇਵੋਗੇ ਜ਼ਰੂਰ ਮਦਦ ਕਰਾਂਗੇ ਆਪਾਂ, ਜਿੰਨੇ ਹੋਵਾਂਗੇ ਜੀ। ਇਹ ਹੈ ਜੀ। ਦੂਜਾ ਭਾਜੀ ਮੇਰਾ ਸਵਾਲ ਇਹ ਹੈ, ਜਿਸ ਤਰ੍ਹਾਂ ਕਹਿ ਰਹੇ ਆ ਜੀ ਵੀ ਗੱਠਜੋੜ ਹੋ ਰਿਹਾ ਨਾ, ਦੇਖੋ ਜਿਹੜੇ ਲੋਕ ਇੱਕ ਪਾਰਟੀ 'ਚ ਰਹਿ ਕੇ ਨਹੀਂ ਇਕੱਠੇ ਰਹਿ ਸਕੇ ਤੇ ਗੱਠਜੋੜ 'ਚ ਇਕੱਠੇ ਚੱਲ ਪੈਣਗੇ ਜੀ। ਇਹ ਜੀ ਕੱਲ੍ਹ ਨੂੰ ਆਪਾਂ ਜਿੰਨੇ ਵੀ ਚਾਹੇ ਨਵਾਂ ਅਕਾਲੀ ਦਲ ਹੈ ਚੱਲੇ, ਕਾਰਤੂਸ ਖਹਿਰਾ ਸਾਹਿਬ ਹੈ, ਬੈਂਸ ਸਾਹਿਬ ਆ। ਦੇਖੋ ਪਹਿਲਾਂ ਬੈਂਸ ਕਹਿ ਰਿਹਾ ਸੀ ਖਹਿਰਾ ਵੱਡਾ ਭਰਾ ਆ, ਵੀ ਪ੍ਰਧਾਨ ਬਣ ਜੇ, ਉੱਥੋਂ ਪਾਰਟੀ ਲੱਗ ਚੱਲ ਗਈ ਹੈ ਜੀ। ਕੀ ਇਹ ਪੰਜਾਬ ਦਾ ਭਲਾ ਹੋ ਸਕੂਗਾ ਗੱਠਜੋੜ ਦੇ ਨਾਲ ਜੀ? ਇਹ ਸਵਾਲ ਹੈ ਭਾਜੀ, ਸੁਣਦੇ ਭੈਣ ਜੀ, ਸੁਣ ਲੈਣ ਦੇ। ਥੈਂਕ ਯੂ ਜੀ। ਇਸ ਤਰ੍ਹਾਂ ਹੈ ਜੀ ਕਿ ਮੇਰਾ ਖਿਆਲ ਜਿਹੜੀ ਤੁਸੀਂ ਜਿੱਧਰ ਪੁਆਇੰਟ ਉਠਾਇਆ ਜੀ, ਇਹਨੂੰ ਥੋੜ੍ਹਾ ਜਿਹਾ ਮੈਂ ਭੰਜੀ ਨੂੰ ਵੀ ਕਹੂੰਗਾ ਕਿ ਆਉਂਦੇ ਦਿਨਾਂ 'ਚ ਇਹਦੀਆਂ ਕਾਲਜ ਲੈ ਕੇ ਇਹਨੂੰ, ਕਿਉਂਕਿ ਇਹ ਜੇ ਮੁਹਿੰਮ ਇੱਦਾਂ ਦੀ ਚੱਲਣੀ ਆ ਤਾਂ ਉਹਦੇ ਵਾਸਤੇ ਇਹ ਵਿਸ਼ਵ ਪੱਧਰ ਦੇ ਉੱਤੇ ਜਿਹੜੇ ਕੁਛ ਲੋਕ ਨੇ ਜੀ, ਇੰਟਲੈਕਚੁਅਲ ਲੋਕ ਨੇ, 10-11 ਬੰਦੇ ਜਿਹੜਾ ਦੀ ਉਹ ਇਕੱਠੇ ਹੋਣ, ਇਹ ਤਾਂ ਜਿਹੜਾ ਜੀ ਬਚਾਇਆ ਜਾ ਸਕੂਗਾ ਜਿਹੜਾ ਸਾਡਾ ਵਿਰਸਾ ਹੈ। ਕਿਉਂਕਿ ਉਹ ਸੁਹਿਰਦ ਨੇ ਲੋਕ, ਸੈਟਲ ਨੇ, ਉਹਨਾਂ ਨੂੰ ਲਾਲਚ ਨਹੀਂ ਹੈਗਾ। ਇੱਥੇ ਮੁਸ਼ਕਿਲ ਇਹ ਆ ਜਾਂਦੀ ਕਿ ਪਤਾ ਨਹੀਂ ਹੈ ਕਿ ਕਿਹਨੇ ਉਹ ਜਿਹੜਾ ਦੀ ਖਾ ਪੀ ਕੇ ਢਗਾਰ ਮਾਰ ਕੇ ਗਾਂਹ ਜਾਣਾ। ਉਹ ਮੁਹਿੰਮਾਂ ਇਸੇ ਕਰਕੇ ਜਿਹੜੀਆਂ ਦੀ ਉਹ ਫੇਲ ਹੋ ਜਾਂਦੀਆਂ ਨੇ ਬਹੁਤੀਆਂ। ਇਸ ਕਰਕੇ ਇਹ ਵਿਸ਼ਵ ਪੱਧਰ ਦੇ ਉੱਤੇ ਜਿਹੜਾ ਦੀ ਉਹ ਸੋਚਣਾ ਪਊਗਾ। ਸਿਰਫ ਪੈਸੇ ਜਿਹੜੇ ਨੇ ਜੀ, ਮੇਰਾ ਨਹੀਂ ਖਿਆਲ ਕੋਈ ਇਸ਼ੂ ਆ ਇਸ ਭਾਈਚਾਰੇ ਦੇ ਵਿੱਚ। ਇਹੋ ਜਿਹੇ ਕੰਮ ਦੇ ਵਾਸਤੇ ਪੈਸੇ ਇਸ਼ੂ ਨਹੀਂ ਗੇ। ਜਿਹੜੀ ਤੁਸੀਂ ਦੂਸਰਾ ਸਵਾਲ ਜਿਹੜਾ ਜੀ ਗੱਠਜੋੜ ਦਾ ਕੀਤਾ, ਬਿਲਕੁਲ ਇਹ ਐਕਚੁਅਲੀ ਇਹ ਰਾਜਨੀਤਿਕ ਗੱਠਜੋੜ ਨੇ ਜੀ। ਸੱਚੀ ਪੁੱਛੋ ਤਾਂ ਕੋਈ ਦੀਨ ਇਮਾਨ ਹੀ ਜਿਹੜਾ ਜੀ ਉਹ ਰਾਜਨੀਤੀ ਦੇ ਵਿੱਚ ਨਹੀਂ ਰਿਹਾ ਜੀ। ਸਿਰਫ ਕੁਰਸੀ ਔਰ ਕਾਬਜ਼ ਹੋਣਾ ਜਿਹੜਾ ਜੀ ਉਹੀ ਰਹਿ ਗਿਆ। ਹਰ ਕੋਈ ਇਹ ਚਾਹੁੰਦਾ ਜੀ ਕਿ ਮੈਂ ਹੋਵਾਂ, ਉਹ ਗਲੀਆਂ ਹੋ ਜਾਣ ਸੁੰਨੀਆਂ ਵਿੱਚ ਮਿਰਜ਼ਾ ਯਾਰ ਫਿਰੇ। ਉਹ ਹਾਲਾਤ ਜਿਹੜੇ ਆ ਨਾ ਜੀ, ਸਾਰੀਆਂ ਰਾਜਨੀਤਿਕ ਪਾਰਟੀਆਂ ਜਿਹੜੀਆਂ ਉਹ ਚਾਹੁੰਦੀਆਂ ਨੇ ਕਿ ਇਸ ਤਰ੍ਹਾਂ ਦਾ ਕੁਛ ਹੋ ਜਾਵੇ। ਤੁਸੀਂ ਇੱਥੋਂ ਆਈਡੀਆ ਲਾਓ ਕਿ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਇੱਕ ਬਿਆਨ ਪਰਸੋਂ ਜਿਹੜਾ ਜੀ ਆਇਆ, ਉਹ ਕਹਿੰਦੇ ਕਿ ਜੇ ਗੱਠਜੋੜ ਹੋਵੇ ਤਾਂ ਪ੍ਰਧਾਨ ਇੱਕ ਜਿਹੜਾ ਜੀ ਉਹ ਚਾਹੀਦਾ, ਇੱਕ ਪ੍ਰਧਾਨ ਹੋਵੇ
ਫਿਰ ਉਹ ਗੱਠਜੋੜ ਜਿਹੜਾ ਜੀ ਉਹ ਚੱਲ ਸਕਦਾ। ਉਹਨੂੰ ਰੱਦ ਕਰਤਾ ਜੀ ਸਾਰਿਆਂ ਨੇ, ਕਿਉਂਕਿ ਰੌਲਾ ਹੀ ਪ੍ਰਧਾਨਗੀ ਦਾ ਜੀ। ਜੇ ਪ੍ਰਧਾਨਗੀ ਦਾ ਰੌਲਾ ਨਾ ਹੋਵੇ ਤੇ ਅੱਜ ਪੰਜਾਬ ਜਿਹੜਾ ਜੀ ਉਹ ਪ੍ਰਧਾਨ ਹੁੰਦਾ, ਫਿਰ ਕਮ ਸੇ ਕਮ ਬਾਕੀ ਸੂਬਿਆਂ ਦੇ ਵਿੱਚ ਜਿਹੜਾ ਜੀ ਉਹ ਪ੍ਰਧਾਨਗੀ ਜਿਹੜੀ ਉਹ ਹੰਡਾਰਿਆ ਹੁੰਦਾ। ਅੱਜ ਪੰਜਾਬ ਪ੍ਰਧਾਨ ਨਹੀਂ ਰਿਹਾ ਕਿਉਂਕਿ ਇੱਥੇ ਬਹੁਤ ਸਾਰੇ ਪ੍ਰਧਾਨ ਜਿਹੜੇ ਜੀ ਉਹ ਆ ਗਏ, ਬਹੁਤ ਸਾਰੀਆਂ ਪਾਰਟੀਆਂ ਜਿਹੜੀਆਂ ਜੀ ਉਹ ਆ ਗਈਆਂ, ਸਿਆਸੀ ਪਾਰਟੀਆਂ। ਹਰੇਕ ਨੇ ਜੋ ਗੰਢ ਤੁੱਪ, ਜੋ ਗੱਠਜੋੜ ਜਿਹੜੇ ਜੀ ਸਿਰਫ ਔਰ ਸਿਰਫ ਸੱਤਾ ਦੇ ਉੱਤੇ ਕਾਬਜ਼ ਹੋਣਾ ਇੱਕ ਮਕਸਦ ਰਹਿ ਗਿਆ। ਉਹਦੇ ਵਿੱਚੋਂ ਹੀ ਤਾਂ ਪੀਕੇ ਨੁਮਾ ਸਿਆਸਤ ਨਿਕਲੀ ਨਾ, ਪ੍ਰਸ਼ਾਂਤ ਕਿਸ਼ੋਰ ਨੁਮਾ ਸਿਆਸਤ ਜਿਹੜੀ ਜੀ ਵੀ ਲੋਕਾਂ ਦੇ ਨਾਲ ਵਾਅਦੇ ਤੇ ਵਾਅਦਾ ਜਿਹੜਾ ਜੀ ਉਹ ਕਰ ਦਿਓ, ਜੋ ਬੋਲ ਸਕਦੇ ਹੋ ਬੋਲ ਦਿਓ, ਜੋ ਕਹਿ ਸਕਦੇ ਹੋ ਉਹ ਕਹਿ ਦਿਓ, ਸਿਰਫ ਸੱਤਾ ਹਾਸਲ ਕਰੋ, ਉਦੋਂ ਬਾਅਦ ਜਿਹੜਾ ਜੀ ਉਹ ਭੁੱਲ ਜਾਓ। ਇਹ ਤਾਂ ਹੁਣ ਲੋਕਾਂ ਦੇ ਉੱਤੇ ਡਿਪੈਂਡ ਹੈ ਜੀ। ਇਹ ਤੁਸੀਂ ਦੇਖੋ ਕਿ ਲੋਕਾਂ ਦੀ ਕਿਸਮਤ ਦਾ ਫੈਸਲਾ, ਲੋਕਾਂ ਦੇ ਭਵਿੱਖ ਦਾ ਫੈਸਲਾ ਚੰਦ ਬੰਦੇ ਬਹਿ ਕੇ ਜਿਹੜਾ ਜੀ ਉਹ ਕਰ ਦਿੰਦੇ ਆ। ਉਹ ਕਹਿੰਦਾ ਜੀ ਲੈ ਹੁਣ ਮੈਂ ਆਹ ਪਾਰਟੀ ਛੱਡ ਕੇ ਉੱਧਰ ਜਿਹੜਾ ਜੀ ਉਹ ਚਲੇ ਗਿਆ। ਫਿਰ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਦਾ ਜਿਹੜਾ ਜੀ ਉਹ ਕੀ ਬਣਿਆ, ਉਹਨਾਂ ਤੋਂ ਕਿਹਨੇ ਪੁੱਛਿਆ, ਉਹਨਾਂ ਨੂੰ ਕਿਹਨੇ ਪੁੱਛਿਆ ਜੀ? ਕੋਈ ਨਹੀਂ ਉਹਨਾਂ ਨੂੰ ਜਿਹੜਾ ਜੀ ਉਹ ਪੁੱਛਦਾ। ਆਪਣੇ ਤੌਰ ਦੇ ਉੱਤੇ ਲੋਕਾਂ ਦੇ ਭਵਿੱਖ ਦੇ ਫੈਸਲੇ ਰਾਜਨੀਤਿਕ ਲੋਕ ਕਰੀ ਜਾਂਦੇ ਆ ਜੀ। ਇਸੇ ਕਰਕੇ 70 ਸਾਲ ਤੋਂ ਅੱਜ ਤੱਕ ਹੋ ਕੀ ਰਿਹਾ ਜੀ? ਉਹੀ ਗਲੀ ਆ, ਉਹ ਪੁੱਟ ਲੀਆਂ ਜਾਂਦੀਆਂ ਨੇ ਇੱਟਾਂ, ਉਹਦੇ ਉੱਤੇ ਨਵੀਆਂ ਲਾਤੀਆਂ ਜਾਂਦੀਆਂ ਨੇ। ਉਹੀ ਨਾਲੀਆਂ ਨੇ, ਉਹ ਪੁੱਟ ਲੀਆਂ ਜਾਂਦੀਆਂ ਨੇ, ਮੁੜ ਕੇ ਨਵੀਂ ਨਾਲੀ ਬਣਾ ਦਿੱਤੀ ਜਾਂਦੀ ਹੈ। ਗਲੀਆਂ ਨਾਲੀਆਂ, ਨਾਲੀਆਂ ਗਲੀਆਂ, ਉੱਥੇ ਕੀ ਸਿਆਸਤ ਜਿਹੜੀ ਜੀ ਰਹਿ ਗਈ? ਜਿਹੋ ਜਿਹੀਆਂ ਨਾਲੀਆਂ ਉਹੋ ਜਿਹੇ ਸਿਆਸਤ ਦਾ ਜਿਹੜਾ ਜੀ ਉਹ ਸਟੈਂਡਰਡ ਹੋ ਗਿਆ ਜੀ। ਅੱਤ ਜੀ, ਸਾਡੇ ਨਾਲ ਅਗਲੇ ਕਾਲਰ ਜੁੜੇ ਹੋਏ ਨੇ ਰਘਵੀਰ ਸਿੰਘ ਜੀ ਕੈਨੇਡਾ ਤੋਂ। ਹਾਂਜੀ ਭੈਣ ਜੀ ਤੇ ਭਾਈ ਪੰਨੂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਹਾਂਜੀ ਭੈਣ ਜੀ, ਆਪਣਾ ਪਰਸੋਂ ਚ ਉੱਥੇ ਰੈਲੀ ਹੋ ਕੇ ਹਟੀ ਆ ਆਪਣੀ ਆਮ ਪਾਰਟੀ ਦੀ। ਉਹਦੇ ਭਗਵੰਤ ਮਾਨ ਕਹਿੰਦਾ ਸੀ ਵੀ ਮੈਂ ਸ਼ਰਾਬ ਛੱਡਤੀ, ਤੇ ਸਵਾਲ ਇਹੀ ਆ ਵੀ ਫਿਰ ਜਦੋਂ ਬਰਗਾੜੀ ਮੋਰਚੇ ਗਏ ਆ ਤੇ ਆਪਣੇ ਦਿੱਲੀ ਜਾਣੇ, ਇਹਦਾ ਮਤਲਬ ਵੀ ਸ਼ਰਾਬ ਇਹਨਾਂ ਦੀ ਲਾਜ਼ਮੀ ਪੀ? ਇਹਦੇ ਬਾਰੇ ਪੁੱਛ। ਦੇਖੋ ਉਹ ਕਹਿ ਤਾਂ ਹੁਣ ਜਿਹੜੇ ਵਿਰੋਧੀ ਨੇ ਉਹ ਇਸ ਗੱਲ ਨੂੰ ਜਿਹੜਾ ਜੀ ਉਠਾ ਰਹੇ ਆ ਕਿ ਉੱਥੇ ਪੀਤੀ ਹੋਈ, ਕਿੱਥੇ ਪੀਤੀ ਹੋਈ ਸੀ। ਚਾਹੇ ਉਹ ਬਰਗਾੜੀ ਹੈ, ਚਾਹੇ ਪਾਰਲੀਮੈਂਟ ਹੈ, ਉਹ ਕਿਸੇ ਜਗ੍ਹਾ ਦੇ ਉੱਤੇ ਕੋਈ ਮੁਆਇਨਾ ਵਗੈਰਾ ਤਾਂ ਨਹੀਂ ਨਾ ਹੋਇਆ ਕਿ ਜਿਹੜੀ ਜੀ ਉਹ ਪੀਤੀ ਹੋਈ ਸੀ। ਮੇਰੀ ਜਾਚੇ ਜੇ ਕੋਈ ਵਿਅਕਤੀ ਜਿਹੜਾ ਜੀ ਉਹ ਛੱਡ ਕੇ ਇਸ ਤਰ੍ਹਾਂ ਦੀ ਚੀਜ਼ ਨੂੰ, ਇਹੋ ਜਿਹੀ ਲਾਹਨਤ ਨੂੰ ਜਿਹੜਾ ਜੀ ਉਹ ਵਾਪਸ ਜਿਹੜਾ ਉਹ ਹੋਣਾ ਚਾਹੁੰਦਾ ਹੈ, ਤੇ ਕਿਉਂਕਿ ਜੇ ਪੀਂਦਾ ਆ, ਜੇ ਉਹਦੇ ਉੱਤੇ ਜਿਹੜੇ ਜੀ ਕੁਐਸਚਨ ਮਾਰਕ ਲੱਗ ਰਹੇ ਨੇ ਕਿ ਸ਼ਰਾਬ ਪੀਂਦਾ, ਤੇ ਉਹ ਲੱਗਣੇ ਵੀ ਚਾਹੀਦੇ ਨੇ। ਜੇ ਕੋਈ ਜਿਹੜਾ ਪਬਲਿਕ ਲਾਈਫ ਦੇ ਵਿੱਚ ਹੈ, ਖਾਸ ਤੌਰ ਦੇ ਉੱਤੇ ਜੇ ਉਹ ਕਿਸੇ ਵੀ ਪਬਲਿਕ ਪਲੇਸ ਦੇ ਉੱਤੇ ਜਿਹੜਾ ਜੀ ਉਹ ਪੀ ਕੇ ਜਾਂਦਾ, ਉੱਥੇ ਕਿੰਤੂ ਪਰੰਤੂ ਹੋਊਗਾ ਹੀ ਹੋਊਗਾ, ਕਿਉਂਕਿ ਉਹ ਪਬਲਿਕ ਫਿਗਰ ਹੈ। ਜੇ ਉਹ ਛੱਡ ਰਿਹਾ ਤੇ ਫਿਰ ਕੀ ਇਹ ਨਹੀਂ ਜਿਹੜਾ ਜੀ ਹੋਣਾ ਚਾਹੀਦਾ ਕਿ ਉਸ ਚੀਜ਼ ਨੂੰ ਐਪਰੀਸ਼ੀਏਟ ਕੀਤਾ ਜਾਵੇ? ਕਿਉਂਕਿ ਜੇ ਮੈਨੂੰ ਯਾਦ ਹੈ ਕਿ ਰਾਜ ਬਰਾੜ ਹੁਰੀ ਸਿੰਗਰ ਸਨ ਜੀ, ਮੇਰੇ ਬੜੇ ਕਰੀਬੀ ਦੋਸਤ ਸਨ। ਅਸੀਂ ਉਹਨੂੰ ਚੁੱਕ ਕੇ ਵੀ ਇੱਕ ਦੋ ਵਾਰੀ ਜਿਹੜਾ ਜੀ ਉਹ ਲਿਆਏ। ਜਦੋਂ ਉਹਨੇ ਛੱਡਤੀ, ਉਹਨੇ ਕਿਹਾ ਕਿ ਮੈਂ ਛੱਡ ਦਿੱਤੀ, ਜਦੋਂ ਕੈਨੇਡਾ ਅਮਰੀਕਾ ਦੇ ਵਿੱਚ ਆਏ, ਲੋਕਾਂ ਨੇ ਉਹਨੂੰ ਹੱਥਾਂ ਦੇ ਉੱਤੇ ਜਿਹੜਾ ਜੀ ਉਹ ਚੁੱਕ ਲਿਆ। ਇੰਨੀ ਮਦਦ ਉਸ ਦੀ ਕੀਤੀ ਕਿ ਜਿਹਦੀ ਮਿਸਾਲ ਬਹੁਤ ਘੱਟ ਜਿਹੜੀ ਹੈ ਜੀ ਉਹ ਮਿਲਦੀ ਆ ਕਿ ਉਹਨੂੰ ਜਿੰਨਾ ਲੋਕਾਂ ਨੇ ਹੱਥਾਂ ਤੇ ਚੁੱਕਿਆ। ਹਾਂ, ਨਹੀਂ ਉਹ ਗੱਲ ਦੇ ਉੱਤੇ ਰਹਿ ਸਕਿਆ ਤੇ ਨੁਕਸਾਨ ਕਿਹਦਾ ਹੋਇਆ? ਉਹਦਾ ਹੋਇਆ। ਮਿੰਟੂ ਗੁਰੂਸਰੀਆਰੀ ਆਪਣੇ ਪਾਰਟ ਨੇ ਪੰਜਾਬੀ ਰੇਡੀਓ USA ਦੇ, ਉਹ ਵੀ ਤਾਂ ਇੱਕ ਮਿਸਾਲ ਨੇ। ਉਹ ਛੱਡ ਕੇ ਆਏ ਤੇ ਲੋਕਾਂ ਦੇ ਵਿੱਚ ਉਹ ਪ੍ਰਵਾਨ ਹੋਏ। ਕੀ ਫਿਰ ਜਿਹੜਾ ਜੀ ਕੋਈ ਜੇ ਰਾਜਨੀਤਿਕ ਵਿਅਕਤੀ ਜਿਹੜਾ ਜੀ ਉਹ ਛੱਡ ਕੇ ਐਲਾਨ ਕਰਕੇ ਜਿਹੜਾ ਜੀ ਆਉਂਦਾ ਕਿ ਮੈਂ ਇਹ ਛੱਡ ਰਿਹਾ, ਤੇ ਫਿਰ ਇਹੋ ਜੀ ਜਿਹੜੀ ਟ੍ਰੀਟਮੈਂਟ ਹੈ ਜੀ ਜਿਹੜੀ ਬਾਕੀਆਂ ਨੂੰ ਮਿਲੀ ਆ ਉਹਨੂੰ ਨਹੀਂ ਮਿਲਣੀ ਚਾਹੀਦੀ ਜੀ? ਮੈਂ ਸਰੋਤਿਆਂ ਦੇ ਸਾਹਮਣੇ ਇਹ ਸਵਾਲ ਛੱਡਦਾ। ਬਿਲਕੁਲ ਜੀ, ਲੋਕਾਂ ਨੂੰ ਨਸ਼ੇ ਛੱਡਣੇ ਚਾਹੀਦੇ ਆ। ਆਪਾਂ ਮਿੰਟੂ ਗੁਰਸਰੀਏ ਦੀ ਮੂਵੀ ਦੀ ਗੱਲ ਕਰਦੇ ਹਾਂ, ਉਹਨੂੰ ਦੇਖ ਕੇ ਪਤਾ ਨਹੀਂ ਕਿੰਨੇ ਕੁ ਲੋਕ ਇੰਸਪਾਇਰ ਹੋਏ ਹੋਣੇ ਆ। ਅੱਗੇ ਰਾਜ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੇਰਾ ਸਵਾਲ ਤਾਂ ਨਹੀਂ, ਇੱਕ ਸਵਾਲ ਹੈ ਜੀ। ਮੈਂ ਇੰਡੀਆ ਜਾ ਰਿਹਾ ਜੀ, ਤੇ ਮੈਂ ਜੋ ਪਿਛਲੇ ਸਾਲ ਵੀ ਗਿਆ ਸੀਗਾ, ਜੇ ਲੁੱਟ ਖਸੁੱਟ ਜਿਹੜੀ ਇੰਡੋ ਕਨੇਡੀਅਨ ਵੱਲੋਂ ਵੇਖੀ ਆ ਬਾਦਲਾਂ ਦੀਆਂ ਬੱਸਾਂ ਵੱਲੋਂ, ਹੁਣ ਮੇਰਾ ਜੀਅ ਨਹੀਂ ਕਰਦਾ ਵੀ ਉਹਨਾਂ ਦੀ ਬੱਸ ਤੇ ਜਾਵਾਂ, ਪਰ ਮੇਰੇ ਕੋਲ ਚੁਆਇਸ ਵੀ ਕੋਈ ਨਹੀਂ। ਕੋਈ ਦੂਜਾ ਰਸਤਾ ਹੈਗਾ ਜਿਹੜੀ ਸਰਕਾਰੀ ਬੱਸ ਆ ਉਹ ਚੱਲਦੀ ਆ, ਜਾਂ ਕੋਈ ਹੋਰ ਰਸਤਾ ਕੀ ਹੈਗਾ? ਇਹੀ ਸਵਾਲ ਸੀ। ਥੈਂਕ ਯੂ ਜੀ। ਇੱਕ ਤਾਂ ਜੀ ਕੋਸ਼ਿਸ਼ ਕਰੋ ਜਿਹੜੀਆਂ ਫਲਾਈਟਸ ਜਿੰਨੀਆਂ ਆਉਂਦੀਆਂ ਨੇ ਵੜ ਵੜੇਵਾਂ ਪਾ ਕੇ, ਚਾਹੇ ਉਹ ਇੰਗਲੈਂਡ ਦੇ ਥਰੂ ਨੇ, ਚਾਹੇ ਉਹ ਦੁਬਈ ਦੇ ਥਰੂ ਨੇ, ਚਾਹੇ ਉਹ ਸਿੰਗਾਪੁਰ ਦੇ ਥਰੂ ਨੇ, ਤੁਸੀਂ ਅੰਮ੍ਰਿਤਸਰ ਉਤਰੋ ਜਾਂ ਜਿਹੜਾ ਜੀ ਚੰਡੀਗੜ੍ਹ ਵਾਲਾ ਜਿਹੜਾ ਏਅਰਪੋਰਟ ਆ ਮੋਹਾਲੀ ਵਾਲਾ, ਉੱਥੇ ਉਤਰੋ। ਬੈਸਟ ਤਰੀਕਾ ਤਾਂ ਜਿਹੜਾ ਜੀ ਇਹ ਆ, ਜਿਹੜਾ ਸਹੀ ਪੁੱਛੋ ਤਾਂ। ਦੂਸਰਾ ਜਿਹੜਾ ਜੀ ਨਹੀਂ ਚੋਇਸ ਤੁਹਾਡੇ ਕੋਲੇ, ਜੇ ਤੁਸੀਂ ਉੱਥੋਂ ਹੀ ਚੜ੍ਹਨਾ ਬਾਹਰ ਨਿਕਲ ਕੇ, ਤੇ ਚੋਇਸ ਤੁਹਾਡੇ ਕੋਲੇ ਨਹੀਂ ਜਿਹੜੀ ਜੀ ਹੈਗੀ ਬੱਸਾਂ ਦੇ ਰੂਪ ਦੇ ਵਿੱਚ। ਹਾਂ, ਜੇ ਆਪਸ਼ਨ ਤੁਸੀਂ ਪੁੱਛਦੇ ਹੋ ਤਾਂ ਆਪਸ਼ਨ ਇਹ ਹੈਗੀ ਆ ਕਿ ਉੱਥੋਂ ਤੁਸੀਂ ਮੈਟਰੋ ਜਿਹੜੀ ਜੀ ਉਹ ਲਓ, ਏਅਰਪੋਰਟ ਤੋਂ ਚੱਲਦੀ ਹੈ, ਕਿਤੇ ਨਹੀਂ ਤੁਹਾਨੂੰ ਜਾਣਾ ਪੈਂਦਾ।
ਔਰ ਤੁਹਾਨੂੰ ਉਹ ਡਾਇਰੈਕਟ ਲੈ ਆਊਗੀ ਜੀ ਰੇਲਵੇ ਸਟੇਸ਼ਨ ਦੇ ਉੱਤੇ। ਔਨਲਾਈਨ ਬੁਕਿੰਗ ਜਿਹੜੀ ਜੀ ਉਹ ਹੈਗੀ ਸ਼ਤਾਬਦੀ ਦੀ, ਜਿੱਥੇ ਵੀ ਤੁਸੀਂ ਆਉਣਾ। ਫਾਸਟ ਸਭ ਤੋਂ ਤਰੀਕਾ, ਕੋਈ ਟ੍ਰੈਫਿਕ ਜਾਮ ਦਾ ਜਿਹੜਾ ਜੀ ਉਹ ਨਹੀਂ ਹੈਗਾ। ਇਹ ਜਿਹੜਾ ਜੀ ਤੁਸੀਂ ਅਪਣਾ ਸਕਦੇ ਹੋ ਤਰੀਕਾ, ਜੇ ਅਪਣਾਉਣਾ ਜਿਹੜਾ ਜੀ ਉਹ ਚਾਹੋ ਤਾਂ। ਇਹ ਬੈਟਰ ਚੋਇਸ ਵੀ ਜਿਹੜੀ ਹੈ ਜੀ ਉਹ ਹੋ ਸਕਦੀ ਹੈ ਸ਼ਤਾਬਦੀ ਦੇ ਥਰੂ। ਅੱਜ ਜੀ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਪੌਲ, ਸਤਿ ਸ਼੍ਰੀ ਅਕਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ। ਇਹ ਅੱਗੇ ਮੈਂ ਜਿਹੜਾ ਕਹਿਣਾ ਚਾਹੁੰਦਾ, ਜਿਵੇਂ ਆਪਾਂ ਜਿਹੜਾ ਲਾਂਘਾ ਹੈਗਾ ਉਹਦੀ ਆਪਾਂ ਤਾਰੀਫ ਕਰਦੇ ਹਾਂ, ਉਹਦੀ ਆਪਣੇ ਸਿੱਧੂ ਦੀ, ਰਾਈਟ। ਕੀ ਆਪਾਂ ਜਿਹੜੀਆਂ ਅਸਲ ਦੇ ਰਿਲੀਜੀਅਸ ਆਰਗੇਨਾਈਜੇਸ਼ਨ ਆ ਜਿਹੜੀਆਂ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੀਆਂ, ਇੰਨੇ ਉਹਨਾਂ ਦੇ ਅਟੈਕ ਹੋ ਰਹੇ ਆ, ਫਿਰ ਉਹਨਾਂ ਦੇ ਅਟੈਕ ਕਰਨ ਤੋਂ ਬਿਨਾਂ ਵੀ ਉਹਨਾਂ ਦੀ ਤਾਰੀਫ ਕੀਤੀ ਜਾ ਸਕਦੀ ਹੈ। ਇਹ ਜਿਹੜੇ ਲੋਕ ਹੈਗੇ ਐਂਟਰਟੇਨਮੈਂਟ ਦੇ ਵਿੱਚ ਹੈਗੇ ਆ, ਆਪਣੇ ਨੂੰ ਪਟਾਕਾ ਕਹਿਣਾ ਵੀ ਚਲੋ ਉਹਨਾਂ ਦਾ ਵੀ ਫਰਜ਼ ਬਣਦਾ ਆਪਣੇ ਧਰਮ ਬਾਰੇ ਕੁਛ ਕਰਦਾ, ਪਰ ਉਹਨਾਂ ਨੂੰ ਵੀ ਆਪਾਂ ਰਿਪਲੇਸ ਆਪਾਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਵੀ, ਜਾਂ ਵੀ ਉਹਨਾਂ ਨੂੰ ਉਹਨਾਂ ਦੇ ਉੱਤੇ ਉਹਨਾਂ ਦੇ ਸਿਰਾਂ ਦੇ ਉੱਤੇ ਬਿਠਾਉਣ ਦੀ ਕੋਸ਼ਿਸ਼ ਕਰ ਰਹੇ। ਤੇ ਬਾਕੀ ਜਿਹੜਾ ਮੈਂ ਆਪਣਾ ਕਹਿਣਾ ਆਪਣੇ ਜਿਹੜਾ ਭਗਵੰਤ ਮਾਨ ਦਾ ਵੀ ਉਹਨੇ ਕਹਿੰਦੇ ਸ਼ਰਾਬ ਛੱਡਤੀ, ਚਲੋ ਵਧੀਆ ਛੱਡਤੀ, ਉਹ ਲੋਕਾਂ ਦਾ ਸ਼ਾਇਦ ਫਾਇਦਾ ਹੋਵੇ ਚ ਨਾ ਹੋਵੇ, ਚਲੋ ਉਹਨਾਂ ਦਾ ਫਾਇਦਾ ਹੋਊਗਾ। ਤੇ ਪਰ ਜਿਹੜੀ ਉਹਨਾਂ ਨੂੰ ਪੋਲੀਟਿਕਸ ਕੋਈ ਆਈਡੀਓਲੋਜੀ ਕਰਨੀ ਚਾਹੀਦੀ ਹੈ, ਕਦੇ ਕਹਿੰਦਾ ਮੈਂ ਸ਼ਰਾਬ ਛੱਡ ਲੋਕਾਂ ਵਾਸਤੇ, ਕਦੇ ਕਹਿੰਦਾ ਮੈਂ ਘਰ ਵਾਲੀ ਛੱਡਤੀ, ਵੀ ਕੀ ਇਹ ਵੀ ਇਹਨਾਂ ਨੂੰ ਫਿਰ ਉਤਰੀ ਵੀ ਕਰਨੀ ਚਾਹੀਦੀ ਹੈ ਵੀ ਚਲੋ ਵੀ ਜਿਹੜੀਆਂ ਸਾਨੂੰ ਇੰਨੇ ਚਿਰ ਬਾਅਦ ਸ਼ਰਾਬ ਦੀ ਵੀ ਸਾਨੂੰ ਸਮਝ ਲੱਗੀ ਮਾੜੀ ਚੀਜ਼ ਹੈਗੀ, ਜਿਹੜੇ ਹੋਰ ਸਾਡੇ ਦਰਵੇਸ਼ ਹੈਗੇ ਆਪਣੇ ਪੋਲੀਟੀਸ਼ੀਅਨ, ਅਸੀਂ ਉਹਨਾਂ ਨੂੰ ਇੰਨਾ ਉਹਨਾਂ ਦੇ ਇਨਸਲਟ ਕੀਤੀ ਵੀ ਅਸੀਂ ਫਿਰ ਇਹਨਾਂ ਨੂੰ ਮੰਨਣਾ ਚਾਹੀਦਾ ਵੀ ਅਸੀਂ ਤਾਂ ਬਹੁਤ ਪਿੱਛੇ ਆ ਉਹਨਾਂ ਨਾਲੋਂ, ਜੇ ਉਹਨਾਂ ਤੋਂ ਮਾਫੀ ਇਹ ਪੁੱਛਣਾ ਚਾਹੁੰਦਾ। ਥੈਂਕ ਯੂ। ਦਰਵੇਸ਼ ਸਿਆਸਤਦਾਨ ਕੌਣ ਨੇ ਜੀ? ਮੈਨੂੰ ਇਹ ਨਹੀਂ ਪਤਾ ਲੱਗਿਆ ਕਿ ਦਰਵੇਸ਼ ਵੀ ਇੱਥੇ ਹੈਗੇ ਆ ਜੀ ਮੁਲਕ ਦੇ ਵਿੱਚ। ਲਾਂਘੇ ਵਾਲੀ ਗੱਲ ਹੈ ਜੀ, ਮੈਨੂੰ ਲਾਂਘੇ ਵਾਲੀ ਗੱਲ ਵੀ ਪੌਲ ਹੋਰੀ ਬਹੁਤੀਆਂ ਗੱਲਾਂ 'ਚ ਆਪ ਹੀ ਆਪਣੀਆਂ ਗੱਲਾਂ ਦੇ ਵਿੱਚ ਕਨਫਿਊਜ਼ ਜਿਹੜਾ ਜੀ ਉਹ ਰਹਿੰਦੇ ਆ। ਹੁਣ ਲਾਂਘੇ ਵਾਲੀ ਗੱਲ ਤੇ ਕੁੜੀ ਤੇ ਪਟਾਕਾ ਤੇ ਉਹ ਇਹ ਗੱਲ ਕੋਈ ਮੈਨੂੰ ਜਿਹੜੀ ਸਮਝ ਨਹੀਂ ਲੱਗੀ। ਕੀ ਨਵਜੋਤ ਸਿੱਧੂ ਹੋਰਾਂ ਨੇ ਕਿਤੇ ਕੁੜੀ ਨੂੰ ਜਿਹੜਾ ਜੀ ਉਹ ਪਟਾਕਾ ਕਿਹਾ? ਜੇ ਕਿਹਾ ਉਹ ਜਿਹੜਾ ਜੀ ਉਹ ਜ਼ਰੂਰ ਦੱਸੋ। ਜੇ ਲਾਂਘੇ ਦੀ 70 ਸਾਲ ਤੋਂ ਤੁਸੀਂ ਜਿਹੜੀ ਜੀ ਉਹ ਅਰਦਾਸ ਕਰ ਰਹੇ ਹੋ, ਜੇ ਕਿਸੇ ਵਿਅਕਤੀ ਨੇ ਉਹਦੇ ਵਿੱਚ ਜਿਹੜਾ ਜੀ ਉਹ ਚੰਗਾ ਰੋਲ ਅਦਾ ਕੀਤਾ ਆ, ਤੇ ਪੌਲ ਕੋਈ ਸਾਨੂੰ ਜਿਹੜਾ ਐਜ਼ ਏ ਮਨੁੱਖਤਾ ਦੇ ਤੌਰ ਦੇ ਉੱਤੇ ਇੰਨੀ ਤਾਂ ਜਿਹੜੀ ਜੀ ਉਹ ਰੱਖਣੀ ਚਾਹੀਦੀ ਹੈ ਕਿ ਅਸੀਂ ਉਸ ਬੰਦੇ ਦੀ ਤਾਰੀਫ ਕਰ ਦਈਏ ਜੀ। ਪੋਲੀਟੀਕਲ ਚੀਜ਼ਾਂ ਤੋਂ ਉੱਪਰ ਉੱਠ ਕੇ ਐਂਟਰਟੇਨਮੈਂਟ ਦੀ ਤੁਸੀਂ ਗੱਲ ਜਿਹੜੀ ਕਰਦੇ ਹੋ, ਜੇ ਉਹਦੀ ਉਹ ਰੋਜ਼ੀ ਰੋਟੀ ਆ, ਮੰਨ ਲਓ ਸ਼ੋਅ ਦੇ ਵਿੱਚ ਬਹਿਣਾ, ਫਿਰ ਤੁਸੀਂ ਇਹ ਚਾਹੁੰਦੇ ਹੋ ਕਿ ਉਹ ਕਰੋੜਾਂ ਰੁਪਈਏ ਦੇ ਘਪਲੇ ਕਰੇ, ਇਹ ਛੱਡ ਦੇਵੇ ਜਿਹੜਾ ਜੀ ਇਹਨਾਂ ਨਾ ਕਰੇ, ਜਿਹੜਾ ਜੀ ਉਹ ਸ਼ੋਅ ਦੇ ਵਿੱਚ ਨਾ ਜਿਹੜਾ ਜੀ ਉਹ ਬੈਠੇ। ਲੋਕਾਂ ਨੂੰ ਇਤਰਾਜ਼ ਹੈ। ਮੈਂ ਪਰਸਨਲ ਤੌਰ ਤੇ ਮੈਂ ਸਮਝਦਾ ਕਿ ਉਹਦੇ ਉੱਤੇ ਕੋਈ ਕਿਸੇ ਘਪਲੇ ਦਾ ਦੋਸ਼ ਤਾਂ ਨਹੀਂ ਹੈਗਾ। ਪੋਲੀਟੀਕਲ ਤੌਰ ਦੇ ਉੱਤੇ ਉਹ ਕੀ ਆ, ਉਹਦੀ ਥਿੰਕਿੰਗ ਉਹ ਵੱਖਰੀ ਗੱਲ ਹੈ ਜੀ। ਉਹਦੀ ਰੋਜ਼ੀ ਰੋਟੀ ਹੈ, ਚਾਹੇ ਉਹ ਕਮੈਂਟਰੀ ਕ੍ਰਿਕਟ ਦੀ ਗੱਲ ਹੈ, ਕੱਲ੍ਹ ਨੂੰ ਕਮੈਂਟਰੀ ਜੇ ਉਹ ਕਰਦਾ ਤੇ ਉਹਦੇ ਉੱਤੇ ਕਿੰਤੂ ਪਰੰਤੂ ਉੱਠਣਗੇ ਜੀ ਕਿ ਇਹਨੇ ਫਲਾਨੇ ਟਾਈਮ ਦੇ ਉੱਤੇ ਫਲਾਨੇ ਮੁਲਕ ਦੇ ਫਲਾਨੇ ਪਲੇਅਰ ਦੀ ਤਾਰੀਫ ਕਿਉਂ ਕਰ ਦਿੱਤੀ। ਇਹ ਤਾਂ ਸੰਵਿਧਾਨ ਦੇ ਮੁਤਾਬਕ ਇੱਥੋਂ ਦਾ ਮੰਤਰੀ ਜਿਹੜਾ ਜੀ ਉਹ ਬਣਿਆ ਹੋਇਆ। ਤਾਂ ਕਿਸੇ ਪਾਸੇ ਲੋਕਾਂ ਨੂੰ ਜਿਹੜਾ ਜੀ ਉਹ ਆਪਾਂ ਜੀਣ ਨਹੀਂ ਦੇਣਾ ਚਾਹੁੰਦੇ। ਜਿਹੜੇ ਕੁਛ ਲੋਕ ਜਿਹੜੇ ਰਹਿ ਗਏ ਆ, ਜਿਹੜੇ ਕਮ ਸੇ ਕਮ ਉਹ ਇਹ ਤਾਂ ਕਰ ਰਹੇ ਆ ਕਿ ਇਮਾਨਦਾਰ ਜਿਹੜੇ ਉਹ ਹੈਗੇ ਆ, ਉਹ ਕਰਪਟ ਨਹੀਂ ਜਿਹੜਾ ਜੀ ਹੈਗੇ, ਜਿਹੜੇ ਕਰਪਟ ਨਹੀਂ ਹੈਗੇ। ਔਰ ਦੂਸਰਾ, ਜੇ ਕਿਸੇ ਨੇ ਕੋਈ ਚੰਗਾ ਕੰਮ ਜਿਹੜਾ ਜੀ ਉਹ ਕੀਤਾ, ਚਾਹੇ ਉਹ ਕਰਤਾਰਪੁਰ ਦੇ ਲਾਂਘੇ ਦੇ ਵਿੱਚ ਮੈਂ ਸਮਝਦਾ ਇਮਰਾਨ ਖਾਨ ਹੋਰਾਂ ਨੇ ਕੀਤਾ ਜਾਂ ਇਹਨਾਂ ਨੇ ਜਿਹੜਾ ਜੀ ਉਹ ਕੀਤਾ, ਗੱਲ ਤਾਂ ਉੱਥੋਂ ਹੀ ਤੁਰੀ ਹੈ ਨਾ ਜੀ। ਅਸੀਂ ਇੰਨੇ ਕਿਉਂ ਜਿਹੜੇ ਜੀ ਸੌੜੇ ਹੋ ਗਏ ਆ, ਅਸੀਂ ਆਪਣੇ ਇੰਨੇ ਛੋਟੇ ਕਿਉਂ ਕਰ ਲਏ ਆ ਦਾਇਰੇ, ਜਿਹੜੇ ਜੀ ਬੂਹੇ ਬੰਦ ਕਿਉਂ ਕਰੀ ਜਾ ਰਹੇ ਆ ਕਿ ਅਸੀਂ ਕਿਸੇ ਦੀ ਇੰਨੀ ਵੀ ਤਾਰੀਫ ਜਿਹੜੀ ਜੀ ਉਹ ਨਹੀਂ ਕਰ ਸਕਦੇ ਕਿ ਫਲਾਣ ਬੰਦੇ ਨੇ ਇਹਦੇ ਲਈ ਕੰਮ ਬਹੁਤ ਵਧੀਆ ਕੀਤਾ, ਸ਼ਾਬਾਸ਼, ਤਾਂ ਕਿ ਉਹਦੇ ਵਰਗਾ ਕੱਲ ਨੂੰ ਕੋਈ ਹੋਰ ਉੱਠ ਸਕੇ ਜੀ। ਤੇ ਅੱਗੇ ਜੁੜੇ ਹੋਏ ਨੇ ਸਾਡੇ ਨਾਲ ਸੁਖੀ ਗਰੇਵਾਲ, ਕੈਨੇਡਾ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਮੇਰਾ ਸਵਾਲ ਇਹ ਸੀਗਾ, ਜਿਵੇਂ ਆਪਾਂ ਗੱਲ ਕਰਦੇ ਹਾਂ ਕੇਜਰੀਵਾਲ ਸਾਹਿਬ ਦੀ, ਜਦੋਂ ਇਹਨਾਂ ਨੇ ਮਾਫੀ ਮੰਗੀ ਸੀ ਮਜੀਠੀਆ ਸਾਹਿਬ ਤੋਂ, ਤੇ ਉਸ ਤੋਂ ਬਾਅਦ ਭਗਵੰਤ ਮਾਨ ਸਾਹਿਬ ਨੇ ਅਸਤੀਫਾ ਦਿੱਤਾ ਸੀ, ਕੀ ਉਹ ਜਦ ਤੋਂ ਪ੍ਰਵਾਨ ਨਹੀਂ ਹੋਇਆ? ਪਰ ਜੇ ਦੇਖਿਆ ਜਾਵੇ ਤਾਂ ਇੱਥੇ ਪੂਰਾ ਇਹ ਆਪਦਾ ਪ੍ਰਧਾਨਗੀ ਨਿਭਾਏ ਰਹੇ ਨੇ ਭਗਵੰਤ ਮਾਨ ਸਾਹਿਬ। ਚਲੋ ਐਨੀਵੇ, ਜੇ ਹੁਣ ਦੁਬਾਰਾ ਇਹਨਾਂ ਨੂੰ ਪ੍ਰਧਾਨ ਬਣਾਉਂਦੇ ਵੀ ਨੇ, ਕੀ ਕੇਜਰੀਵਾਲ ਸਾਹਿਬ ਇਹਨਾਂ ਨੂੰ ਉਹ ਗੱਲ ਦੱਸ ਦੇਣਗੇ, ਇਹ ਜਨਤਕ ਕਰਨਗੇ? ਦੂਜਾ ਇੱਕ ਸਵਾਲ, ਜਿਵੇਂ ਸੁੱਚਾ ਸਿੰਘ ਛੋਟੇਪੁਰ ਨੇ ਉਠਾਇਆ ਸੀ ਵੀ 300 ਕਰੋੜ ਦੇ ਕਰੀਬ ਜਿਹੜੀ ਮਾਇਆ NRIs ਨੇ ਇੱਧਰੋਂ ਭੇਜੀ, ਕਿੰਨੀ ਸਪੋਰਟ ਕੀਤੀ ਪਾਰਟੀ ਦੀ, ਉਹ ਇਹਨਾਂ ਨੇ ਕਿੱਥੇ ਹਜਮ ਕੀਤੀ? ਉਹਦਾ ਕੇਜਰੀਵਾਲ ਜਵਾਬ ਦੇ ਸਕਦਾ। ਔਰ ਦੂਜੇ ਨੰਬਰ ਤੇ ਪੰਨੂ ਸਾਹਿਬ, ਸਾਨੂੰ ਦੁੱਖ ਕੋਈ ਨਹੀਂ, ਠੀਕ ਆ, ਉਹ ਸ਼ਰਾਬ ਛੱਡਦਾ ਆ ਜਾਵੇ, ਮੋਸਟ ਵੈਲਕਮ ਆ, ਪਰ ਪਾਰਟੀ ਦਾ ਆਪਾਂ ਨੂੰ ਵੀ ਪਤਾ ਬਈ ਕਿੰਨੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਸੀ, ਬਹੁਤ ਉਮੀਦ ਸੀ ਬਈ ਕੁਛ ਨਾ ਕੁਛ ਪੰਜਾਬ ਦਾ ਹੋਊਗਾ, ਪਰ ਇਸ ਬੰਦੇ ਦੇ ਮੂਹਰੇ ਲੱਗਣ ਦੇ ਨਾਲ
ਕਿੰਨਾ ਪਾਰਟੀ ਦਾ ਜਿਹੜਾ ਗ੍ਰਾਫ ਆ ਥੱਲੇ ਗਿਆ ਇਹਦੀਆਂ ਹਰਕਤਾਂ ਦੇ ਨਾਲ। ਜੇ ਥੋੜੇ ਵਧੀਆ ਢੰਗ ਦੇ ਨਾਲ ਮੂਹਰੇ ਲਾ ਕੇ ਰਹਿੰਦਾ ਸ਼ਾਇਦ ਅੱਜ ਆਮ ਆਦਮੀ ਪਾਰਟੀ ਦਾ ਰੰਗ ਕੁਛ ਹੋਰ ਹੁੰਦਾ ਜੀ। ਇਹਦੇ ਬਾਰੇ ਦੱਸੋ। ਥੈਂਕ ਯੂ ਜੀ। ਦੇਖੋ ਜਿਹੜਾ ਪਾਸਟ ਹੈ ਉਹ ਤਾਂ ਵਾਪਸ ਨਹੀਂ ਜਿਹੜਾ ਨਹੀਂ ਆਉਂਦਾ। ਉਹ ਤਾਂ ਜਿਹੜੀਆਂ ਬਲੰਡਰ ਕਰ ਲਈਆਂ ਇਹਨਾਂ ਨੇ ਜਿਹੜੀਆਂ ਦੀ ਰਲ ਮਿਲ ਕੇ, ਉਹ ਸਮਾਂ ਨਹੀਂ ਵਾਪਸ ਆਉਣਾ ਜੀ। ਜੇ ਕੁਛ ਲੋਕ ਇਹ ਸੋਚਦੇ ਆ, ਜਿਹੜੇ ਨਵੇਂ ਗੱਠਜੋੜ ਵੀ ਜਿਹੜੇ ਸਾਹਮਣੇ ਆ ਰਹੇ ਆ ਕਿ ਪਤਾ ਨਹੀਂ 14 ਰਿਪੀਟ ਹੋ ਜਾਣਾ, ਨਹੀਂ ਪੋਸੀਬਲ ਨਹੀਂ ਆ ਜੀ। ਇਸ ਤਰ੍ਹਾਂ ਦੀ ਜਿਹੜੀ ਚੇਂਜ ਆਉਂਦੀ ਆ ਉਹ 20-25 ਸਾਲਾਂ ਬਾਅਦ ਕਿਤੇ ਜਿਹੜਾ ਜੀ ਉਹ ਆਉਂਦੀ ਹੁੰਦੀ ਆ। ਏਦਾਂ ਦਾ ਕੁਛ ਵੀ ਹੋਣ ਵਾਲਾ ਨਹੀਂ ਗਾ ਜੇ ਤੁਸੀਂ ਕਿਸੇ ਮੈਜਿਕ ਦੀ ਆਸ ਦੇ ਵਿੱਚ ਉਹ ਬੈਠੇ ਹੋਏ। ਦੂਜੀ ਗੱਲ ਹੈ, ਰਾਜਨੀਤਿਕ ਪਾਰਟੀਆਂ ਕੋਲੇ ਗਏ ਪੈਸੇ ਜਿਹੜੇ ਜੀ ਉਹ ਗੰਗਾ ਗਈਆਂ ਹੱਡੀਆਂ ਵਾਲੀ ਗੱਲ ਹੁੰਦੀ ਹੈ ਜੀ। ਉਹ ਕਦੇ ਵਾਪਸ ਨਹੀਂ ਮੁੜਦੀਆਂ ਹੁੰਦੀਆਂ। ਹਾਂ, ਇੰਨਾ ਜ਼ਰੂਰ ਹੈ ਕਿ ਜਿੰਨੇ ਵੀ ਤੁਸੀਂ ਬੈਠੇ ਹੋ, ਜਿੱਥੇ ਜਿੱਥੇ ਵੀ ਜਿਹੜੇ ਵੀ ਸ਼ਹਿਰ ਦੇ ਵਿੱਚ, ਮੁਲਕ ਦੇ ਵਿੱਚ ਬੈਠੇ ਹੋ, ਇਹ ਆਪਣੇ ਆਪ ਦੇ ਨਾਲ ਤਹਈਆ ਕਰੋ ਕਿ ਰਾਜਨੀਤਿਕ ਪਾਰਟੀਆਂ ਨੂੰ ਅਸੀਂ ਫੰਡ ਨਹੀਂ ਦੇਵਾਂਗੇ ਜੀ। ਤੇ ਅੱਜ ਵੀ ਤੁਸੀਂ ਇਹ ਜਿਹੜਾ ਜੀ ਉਹ ਸੋਚ ਲੈਂਦੇ ਹੋ ਤਾਂ ਯਕੀਨ ਕਰਨਾ, ਜੇ ਤੁਸੀਂ ਰਲ ਕੇ ਇਸ ਗੱਲ ਦੇ ਉੱਤੇ ਪਹਿਰਾ ਦੇ ਦਿਓਗੇ ਤਾਂ ਪੰਜਾਬ ਦੇ ਕੁਛ ਭਲੇ ਦਿਨਾਂ ਦੀ ਆਸ ਜਿਹੜੀ ਹੈ ਜੀ ਉਹ ਪਰਤ ਸਕਦੀ ਆ। ਉਹ ਰੀਜ਼ਨ ਇਹ ਆ ਕਿ ਫਿਰ ਕਮ ਸੇ ਕਮ ਲੋਕ ਸਿਰਫ NRI ਜਿਹੜੇ ਨੇ ਜੀ ਉਹਨਾਂ ਨੂੰ ਭੁਲੇਖਾ ਪਾਉਣ ਦੇ ਵਾਸਤੇ ਪੰਜਾਬ ਦੇ ਅਖੌਤੀ ਮੁੱਦੇ ਜਿਹੜੇ ਜੀ ਉਹ ਨਹੀਂ ਉਠਾਉਣਗੇ। ਅਖੌਤੀ ਇਨ ਦਾ ਸੈਂਸ ਕਿ ਉਹ ਰੀਅਲ ਮੁੱਦਿਆਂ ਦੇ ਵੱਲ ਜਿਹੜਾ ਜੀ ਉਹ ਮੁੜਨਗੇ। ਉਹ ਜਿਹੜੀ ਵੀ ਗੱਲ ਕਰਦੇ ਆ ਉਹ ਇਸ ਗੱਲ ਨੂੰ ਸਾਹਮਣੇ ਰੱਖ ਕੇ ਕਰਦੇ ਆ ਕਿ ਇਸ ਗੱਲ ਦੇ ਉੱਤੇ ਮੈਨੂੰ ਫੰਡ ਜਿਹੜੇ ਆ ਜੀ ਉਹ ਮਿਲ ਸਕਣਗੇ ਜਾਂ ਨਹੀਂ। ਪਰ ਕੁਛ ਕਰ ਸਕਦੇ ਹੋ ਤੁਸੀਂ, ਦਸਵੰਧ ਕੱਢਦੇ ਹੋ, ਹੋਰ ਬੜੇ ਤਰੀਕੇ ਨੇ। ਆਪੋ ਆਪਣੇ ਪਿੰਡਾਂ ਦੇ ਵਿੱਚ ਝਾਤੀ ਜਿਹੜੀ ਨੇੜੇ ਤੇੜੇ ਮਾਰ ਲੈਣਾ, ਕਿਸੇ ਗਰੀਬ ਬੱਚੇ ਨੂੰ, ਕਿਸੇ ਗਰੀਬ ਬੱਚੀ ਨੂੰ ਉਹਦੀ ਐਜੂਕੇਸ਼ਨ ਦਾ ਜ਼ਿੰਮਾ ਜਿਹੜਾ ਜੀ ਉਹ ਲੈ ਲਓ, ਉਹਨੂੰ ਹਾਇਰ ਐਜੂਕੇਸ਼ਨ ਤੱਕ ਜਿਹੜਾ ਜੀ ਉਹ ਪੜ੍ਹਾ ਦਿਓ, ਉਹਦੇ ਨਾਲ ਦੀ ਮਦਦ ਨਹੀਂ ਹੋਊਗੀ। ਜੇ ਤੁਸੀਂ ਇਹ ਸੋਚਦੇ ਹੋ ਕਿ ਫੰਡਸ ਦੇ ਕੇ ਤੁਸੀਂ ਕਿਸੇ ਸਿਆਸੀ ਪਾਰਟੀ ਦੇ ਰਾਹੀਂ ਕੋਈ ਬਹੁਤ ਵੱਡਾ ਬਦਲਾਅ ਜਿਹੜਾ ਜੀ ਉਹ ਲੈ ਆਓਗੇ, ਇਹ ਇੱਕ ਭਰਮ ਭੁਲੇਖਾ ਹੋ ਸਕਦਾ ਹੈ ਜਿਹੜਾ 17 ਦੇ ਵਿੱਚ ਟੁੱਟ ਗਿਆ। ਔਰ ਅੱਗੋਂ ਇਹ ਜਿਹੜਾ ਇਹੋ ਜਿਹਾ ਭਰਮ ਭੁਲੇਖਾ ਨਾ ਬਣੇ, ਇਹਦੇ ਵਾਸਤੇ ਸਮੁੱਚਾ ਜਿਹੜਾ ਪ੍ਰਵਾਸੀ ਭਾਈਚਾਰਾ ਆ ਉਹਨੂੰ ਆਪਣੇ ਆਪ ਦੇ ਨਾਲ ਜਿਹੜਾ ਜੀ ਇਹ ਵਾਅਦਾ ਕਰਨਾ ਪਊਗਾ ਕਿ ਚਾਹੇ ਕੁਝ ਵੀ ਹੋ ਜੇ, ਉਹ ਕਿਸੇ ਸਿਆਸੀ ਪਾਰਟੀ ਨੂੰ, ਸਿਆਸੀ ਵਿਅਕਤੀ ਨੂੰ ਇੱਕ ਦਮੜਾ ਵੀ ਜਿਹੜਾ ਜੀ ਉਹ ਨਹੀਂ ਦਊਗਾ। ਔਰ ਇਹ ਜੇ ਤੁਸੀਂ ਇਹ ਫੈਸਲਾ ਕਰ ਲਓਗੇ ਤਾਂ ਇਹ ਸਿਆਸੀ ਲੋਕਾਂ ਦੀ ਅਕਲ ਟਿਕਾਣੇ ਜਿਹੜੀ ਜੀ ਉਹ ਆ ਸਕਦੀ ਆ। ਨਹੀਂ ਤਾਂ ਅਦਰਵਾਈਜ਼ ਤੁਸੀਂ ਫਿਰ ਦੇਈ ਚੱਲੋ ਜਿੰਨੀ ਕੁ ਦੇਰ ਜਿਹੜਾ ਜੀ ਉਹ ਫੰਡ ਦੇਣਾ। ਸਾਰਾ ਕੁਝ ਇਹ ਫੰਡ ਦੀ ਖਾਤਰ ਹੀ ਹੋ ਰਿਹਾ ਜੀ। ਲੰਬੀ ਲਾਈਨ ਮੈਂ ਤੁਹਾਨੂੰ ਜਿੰਨੀ ਕਹੋ ਜਿਹੜੀ ਉਹ ਗਿਣ ਕੇ ਦੱਸ ਸਕਦਾ ਕਿਸ ਕਿਸ ਟਾਈਮ ਦੇ ਉੱਤੇ ਕਿਹੜੇ ਕਿਹੜੇ ਬੰਦੇ ਨੇ ਸਿਰਫ ਪ੍ਰਵਾਸੀ ਜਿਹੜੇ ਨੇ ਉਹਨਾਂ ਦੀਆਂ ਇਮੋਸ਼ਨਸ ਦੇ ਨਾਲ ਜਿਹੜਾ ਜੀ ਉਹ ਲੋਕ ਖੇਡੇ ਆ। ਚਾਹੇ ਉਹ ਸਿਆਸੀ ਸੀਗੇ ਤੇ ਚਾਹੇ ਉਹ ਗੁਰਬਖਸ਼ ਸਿੰਘ ਵਰਗੇ ਜਿਹੜੇ ਭੁੱਖ ਹੜਤਾਲ ਰੱਖਣ ਵਾਲੇ ਸੀ, ਉਹਨਾਂ ਵਰਗੇ ਲੋਕ ਵੀ ਕਿਉਂ ਨਹੀਂ ਸੀ। ਇਹਨਾਂ ਸਭ ਲੋਕਾਂ ਨੂੰ ਪ੍ਰਵਾਸੀਆਂ ਨੇ, ਬਾਹਰ ਵਾਲਿਆਂ ਨੇ ਅੰਨਾ ਪੈਸਾ ਜਿਹੜਾ ਜੀ ਉਹ ਦਿੱਤਾ। ਉਹਦੇ ਵਿੱਚੋਂ ਸ਼੍ਰੀਮਾਨ ਜੀ ਨਿਕਲਿਆ ਕੀ? ਵਰਗਾੜੀ ਵਾਲੀ ਲੇਟੈਸਟ ਜਿਹੜੀ ਮਿਸਾਲ ਹੈ ਉਹ ਵੀ ਤੁਹਾਡੇ ਸਾਹਮਣੇ ਹੈ। ਕਰੋੜਾਂ ਰੁਪਈਆ ਜਿਹੜਾ ਜੀ ਉਹ ਇਕੱਠਾ ਹੋ ਗਿਆ। ਰੱਬ ਦੇ ਵਾਸਤੇ ਆਪਣੇ ਆਪ ਦੇ ਨਾਲ ਜਿਹੜਾ ਜੀ ਉਹ ਵਾਅਦਾ ਕਰ ਲਓ ਕਿ ਜਿਹੇ ਲੋਕਾਂ ਨੂੰ ਅਸੀਂ ਜਿਹੜੇ ਸਿਰਫ NRI ਨੂੰ ਸਾਹਮਣੇ ਜਿਹੜਾ ਜੀ ਉਹ ਰੱਖ ਕੇ ਪੈਸਾ ਇਕੱਠਾ ਕਰਨ ਦੀ ਖਾਤਰ ਜਿਹੜਾ ਜੀ ਬੋਲਦੇ ਆ, ਉਹਨਾਂ ਨੂੰ ਅਸੀਂ ਪੈਸਾ ਨਹੀਂ ਦੇਵਾਂਗੇ ਤਾਂ ਇੱਥੋਂ ਦੀਆਂ ਸਮੱਸਿਆਵਾਂ ਦਾ ਬਹੁਤ ਸਾਰਾ ਹੱਲ ਨਿਕਲ ਸਕਦਾ ਹੈ। ਬਿਲਕੁਲ ਜੀ। ਗੁਰਦੀਪ ਸਿੰਘ ਜੀ ਆਸਟ੍ਰੇਲੀਆ ਤੋਂ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਗੁਰਦੀਪ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ ਜੀ। ਮੈਂ ਇੱਕ ਛੋਟੀ ਜਿਹੀ ਮੇਰਾ ਛੋਟਾ ਸਵਾਲ ਸੀਗਾ ਵੀ ਹੁਣੇ ਪੰਨੂ ਸਾਹਿਬ ਜੀ ਨੇ ਗੱਲ ਚੱਲ ਰਹੀ ਸੀ ਵੀ ਜਿਸ ਤਰ੍ਹਾਂ ਜਿਹੜੇ ਆਪਾਂ ਨੂੰ ਇਹ ਰਾਜਨੇਤਾ ਆਪਾਂ ਨੂੰ ਮੈਨੀਫੈਸਟੋ ਦੱਸਦੇ ਆ ਇਲੈਕਸ਼ਨ ਦੇ ਵੇਲੇ ਵੀ ਇਸ ਤਰ੍ਹਾਂ ਹੋ ਜਾਊਗਾ, ਇਸ ਤਰ੍ਹਾਂ ਹੋ ਜਾਏਗਾ, ਤੁਹਾਨੂੰ ਅਸੀਂ ਆਹ ਦਿਆਂਗੇ, ਤੁਹਾਨੂੰ ਅਸੀਂ ਉਹ ਦਿਆਂਗੇ। ਤੇ ਪਰ ਸਾਡੇ ਕੋਲੇ ਚਲੋ ਸਾਨੂੰ ਸਾਡੇ ਜਿਹੜੇ ਪਿੱਛੇ ਬੈਠੇ ਨੇ ਉਹਨਾਂ ਨੂੰ ਨਹੀਂ ਲੱਗਦਾ ਪਤਾ, ਉਹ ਵਿਚਾਰੇ ਵੋਟ ਪਾ ਦਿੰਦੇ ਆ। ਪਰ ਹੁਣ ਗੱਲ ਇਹ ਵੀ ਇਲੈਕਸ਼ਨ ਦੁਬਾਰੇ ਫੇਰ ਆ ਰਿਹਾ ਭੈਣ ਜੀ। ਤੇ ਪੰਨੂ ਸਾਹਿਬ ਨੂੰ ਇਹੀ ਮੇਰਾ ਛੋਟਾ ਜਿਹਾ ਕੁਐਸਚਨ ਹੈ ਕਿਉਂਕਿ ਮੇਰੀ ਉਮਰ ਕੋਈ ਜ਼ਿਆਦਾ ਨਹੀਂ, ਆਪਾਂ ਜੀ 34-35 ਸਾਲ ਦਾ ਤੇ ਮੈਂ ਹੁਣ ਅਸੀਂ ਆਪਣੇ ਘਰਦਿਆਂ ਨੂੰ ਕੀ ਦੱਸੀਏ, ਕਿਹਨੂੰ ਵੋਟ ਪਾਓ, ਕਿਹਨੂੰ ਮਤਲਬ ਸਾਡੇ ਲਈ ਕੌਣ ਫਾਇਦੇਮੰਦ ਆ। ਹੁਣ ਆਮ ਆਦਮੀ ਪਾਰਟੀ ਲਾਸਟ ਈਅਰ ਆਪਣੇ ਇਲੈਕਸ਼ਨ ਤੇ ਜਦੋਂ ਹੋਏ 2017 ਚ ਇੱਥੇ ਜੀ ਅਸੀਂ ਸਾਰੇ ਟੈਕਸੀਆਂ ਟਰੱਕ ਚਲਾਉਣੇ ਆ ਜੀ, ਸਾਰਿਆਂ ਨੇ ਅਸੀਂ ਮਿਹਨਤ ਕਰਕੇ $100, $200, $300 ਇਕੱਠੇ ਕਰਕੇ ਆਮ ਆਦਮੀ ਪਾਰਟੀ ਲਈ ਬਹੁਤ ਫੰਡ ਇਕੱਠਾ ਕਰਕੇ ਭੇਜਿਆ ਸਾਰਿਆਂ ਨੇ, ਮੁੰਡਿਆਂ ਨੇ ਇੱਥੇ ਮੈਲਬਰਨ, ਸਿਡਨੀ, ਬ੍ਰਿਸਬੇਨ, ਐਡੀਲੇਡ ਤੋਂ ਜੀ, ਹਰ ਇੱਕ ਨੇ ਹੈਲਪ ਕੀਤੀ, ਜਿੰਨਾ ਵੀ ਦਿਲ ਫੁੱਲ ਕੀਤਾ ਵੀ ਸਾਡੇ ਕੋਈ ਚੇਂਜ ਆਏਗਾ। ਉਹ ਦੇਖੋ ਕੀ ਬਣਿਆ ਜੀ, ਉੱਥੇ ਉਹ ਬਹੁਤ ਭਰੋਸਾ ਟੁੱਟਿਆ। ਹੁਣ ਨੈਕਸਟ ਸਾਨੂੰ ਪਤਾ ਨਹੀਂ ਅਸੀਂ ਕਿੱਧਰ ਜਾਣਾ ਹੈ ਜੀ। ਥੋੜਾ ਇਹਦੇ ਬਾਰੇ ਪਲੀਜ਼ ਚਾਨਣਾ ਪਾਓ। ਅਸੀਂ ਤੁਹਾਡਾ ਪ੍ਰੋਗਰਾਮ ਸੁਣਦੇ ਸਾਰੇ ਇੱਥੇ, ਬੜੀ ਸ਼ਿੱਦਤ ਨਾਲ ਵੇਟ ਕਰਦੇ ਹਾਂ ਇਸ ਟਾਈਮ ਦੀ। ਥੈਂਕ ਯੂ ਭਾਜੀ। ਥੈਂਕ ਯੂ ਜੀ। ਦੇਖੋ ਹਾਲਾਂਕਿ ਬੀਇੰਗ ਏ ਜਰਨਲਿਸਟ ਜੀ ਮੈਨੂੰ ਇਹ ਜਵਾਬ ਜਿਹੜਾ ਹੈ ਇਹ ਸਹੀ ਨਹੀਂ ਗਾ, ਪਰ ਜੇ ਮੈਂ ਇੰਡੀਵਿਜੂਅਲ ਤੌਰ ਦੇ ਉੱਤੇ ਤੁਹਾਨੂੰ ਜਵਾਬ ਦੇਣਾ ਹੋਵੇ
ਮੈਂ ਇਹ ਕਹਿ ਸਕਦਾ ਜੀ ਕਿ ਮੇਰੇ ਕੋਲੇ ਇਸ ਸਵਾਲ ਦਾ ਜਵਾਬ ਹਾਲ ਦੀ ਘੜੀ ਹੈ ਨਹੀਂ ਗਾ ਕਿ ਤੁਸੀਂ ਕਿਹਨੂੰ ਵੋਟ ਜਿਹੜੀ ਉਹ ਪਾਓ। ਕਰੀਏ ਕੀ ਜੀ, ਸਾਰੇ ਇੱਕੋ ਜਿਹੇ ਜਿਹੜੇ ਜੀ ਉਹ ਬਣ ਗਏ ਹੋਏ ਆ। ਮੈਂ ਤੁਹਾਨੂੰ ਦੱਸਿਆ ਕਿ ਸਿਰਫ ਔਰ ਸਿਰਫ ਸੱਤਾ ਪ੍ਰਾਪਤੀ, ਕੁਰਸੀ ਜਿਹੜੀ ਆ ਜੀ ਉਹ ਮੁੱਖ ਰਹਿ ਗਈ ਆ, ਔਰ ਉਹ ਕੁਰਸੀ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਲੈ ਲੈਣਾ ਚਾਹੁੰਦੇ ਨੇ। ਤਾਂ ਹੀ ਕਰਕੇ ਨੀਵੇਂ ਤੋਂ ਨੀਵੇਂ ਪੱਧਰ ਦੇ ਜਿਹੜੇ ਆ ਜੀ ਉਹ ਇਲਜ਼ਾਮਬਾਜ਼ੀ ਚੱਲ ਰਹੀ ਹੈ। ਤੁਸੀਂ ਸੋਸ਼ਲ ਮੀਡੀਆ ਤੇ ਸਾਰੇ ਜੁੜੇ ਹੋਏ ਹੋ, ਵੇਖ ਰਹੇ ਹੋ ਨਾ ਕੀ ਜਿਹੜਾ ਜੀ ਉਹ ਬਣ ਰਿਹਾ। ਕਿਸੇ ਪਾਸੇ ਤਾਂ ਜਿਹੜੀ ਜੀ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਭਾੜ ਹੈ ਉਹ ਆਣ ਖੜੋਂਦੀ ਆ, ਉਹ ਦੇ ਤੇਰੇ ਦੀ ਮਾਂ ਭੈਣ ਇੱਕ ਜਿਹੜੀ ਜੀ ਦੂਜਿਆਂ ਦੀ ਕਰ ਦਿੰਦੇ ਆ, ਘੱਟ ਉੱਧਰ ਵੀ ਕੋਈ ਨਹੀਂ। ਜਦੋਂ ਸੁਖਪਾਲ ਸਿੰਘ ਖਹਿਰਾ ਹੋਰਾਂ ਵਾਲੀ ਜਿਹੜੀ ਧਾੜ ਆ ਉਹ ਆਉਂਦੀ ਆ, ਉਹ ਦੂਜਿਆਂ ਦੀ ਇੱਜ਼ਤ ਕੋਈ ਨਹੀਂ ਜਿਹੜਾ ਜੀ ਉਹ ਛੱਡਦੀ। ਬੈਂਸ ਭਰਾਵਾਂ ਦੀ ਆ ਜਾਂਦੀ ਹੈ ਤੇ ਉਹ ਆਪਣੀ ਜਿਹੜੀ ਜੀ ਉਡਾਉਂਦੇ ਨੇ। ਬੀਜੇਪੀ ਤੇ ਕਾਂਗਰਸ ਦੇ IT ਸੈੱਲ ਕਿੱਡੇ ਵੱਡੇ ਆ ਇਹ ਤਾਂ ਦੱਸਣ ਦੀ ਜ਼ਰੂਰਤ ਨਹੀਂ। ਮੈਂ ਤਾਂ ਇਸ ਕਰਕੇ ਕਿਹਾ ਵੀ ਜਿਹੜੀਆਂ ਇਹ ਖੇਤਰੀ ਪਾਰਟੀਆਂ ਨੇ ਉਹ ਵੀ ਇਸ ਪਾਸੇ ਵੱਲ ਨੂੰ ਜਿਹੜਾ ਜੀ ਉਹ ਤੁਰ ਪਈਆਂ ਕਿ ਖੇਹ ਜਿਹੜੀ ਆ ਜਿੰਨੀ ਉਡਾ ਸਕਦੇ ਹੋ ਉਨੀ ਉਡਾਓ। ਇਸ ਕਰਕੇ ਖੇਹ ਉਡਾ ਰਹੀਆਂ ਨੇ ਜਿਹੜੀਆਂ ਦੀ ਉਹ ਪਾਰਟੀਆਂ। ਇਹਦੇ ਵਿੱਚ ਪੰਜਾਬ ਗਾਇਬ ਹੈ, ਇਹਦੇ ਵਿੱਚ ਮੁਲਕ ਗਾਇਬ ਹੈ, ਇਹਦੇ ਵਿੱਚ ਪੰਜਾਬ ਦੇ ਹੱਦ ਦਰਜੇ ਤੱਕ ਪਛੜ ਚੁੱਕੇ ਲੋਕ ਜਿਹੜੇ ਜੀ ਉਹ ਗਾਇਬ ਨੇ, ਮੁਲਕ ਦੇ ਪਛੜ ਚੁੱਕੇ ਲੋਕ ਗਾਇਬ ਨੇ। ਮੈਂ ਅੰਕੜੇ ਸਾਂਝੇ ਕੀਤੇ ਆ ਖਬਰਾਂ ਦੇ ਵਿੱਚ ਜਿਹੜਾ ਜੀ ਅਮੀਰੀ ਤੇ ਗਰੀਬੀ ਵਾਲੇ। ਨਹੀਂ ਸੁਣ ਸਕੇ ਤੇ ਦੁਬਾਰਾ ਜਿਹੜਾ ਜੀ YouTube ਤੇ ਜਾ ਕੇ ਇੱਕ ਵਾਰੀ ਸੁਣ ਲੈਣਾ। ਜੇ ਰੌਂਗਟੇ ਖੜੇ ਨਾ ਹੋ ਜਾਣ ਤੇ ਜਿਹੜਾ ਜੀ ਉਹ ਕਹਿਣਾ। ਹੁਣ ਇਹ ਇੱਕ ਪਾਸੇ ਦਾ ਇਹਨਾਂ ਅੰਕੜਿਆਂ ਦਾ ਜਿਹੜਾ ਜੀ ਉਹ ਵੇਰਵਾ ਦੇਵਾਂ ਤੁਹਾਨੂੰ, ਗੱਠਜੋੜ ਦੀ ਗੱਲ ਦੱਸਾਂ, ਉਦੋਂ ਮੈਂ ਕਿਵੇਂ ਤੁਹਾਨੂੰ ਜਿਹੜਾ ਜੀ ਇਹ ਕਹਿ ਸਕਦਾ ਕਿ ਫਲਾਂ ਜਿਹੜੀ ਪਾਰਟੀ ਆ ਉਹ ਸਹੀ ਆ, ਉਹਨੂੰ ਵੋਟ ਪਾਉਣ ਦੇ ਵਾਸਤੇ ਕਹਿ ਦਿਓ ਜੀ। ਤੌਬਾ ਹੀ ਆ ਜੀ ਇਸ ਮਾਮਲੇ ਤੇ। ਬਿਲਕੁਲ ਜੀ, ਅਸੀਂ ਅਰਦਾਸ ਵੀ ਝੱਟੀ ਹੋ ਜਾਂਦੇ ਆ ਨਾ। ਅਜੇ ਹੁਣ ਆਮ ਆਦਮੀ ਪਾਰਟੀ ਦੀ ਗੱਲ ਕਰਦੇ ਆ, ਪੰਜਾਬ ਦੇ ਵਿੱਚ ਲੋਕਾਂ ਨੇ ਵੋਟਾਂ ਨਹੀਂ ਪਾਈਆਂ, ਉਹਨਾਂ ਨੂੰ ਨਹੀਂ ਪਾਵਰ ਦੇ ਵਿੱਚ ਆਉਂਦਾ। ਅਰਦਾਸ ਐਡੀ ਛੇਤੀ ਨਾ ਹੋਇਆ ਕਰੋ। ਅੱਗੇ ਸੁਰਿੰਦਰ ਸਿੰਘ ਜੀ ਕੈਨੇਡਾ ਤੋਂ। ਸਤਿ ਸ਼੍ਰੀ ਅਕਾਲ ਪੰਨੂ ਜੀ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਦੋ ਛੋਟੇ ਸਵਾਲ ਨੇ। ਇੱਕ ਤਾਂ ਸਵਾਲ ਆ ਹੈਗਾ ਮੈਡੀਕਲ ਦੇ ਉੱਤੇ, ਸਿਹਤ ਸੁਭਾਵਾਂ, ਤੇ ਦੂਜਾ ਹੈਗਾ ਸਕੂਲਾਂ ਦੇ ਵਾਸਤੇ। ਜਿਹਨਾਂ ਲੋਕਾਂ ਨੇ ਹੁਣ ਸਰਕਾਰ ਨੂੰ ਵੋਟਾਂ ਪਾਈਆਂ ਨੇ, ਚਾਹੇ ਉਹ ਮੇਰਾ ਵੀ ਇਲਾਕਾ, ਮੈਂ ਆਪਦੇ ਇਲਾਕੇ 'ਚ ਵੀ ਕਈਆਂ ਨਾਲ ਗੱਲ ਕੀਤੀ ਵੀ ਤੁਸੀਂ ਸਾਡਾ ਐਡਾ ਵੱਡਾ ਸਰਕਾਰੀ ਸਕੂਲ ਆ ਵੀ ਇਹਨੂੰ ਕਿਉਂ ਨਹੀਂ ਵਧੀਆ ਬਣਾਉਂਦੇ ਸਰਕਾਰ ਨੂੰ ਕਹਿ ਕੇ। ਸਾਡੇ ਸ਼ਹਿਰ 'ਚ ਡਿਸਪੈਂਸਰੀ ਹੁੰਦੀ ਸੀ, ਉਹ ਖਤਮ ਹੋ ਗਈ, ਸਰਕਾਰੀ ਪ੍ਰਾਈਵੇਟ ਹੋ ਗਿਆ ਸਾਰਾ ਕੁਝ। ਵੀ ਕਿਉਂ ਨਹੀਂ ਤੁਸੀਂ ਆਪਦੇ MLA ਨੂੰ ਕਹਿੰਦੇ ਵੀ ਸਾਨੂੰ ਆਹ ਦੋ ਚੀਜ਼ਾਂ ਤਾਂ ਦੇ, ਇੱਥੇ ਸਕੂਲ ਅੱਛਾ ਦੇ, ਡਿਸਪੈਂਸਰੀ ਦੇ। ਹੋਰ ਇਹ ਗੱਲਾਂ ਦੇ ਉੱਤੇ ਜ਼ਿਆਦਾ ਧਿਆਨ ਦਿੰਦੇ ਨੇ। ਜੇ ਕੋਈ ਆ ਜਾਂਦਾ ਉਹਦੀ ਚਾਪਲੂਸੀ ਵੱਲ ਜ਼ਿਆਦਾ ਰਹਿੰਦੇ ਨੇ ਉੱਥੇ। ਦੂਜੀ ਗੱਲ ਹੈਗੀ ਆ EVM ਦੀ। ਆਹ ਹੁਣ ਸਕੈਂਡਲ ਨਿਕਲਿਆ EVM ਦਾ, ਤੁਸੀਂ ਅੱਜ ਨਿਊਜ਼ ਦਿੱਤੀ ਆ ਉਹਦੀ। ਜਿਹੜੇ ਪੋਲੀਟੀਸ਼ੀਅਨ ਨੇ ਜਿੰਨੇ ਵੀ, ਭਾਜਪਾ ਤਾਂ ਚਲੋ ਸੱਤਾ ਦੇ ਵਿੱਚ ਆ, ਦੂਜੀਆਂ ਪਾਰਟੀਆਂ ਨੇ ਜਿੰਨੇ, ਇਹ ਸੁਪਰੀਮ ਕੋਰਟ ਜਾ ਕੇ ਇਹਨੂੰ ਬੰਦ ਕਿਉਂ ਨਹੀਂ ਕਰਵਾਉਂਦੀਆਂ? ਕੀ ਹੁਣ ਇਸ ਸਕੈਂਡਲ ਤੋਂ ਬਾਅਦ ਇਹ ਜਾਣਗੇ ਇਹਨੂੰ ਬੰਦ ਕਰਾਉਣ? ਇਹ ਦੋ ਸਵਾਲ ਸੀ। ਸ਼ੁਕਰੀਆ ਜੀ। ਸੁਣਨ ਨਾਲ ਕੱਟੇ ਹੋਣੇ ਜੀ। ਥੈਂਕ ਯੂ ਜੀ। ਪਹਿਲਾਂ ਤਾਂ ਮੈਂ ਤੁਹਾਡਾ ਪਰਸਨਲ ਤੌਰ ਤੇ ਧੰਨਵਾਦ ਕਰਦਾ ਜੀ। ਜਿਹੜੇ ਮੁੱਢਲੀਆਂ ਲੋੜਾਂ ਵਾਲੀ ਗੱਲ ਹੈ ਜੀ, ਕਿਸੇ ਨੂੰ ਤਾਂ ਚੇਤਾ ਆਈ ਕਿ ਇਹ ਪੰਜਾਬ ਦੇ ਵਿੱਚ ਇਹ ਸਭ ਤੋਂ ਜਿਹੜੀ ਦੀ ਜ਼ਿਆਦਾ ਲੋੜ ਹੈ। ਪੰਜਾਬ ਦੇ ਪਿੱਛੇ ਤਾਂ ਵਾਰੀ ਬੰਨ੍ਹ ਕੇ ਬਿਮਾਰੀਆਂ ਪਈਆਂ ਹੋਈਆਂ ਨੇ ਜੀ। ਜੇ 10-12 ਦਿਨ ਦੀ ਗੱਲ ਹੈ ਕਿ ਡੇਂਗੂ ਤੋਂ ਖਹਿੜਾ ਛੁੱਟਿਆ ਤੇ ਅੱਜ ਸਵਾਈਨ ਫਲੂ ਨੇ ਘੇਰ ਲਿਆ। ਦੂਜੇ ਪਾਸੇ ਸਰਕਾਰ ਕਹਿੰਦੀ ਅਸੀਂ ਸਰਕਾਰੀ ਹਸਪਤਾਲ ਵੀ ਰਹਿਣ ਨਹੀਂ ਦੇਣਾ, ਉਹਨੂੰ ਪ੍ਰਾਈਵੇਟ ਹੱਥਾਂ ਦੇ ਵਿੱਚ ਜਿਹੜਾ ਜੀ ਉਹ ਦੇ ਦੇਣਾ। ਸਵਾਲ ਇਹ ਆ ਕਿ ਲੋਕ ਜਿਹੜੇ ਆ, ਜਦੋਂ ਮਾਨਸਿਕਤਾ ਜਿਹੜੀ ਆ ਨਾ ਜੀ ਉਹ ਲੋਕਾਂ ਦੀ ਖਤਮ ਕਰ ਦਿੱਤੀ ਜਾਵੇ। ਹੁਣ ਜਿਹੜਾ ਇਹ ਸਵਾਲ ਕਰੂਗਾ, ਜਿਹੜੇ ਤੁਸੀਂ ਸਵਾਲ ਉਠਾਏ ਨੇ, ਉਹ ਇੱਕ ਉਹੀ ਬੰਦਾ ਕਰ ਸਕਦਾ ਨਾ ਜਿਹਨੂੰ ਪਤਾ ਹੈ ਜ਼ਰੂਰਤਾਂ ਕੀ ਨੇ। ਉਹ ਐਜੂਕੇਟਡ ਹੋਣਾ ਜ਼ਰੂਰੀ ਹੈ ਕਿ ਉਹ ਸਵਾਲ ਕਰੇ ਕਿਵੇਂ। ਇੱਥੇ ਗੋਡਾ ਕਲਚਰ ਜਿਹੜਾ ਆਇਆ ਜੀ ਉਹਨੇ ਤਬਾਹ ਕਰਕੇ ਰੱਖੀ। ਐਜ ਸੂਨ ਕੋਈ ਰਾਜਨੀਤਿਕ ਬੰਦਾ ਆਉਂਦਾ ਜੀ, ਉਹਦੇ ਝੱਟ ਦੇ ਨਹੀਂ ਗੋਡੀਆਂ ਜਿਹੜਾ ਜੀ ਉਹ ਲਾ ਦਿੰਦੇ ਆ। ਸਵਾਲ ਤਾਂ ਬਹੁਤ ਦੂਰ ਦੀ ਗੱਲ ਹੈ। ਜਦੋਂ ਤੁਸੀਂ ਕਿਸੇ ਦੇ ਗੋਡੀ ਹੱਥ ਲਾਤਾ, ਉਹਦੇ ਤੋਂ ਤੁਸੀਂ ਸਵਾਲ ਜਿਹੜਾ ਜੀ ਉਹ ਕੀ ਕਰ ਸਕਦੇ ਹੋ? ਉਹਨੂੰ ਵੀ ਪਤਾ ਕਿ ਸਵਾਲ ਹੋਣ ਨਹੀਂ ਦੇਣਾ। ਜਿਹੜੇ ਉਹਦੇ ਆਲੇ ਦੁਆਲੇ ਉਹ ਬੰਦੇ ਇੰਨੇ ਲੈ ਕੇ ਕਿਉਂ ਤੁਰਦਾ ਕੋਈ ਰਾਜਨੀਤਿਕ ਬੰਦਾ? ਉਹ ਰੋਕਣ ਟੋਕਣ ਵਾਲੇ ਹੁੰਦੇ ਆ ਜੀ, ਜਿਹੜੇ ਉਹ ਕਹਿੰਦੇ ਆ ਨਾ 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 ਕੋਈ ਨਹੀਂ, ਬਸ ਇਹ ਸਵਾਲ ਨਹੀਂ ਜਿਹੜਾ ਜੀ ਉਹ ਕਰਨਾ, ਉਹ ਕਰਨ ਹੀ ਨਹੀਂ ਦਿੰਦੇ। ਅਧੀਏ ਪਊਏ ਦੇ ਉੱਤੇ ਜਿਹੜੇ ਜੀ ਉਹ ਲੋਕ ਲਾ ਦਿੱਤੇ ਗਏ। ਪੰਜਾਬ ਦੇ ਤਾਂ ਅਜੇ ਹੋਰ ਮਾੜੇ ਦਿਨ ਜਿਹੜੇ ਆ ਜੀ ਆਉਣੇ ਆ। ਸਵਾਲ ਕਰਨ ਵਾਲੇ ਨਵੀਂ ਜਨਰੇਸ਼ਨ ਮੁੰਡੇ ਕੁੜੀਆਂ ਉਹ ਬਾਹਰ ਚਲੇ ਗਏ। ਇੱਥੇ ਕਿਹੜੇ ਜਿਹੜਾ ਜੀ ਉਹ ਰਹਿ ਗਏ ਜਿਹੜੇ ਸਰਕਾਰੀ ਸਕੂਲਾਂ ਦੇ ਵਿੱਚ ਨੇ। ਮੈਂ ਗਲਤ ਨਹੀਂ ਤਾਂ 2-3 ਦਿਨ ਪਹਿਲਾਂ ਮੈਂ ਅੰਕੜੇ ਜਿਹੜੇ ਜੀ ਉਹ ਦਿੱਤੇ ਸੀਗੇ ਕਿ ਜਿਹੜਾ 10% ਰਾਖਵਾਂਕਰਨ ਹੋਇਆ, ਜਿਹੜੀਆਂ ਉੱਪਰਲੀਆਂ ਜਾਤਾਂ ਨੇ, ਉੱਚੀਆਂ ਜਾਤਾਂ ਜਿਹਨਾਂ ਨੂੰ ਕਹਿੰਦੇ ਆ, ਉਹਦਾ ਫਾਇਦਾ ਪੰਜਾਬ ਦੇ ਵਿੱਚ ਨਹੀਂ ਹੋਣਾ ਕਿਸੇ ਨੂੰ। ਉਹਦਾ ਰੀਜ਼ਨ ਇਹ ਆ ਜਿਹੜਾ ਜੀ, ਇੱਕ ਤਾਂ ਜਿਹੜੇ ਗਰੀਬ ਨੇ, ਆਰਥਿਕ ਪੱਖੋਂ ਪਛੜੇ ਹੋਏ ਆ, ਚਾਹੇ ਚਲੋ ਤੁਸੀਂ ਉਹ ਜੱਟ ਬਰਾਦਰੀ ਜਿਹੜੀ ਲੈ ਲਓ, ਜਾਂ
ਜਿਹੜੇ ਹਿੰਦੂ ਭਾਈਚਾਰੇ ਦੇ ਵਿੱਚੋਂ ਪੰਡਤ ਜਿਹੜੇ ਜੀ ਉਹ ਲੈ ਲਓ, ਉਹ ਜਿਹੜੇ ਪਛੜੇ ਹੋਏ ਬਹੁਤ ਗਰੀਬ ਨੇ ਜਿਹੜੇ ਜੀ, ਉਹ ਵਿਚਾਰੇ ਆਪਣੇ ਬੱਚੇ ਨੂੰ ਕਿਸੇ ਚੱਜ ਦੀ ਜਗ੍ਹਾ ਦੇ ਉੱਤੇ ਐਜੂਕੇਸ਼ਨ ਨਹੀਂ ਦਵਾ ਸਕਦੇ। ਹਾਇਰ ਐਜੂਕੇਸ਼ਨ ਦੀ ਮੈਂ ਗੱਲ ਜਿਹੜੀ ਉਹ ਕਰ ਰਿਹਾ। ਜਿਹੜੀਆਂ ਸਰਕਾਰੀ ਯੂਨੀਵਰਸਿਟੀਜ਼ ਨੇ, ਕੋਈ ਕੋਰਸ ਉਹਦੇ ਵਿੱਚ 3 ਲੱਖ ਤੋਂ ਘੱਟ, 1.5 ਲੱਖ ਤੋਂ ਘੱਟ ਜਿਹੜਾ ਜੀ ਉਹ ਨਹੀਂ ਹੈਗਾ। ਜਿਹੜਾ ਪਛੜਿਆ ਹੋਇਆ ਵਿਚਾਰਾ ਉਹ 1.5 ਲੱਖ, 2 ਲੱਖ, 3 ਲੱਖ ਕਿੱਥੋਂ ਲਊਗਾ ਜੀ? ਉਹ ਆਪਣੇ ਬੱਚੇ ਨੂੰ ਐਜੂਕੇਸ਼ਨ ਦਵਾ ਕੇ ਉਸ 10% ਰਾਖਵਾਂਕਰਨ ਦੇ ਵਿੱਚ ਜਿਹੜਾ ਜੀ ਉਹ ਪਾਰਟੀਸਪੇਟ ਕਰਨ ਦੇ ਵਾਸਤੇ। ਇਹ ਫਿਰ ਕਿਹਦੇ ਵਾਸਤੇ ਰਹਿ ਜਾਣਗੀਆਂ? ਜਿਹੜਾ ਜੀ ਉਹ ਅਮੀਰ ਨੇ। ਅਮੀਰੀ ਤੇ ਗਰੀਬੀ ਦਾ ਜਿਹੜਾ ਨਾ ਜੀ ਪਾੜਾ, ਉਹਨੇ ਐਕਚੁਅਲੀ ਇਹ ਐਸਾ ਉਹ ਉਲਝਾ ਦਿੱਤਾ ਗਰੀਬ ਬੰਦਾ, ਉਹ ਸਵਾਲ ਕਰਨ ਜੋਗਾ ਰਿਹਾ ਹੀ ਨਹੀਂ। ਉਹਦੀ ਮਾਨਸਿਕਤਾ ਹੀ ਖਤਮ ਜਿਹੜੀ ਜੀ ਉਹ ਕਰ ਦਿੱਤੀ ਗਈ। ਜਿੱਥੋਂ ਤੱਕ EVM ਦੀ ਗੱਲ ਹੈ ਜੀ, EVM ਸੁਪਰੀਮ ਕੋਰਟ ਦੇ ਵਿੱਚ ਹੁਣ ਸਵਾਲ ਇਹ ਆ, ਪਿਛਲੇ ਦਿਨਾਂ ਦੇ ਵਿੱਚ CBI ਵਾਲਾ ਮਾਮਲਾ ਜਿਹੜਾ ਜੀ ਹੋ ਗਿਆ, ਮੈਂ ਤੁਹਾਨੂੰ ਉਹ ਇੱਕ ਸਿੰਬੋਲਿਕ ਰੂਪ ਦੇ ਵਿੱਚ ਉਹਦਾ ਜਿਹੜਾ ਜੀ ਉਹ ਦੱਸਦਾ। ਉਸ ਮਸਲੇ ਦੇ ਉੱਤੇ ਅਲੋਕ ਵਰਮਾ ਵਾਲੇ ਮਾਮਲੇ ਦੇ ਉੱਤੇ ਜਿਹੜਾ ਜੀ ਉਹ ਜਿਸ ਕਿਸਮ ਦੀ ਸਾਰੀ ਕਹਾਣੀ ਜਿਹੜੀ ਜੀ ਉਹ ਤੁਹਾਡੇ ਸਾਹਮਣੇ ਆਈ, ਮੇਰਾ ਖਿਆਲ ਉਸ ਤੋਂ ਬਾਅਦ ਕਹਿਣ ਦੀ ਕੁਛ ਜ਼ਰੂਰਤ ਜਿਹੜੀ ਜੀ ਉਹ ਬਚਦੀ ਆ ਜਿਹੜੀ ਕਿਸੇ ਤਰ੍ਹਾਂ ਦੀ। ਹਾਂ, ਹੁਣ ਇਹ ਜਿਹੜਾ ਹੈਕਰ ਵਾਲੀ ਜਿਹੜੀ ਹੈ ਜੀ ਇਹ ਗੱਲ ਸਾਹਮਣੇ ਆਈ ਆ, ਜਿਹੜਾ ਮੌਜੂਦਾ ਸਰਕਾਰ ਦਾ IT ਵਿੰਗ ਹੈ, ਮੈਂ ਪੜ੍ਹ ਰਿਹਾ ਸੀ ਸਵੇਰ ਦਾ, ਉਹ ਪੂਰਾ ਸਰਗਰਮ ਹੋਇਆ ਪਿਆ ਜੀ ਇਸ ਗੱਲ ਨੂੰ ਲੈ ਕੇ ਕਿ ਲਓ ਜੀ ਹੁਣ ਵਿਰੋਧੀ ਪਾਰਟੀਆਂ ਜਿਹੜੀਆਂ ਉਹ ਮੂੰਹ ਬੰਨੇ ਹੋਏ ਲੋਕਾਂ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਜੀ ਉਹ ਜਾ ਕੇ ਇਸ EVM ਦੇ ਇਸ਼ੂ ਨੂੰ ਜਿਹੜਾ ਉਠਾਉਣਗੀਆਂ। ਪੂਰਾ ਜ਼ੋਰ ਜਿਹੜਾ ਜੀ ਇਸ ਵੇਲੇ ਸੋਸ਼ਲ ਮੀਡੀਆ ਤੇ ਚੜਿਆ ਪਿਆ ਜੀ ਇਸ ਗੱਲ ਨੂੰ ਲੈ ਕੇ ਕਿ ਉਹਨੂੰ ਕੱਟਣ ਦੇ ਵਾਸਤੇ। ਹਾਲਾਂਕਿ ਉਹ ਜਿਹੜੀ ਪ੍ਰੈਸ ਕਾਨਫਰੰਸ ਹੈ ਕਿਸੇ ਰਾਜਨੀਤਿਕ ਪਾਰਟੀ ਨੇ ਨਹੀਂ ਜਿਹੜਾ ਜੀ ਉਹ ਉਠਾਈ, ਉਹ ਜਰਨਲਿਸਟਾਂ ਨੇ ਜਿਹੜੀ ਜੀ ਪ੍ਰੈਸ ਕਾਨਫਰੰਸ ਰੱਖੀ ਸੀ ਇੰਗਲੈਂਡ ਦੇ ਵਿੱਚ, ਔਰ ਉਹ USA ਤੋਂ ਜਿਹੜਾ ਹੈਕਰ ਹੈ ਜੀ ਉਹ ਗੱਲ ਕਰ ਰਿਹਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਇਹ ਹੈਕਿੰਗ ਹੁੰਦੀ ਹੈ। ਜਿਹੜੀ ਤੁਹਾਨੂੰ ਮੈਂ IT ਵਿੰਗ ਦੀ ਜਿਹੜੀ ਗੱਲ ਦੱਸੀ ਆ, ਇਹ ਉਹਨੂੰ ਕਿਸੇ ਚੰਗੀ ਚੀਜ਼ ਨੂੰ ਜਿਹੜਾ ਜੀ ਕੱਟਣ ਦੇ ਵਾਸਤੇ ਇੱਕਦਮ ਜਿਹੜਾ ਜੀ ਉਹ ਐਕਟਿਵ ਹੋ ਜਾਂਦੇ ਆ। ਔਰ ਫਿਰ ਉਹ ਕਹਾਣੀ ਉਹ ਆ ਜਾਂਦੀ ਜਿਹੜੀ 6ਵੀਂ 7ਵੀਂ ਚ ਆਉਂਦੀ ਹੁੰਦੀ ਸੀ ਵੀ ਕੋਈ ਬੱਕਰੀ ਦਾ ਬੱਚਾ ਚੁੱਕੀ ਜਾਂਦਾ ਸੀ, ਕਿਸੇ ਨੇ ਆ ਕੇ ਕਿਹਾ ਕੁੱਤਾ ਕਿੱਧਰ ਚੁੱਕੀ ਜਾਂਦਾ, ਉਹ ਕਹਿੰਦਾ ਕੁੱਤਾ ਨਹੀਂ ਬੱਕਰੀ ਦਾ ਬੱਚਾ। ਦੂਜਾ ਫੇਰ ਆ ਕੇ ਕਹਿੰਦਾ, ਤੀਜਾ ਫੇਰ ਕਹਿੰਦਾ, ਉਹ ਸੁੱਟ ਕੇ ਜਿਹੜਾ ਭੱਜ ਗਿਆ ਸੀ। ਜਦੋਂ ਬਹੁਤਾ ਕੁਛ ਤੁਸੀਂ ਉਹਦੇ ਉਲਟੀ ਸੁਣੀ ਜਾਓਗੇ, ਤੁਹਾਨੂੰ ਵੀ ਇਹ ਲੱਗਣ ਲੱਗ ਜੂਗਾ ਵੀ ਹਾਂ ਆਹ ਜਿਹੜੇ ਜ਼ਿਆਦਾ ਕਹਿੰਦੇ ਆ ਨਾ ਜੀ ਇਹ ਮੈਨੂੰ ਜਿਹੜਾ ਜੀ ਉਹ ਸਹੀ ਲੱਗਦੇ ਆ। ਇਸ ਕਰਕੇ ਉਹਨਾਂ ਪਾਰਟੀਆਂ ਦਾ ਗਲਬਾ ਇੰਨਾ ਜ਼ਿਆਦਾ ਜਿਹੜਾ ਜੀ ਉਹ ਪੈ ਚੁੱਕਿਆ ਹੋਇਆ, ਉਹ ਤੋੜ ਸਕਣਾ ਅਸੰਭਵ ਤਾਂ ਮੈਂ ਨਹੀਂ ਜਿਹੜਾ ਜੀ ਕਹਿੰਦਾ ਕਿ ਇਹ ਅਸੰਭਵ ਆ, ਪਰ ਇੰਨਾ ਜ਼ਰੂਰ ਆ ਕਿ ਔਖਾ ਬਹੁਤ ਹੋ ਗਿਆ ਜੀ। ਅੱਗੇ ਸੁਖਵਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਮੈਂ ਫੋਨ ਤੁਹਾਡਾ ਫੁੱਲੇ ਸਰ 4 ਸਾਲ ਤੋਂ ਬਾਅਦ ਮੈਂ ਭੈਣ ਨੂੰ ਫੋਨ ਪਹਿਲੀ ਵਾਰੀ ਕਰ ਰਿਹਾ ਅੱਜ। ਬਹੁਤ ਮਿਹਰਬਾਨੀ ਜੀ, ਥੈਂਕ ਯੂ। ਤੇ ਤੁਹਾਨੂੰ ਸਾਡੀਆਂ ਜਿਹੜੀਆਂ ਖਬਰਾਂ ਆ ਮੈਨੂੰ ਉਹਦਾ ਤੁਹਾਡਾ ਸਲੂਟ ਕਰਦਾ ਆ। ਮੈਂ ਤੈਨੂੰ ਇਸ ਕਰਕੇ ਫੋਨ ਕਰਨ ਲੱਗਾ ਕਿ ਜਿਹੜੇ ਭਗਵੰਤ ਮਾਨ ਸਾਹਿਬ ਨੇ ਜਿਹੜੀ ਸ਼ਰਾਬ ਛੱਡੀ ਹੈ, ਮੈਂ ਉਹਨੂੰ ਐਪਰੀਸ਼ੀਏਟ ਕਰਾਂਗੀ, ਉਹ ਚੰਗੇ ਕੰਮ 'ਚ ਆ ਗਿਆ ਹੈਗਾ। ਬਾਕੀ ਜਿੰਨੇ ਉਹਨੇ ਕੰਮ ਕੀਤੇ ਆ, ਚਾਹੇ ਸਿੱਧੂ ਨੇ ਕੀਤੇ ਆ, ਚਾਹੇ ਉਹਨੇ ਕੀਤੇ, ਚਾਹੇ ਇਮਰਾਨ ਖਾਨ ਕੀਤੇ, ਸਾਨੂੰ ਉਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਸਾਰਿਆਂ ਨੂੰ। ਸਾਨੂੰ ਉਹਨਾਂ ਦੀਆਂ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ ਜੀ। ਤੇ ਬਾਕੀ ਤੁਸੀਂ ਜਿਹੜਾ ਇੱਕ ਅੱਜ ਨਵਾਂ ਸੁਣਾਉਂਦੇ ਉਹਨੂੰ ਜ਼ਰੂਰ ਸੁਣਾਇਆ ਕਰੋ ਦੁਬਾਰਾ, ਉਹਨੂੰ ਫਿਰ ਲਿਆਓ ਦੁਬਾਰਾ। ਠੀਕ ਹੈ ਜੀ। ਥੈਂਕ ਯੂ ਜੀ, ਬਹੁਤ ਮਿਹਰਬਾਨੀ। ਥੈਂਕ ਯੂ ਜੀ, ਬਹੁਤ ਧੰਨਵਾਦ। ਇਹ ਸਾਡੇ ਨਾਲ ਜੁੜੇ ਹੋਏ ਨੇ ਗੁਰਦੀਪ ਸਿੰਘ ਜੀ ਸਿਆਟਲ ਤੋਂ। ਹੈਲੋ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰੇ 2 ਸਵਾਲ ਹੈ ਛੋਟੇ। ਇੱਕ ਤਾਂ ਦੱਸਿਓ, ਦੂਜੇ ਦਾ ਸਕਾਟਲੈਂਡ ਬਾਰੇ ਦਾ ਜੱਗੀ ਜੋਲ ਦਾ ਕੀ ਅਪਡੇਟ ਹੈ ਕੋਈ ਹੋਵੇ ਤਾਂ। ਇੱਕ ਥੋੜੇ 2 ਵੀਕ ਪਹਿਲੋਂ ਪੰਨੂ ਜੀ ਨੇ ਡਿਟੇਲ ਦੱਸੀ ਸੀ, ਇੱਕ ਡਿਟੇਲ ਜਿਹੜੀ ਬੈਂਡਾਂ ਵਾਲਿਆਂ ਦੀ, ਆਈਲੈਟਸ ਵਾਲਿਆਂ ਦੀ ਕਿੱਦਾਂ ਪੈਸੇ ਕਮਾਉਣੇ, ਕਿੱਦਾਂ ਉਹ ਪੁੱਛਣਾ ਸੀ ਵੀ ਉਹ ਟੈਕਸ ਉਹਨਾਂ ਨੂੰ ਕੋਈ ਟੈਕਸ ਉਹਨਾਂ ਨੂੰ ਜ਼ਰੂਰੀ ਦਿੰਦੇ ਹੋਣਗੇ ਵੀ ਪੰਜਾਬ ਸਰਕਾਰ ਨੂੰ ਉਹਨਾਂ ਵੱਲੋਂ ਕੋਈ ਟੈਕਸ ਜਾਂਦਾ ਹੋਊਗਾ? ਇਹ ਦੱਸਿਓ। ਥੈਂਕ ਯੂ। ਰਜਿਸਟਰਡ ਜਿਹੜੀਆਂ ਦੀ ਉਹ ਕੰਪਨੀਆਂ ਨੇ, ਉਹਦੇ 'ਚ ਸਵਾਲ ਜਿਹੜਾ ਨਾ ਜੀ ਇਹ ਆ ਕਿ ਜਿਹੜੀਆਂ ਟੈਸਟ ਲੈਂਦੀਆਂ ਨੇ ਉਹ ਤਾਂ ਰਜਿਸਟਰਡ ਨੇ। ਅੱਛਾ, ਉਹਦੀ ਜਿਹੜੀ ਟ੍ਰੇਨਿੰਗ ਕਰਾਉਂਦੀਆਂ ਨੇ, ਜਿਹੜੇ ਅੱਗੇ ਸੈਂਟਰ ਜਿਹੜੇ ਜੀ ਖੁੱਲ੍ਹੇ ਹੋਏ, ਉਹ ਅਨਰਜਿਸਟਰਡ ਬਹੁਤ ਨੇ ਜੀ। ਉਹਨਾਂ ਨੇ ਟੈਕਸ ਜਿਹੜਾ ਉਹ ਕਿੱਥੋਂ ਦੇਣਾ? ਕਿਤੋਂ ਵੀ ਨਹੀਂ। ਇਹ ਬਹੁਤ ਵੱਡਾ ਚੂਨਾ ਜਿਹੜਾ ਜੀ ਉਹ ਪੰਜਾਬ ਦੀ ਸਰਕਾਰ ਨੂੰ ਲੱਗ ਰਿਹਾ। ਪੰਜਾਬ ਨੂੰ ਤਾਂ ਜਿਹੜਾ ਲੱਗ ਰਿਹਾ ਉਹ ਤਾਂ ਪਰਿਵਾਰਾਂ ਨੂੰ ਲੱਗ ਰਿਹਾ, ਪੰਜਾਬ ਸਰਕਾਰ ਨੂੰ ਵੀ ਇਹਦੇ ਵਿੱਚ ਜਿਹੜਾ ਦੀ ਵੱਡਾ ਚੂਨਾ ਲੱਗ ਰਿਹਾ। ਇਸ ਪਾਸੇ ਵੱਲ ਕੋਈ ਧਿਆਨ ਦੇਣ ਲਈ ਤਿਆਰ ਨਹੀਂ ਗਾ। ਇਸ ਕਰਕੇ ਇਹ ਜਿਹੜੇ ਬਹੁਤੇ ਵੱਡੇ ਸੈਂਟਰ ਨੇ ਜੀ, ਉਹਨਾਂ ਦੇ ਪਿੱਛੇ ਕੋਈ ਨਾ ਕੋਈ ਰਾਜਨੀਤਿਕ ਹਸਤੀ ਬੈਠੀ ਹੈ ਜੀ, ਉਹਦੇ ਓਨਰ ਦੇ ਵਜੋਂ, ਚਾਹੇ ਕੁਝ ਪਰਸੈਂਟ ਹੀ ਹੈ। ਜਿਹੜੀ ਤੁਸੀਂ ਦੂਸਰੀ ਗੱਲ ਜੱਗੀ ਜੌਲ ਹੋਰਾਂ ਵਾਲੀ ਪੁੱਛੀ ਆ, ਮੈਂ ਕੱਲ ਉਹਦੀ ਡਿਟੇਲ ਸਾਂਝੀ ਕੀਤੀ ਸੀ। ਦਲਜੀਤ ਸਿੰਘ ਹੋਰੀ ਜਿਹੜੇ ਨਾਲ ਗ੍ਰਿਫਤਾਰ ਹੋਏ ਸੀ ਇੰਗਲੈਂਡ ਤੋਂ, ਜਿਹੜਾ ਆਇਆ ਸੀ ਉਹ ਰਿਹਾ ਹੋ ਗਿਆ ਜੀ ਜ਼ਮਾਨਤ ਤੇ। ਜੱਗੀ ਜੌਲ ਦੇ ਕੁਝ ਕੇਸ ਹੋਰ ਅਜੇ ਜਿਹੜੇ ਰਹਿੰਦੇ ਆ, ਜਿਨ੍ਹਾਂ ਦੀ ਜ਼ਮਾਨਤ ਜਿਹੜੀ ਜੀ ਉਹ ਹੋਣੀ ਬਾਕੀ ਹੈ। ਉਮੀਦ ਹੈ ਇਸ ਗੱਲ ਦੀ
ਕਿ ਉਹਨੂੰ ਉਹਨਾਂ ਕੇਸਾਂ ਦੇ ਵਿੱਚ ਵੀ ਜ਼ਮਾਨਤ ਜਿਹੜੀ ਆ ਜੀ ਉਹ ਮਿਲ ਜਾਣੀ ਆ। ਉਹਦਾ ਕਾਰਨ ਜਿਹੜਾ ਜੀ ਉਹ ਸਭ ਨੂੰ ਪਤਾ ਕਿ ਕਿਵੇਂ ਜਿਹੜਾ ਜੀ ਇਹ ਸਾਰਾ ਕੁਝ ਕੀਤਾ ਗਿਆ ਸੀਗਾ, ਜਿੰਨਾ ਵੱਡਾ ਬਣਾ ਕੇ ਪੇਸ਼ ਕੀਤਾ ਗਿਆ ਸੀਗਾ। ਜੇ ਇਹਦੇ ਵਿੱਚ ਕੁਝ ਹੁੰਦਾ ਤੇ ਜਿਹੜੀਆਂ ਇਨਵੈਸਟੀਗੇਸ਼ਨ ਕਰਨ ਵਾਲੀਆਂ ਏਜੰਸੀਜ਼ ਸੀਗੀਆਂ ਉਹ 90 ਦਿਨਾਂ ਦੇ ਵਿੱਚ ਫਿਰ ਕੁਝ ਲੱਭ ਕੇ ਨਾ ਲੈ ਆਉਂਦੀਆਂ, ਉਹ 90 ਦਿਨ ਹੋਰ ਮੰਗੀ ਜਾਂਦੀਆਂ ਸੀ। ਇਹਦੇ ਵਾਸਤੇ ਅਦਾਲਤ ਦੇ ਧੰਨਵਾਦੀ ਹੋਣਾ ਜਿਹੜਾ ਜੀ ਉਹ ਚਾਹੀਦਾ। ਉਹ ਮਾਨਯੋਗ ਜੱਜ ਸਾਹਿਬ ਜਿਹੜੇ ਨੇ ਫਰੀਦਕੋਟ ਤੋਂ, ਉਹਨਾਂ ਨੇ ਕਿਹਾ ਨਹੀਂ ਹੋਰ ਸਮਾਂ ਨਹੀਂ ਮਿਲੂਗਾ। ਜੇ 90 ਦਿਨਾਂ ਦੇ ਵਿੱਚ ਤੁਸੀਂ ਨਹੀਂ ਇਹ ਲੱਭ ਸਕੇ ਤੇ ਹੋਰ 90 ਦਿਨਾਂ ਦੇ ਵਿੱਚ ਤੁਸੀਂ ਕਿੱਥੋਂ ਜਿਹੜਾ ਜੀ ਉਹ ਲੱਭ ਲਓਗੇ। ਇਹ ਫਲਾਨਾ ਵੈਸਟਰਨ ਯੂਨੀਅਨ ਸੀ, ਧਮਕਾਨਾ ਉਹ ਸੀ, ਇੱਦਾਂ ਕੋਈ ਇਹਨਾਂ ਦੇ ਜਿਹੜੇ ਜੀ ਉਹ ਕੇਸ ਖੜਦੇ ਆ, ਕੇਸ ਬਣਾ ਦਿੱਤੇ ਗਏ, ਪ੍ਰੂਵ ਕਰਨੇ ਤਾਂ ਔਖੇ ਆ ਨਾ ਜੀ। ਉਹਦੀ ਜ਼ਮਾਨਤ ਬਾਕੀ ਕੇਸਾਂ ਦੇ ਵਿੱਚ ਵੀ ਆਉਂਦੇ ਦਿਨਾਂ ਦੇ ਵਿੱਚ ਹੋ ਜਾਣ ਦੀ ਸੰਭਾਵਨਾ ਹੈ। ਦਿਲਜੀਤ ਜੇਲ੍ਹ ਚੋਂ ਰਿਹਾ ਹੋ ਗਿਆ ਜੀ। ਰਘਵੀਰ ਸਿੰਘ ਜੀ, ਮੋਹਨ ਲਾਲ ਜੀ, ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਮੇਰਾ ਸਵਾਲ ਹੈ ਜੀ, ਪਿਛਲੇ ਦਿਨੀ ਕੁਝ ਮਹਿਕਮੇ ਜੰਗਲਾਤ ਦੀ ਖਬਰ ਆਈ ਸੀਗੀ ਜੀ, ਜਿਹੜੀ ਮਹਿਕਮੇ ਨੇ ਗਵਰਨਮੈਂਟ ਨੇ ਸਾਲਾਨਾ ਰਿਪੋਰਟ ਭੇਜੀ ਸੀਗੀ ਜੀ, ਉਹ 'ਚ ਪ੍ਰਸ਼ੰਸਾ ਪੱਤਰ ਦਾ ਜ਼ਿਕਰ ਕੀਤਾ ਸੀਗਾ ਜੀ, ਔਰ ਪ੍ਰਸ਼ੰਸਾ ਪੱਤਰ ਸੀਗਾ ਜੀ ਉਹ ਸੀਗਾ ਜੀ ਬੋਕਸ ਪਾਇਆ ਗਿਆ। ਇੱਕ ਉਹਦੇ ਬਾਅਦ ਦੱਸਣਾ ਜੀ, ਨੰਬਰ 2 ਹੈਗਾ ਜੀ, ਅਕਾਲੀ ਬੀਜੇਪੀ ਸਰਕਾਰ ਵੇਲੇ ਐਸਓਏ ਨਹਿਰ ਤੇ ਜੀ ਅੰਨ੍ਹੇਵਾਹ ਦਰਖਤਾਂ ਦੀ ਕਟਾਈ ਹੋਈ ਸੀਗੀ ਜੀ, ਕੀ ਹੁੰਦੀ ਸਰਕਾਰ ਦਾ ਕੋਈ ਕਾਰਵਾਈ ਕਰ ਰਹੀ ਹੈ ਜੀ ਭਰਪਾਈ ਵਾਸਤੇ ਜੋ ਨੁਕਸਾਨ ਤੇ ਹੋਇਆ? ਇਹਦਾ ਜ਼ਰੂਰ ਦੱਸਿਓ ਜੀ, ਬਹੁਤ ਮਿਹਰਬਾਨੀ ਜੀ। ਥੈਂਕ ਯੂ ਜੀ। ਪ੍ਰਸ਼ੰਸਾ ਪੱਤਰ ਵਾਲਾ ਜਿਹੜਾ ਮਸਲਾ ਜੀ ਉਹ ਚੱਲੀ ਜਾਂਦਾ ਜੀ, ਉਹ ਬੋਗਸ ਵਾਲਾ ਮਾਮਲਾ ਜਿਹੜਾ ਜੀ, ਬਸ ਗੱਲ ਇਹ ਆ ਕਿ ਉੱਥੇ ਕੀ ਖਬਰਾਂ 1-2 ਦਿਨਾਂ ਜੋਗੀਆਂ ਜਿਹੜੀਆਂ ਜੀ ਉਹ ਰਹਿ ਗਈਆਂ, ਬਸ ਉਦੋਂ ਬਾਅਦ ਤਾਂ ਉਹਦੇ ਵਿੱਚ ਕੋਈ ਨਵੀਂ ਪ੍ਰੋਗਰੈਸ ਜਿਹੜੀ ਜੀ ਉਹ ਦਿਸੀ ਨਹੀਂ। ਜਦੋਂ ਅਕਾਲੀ ਬੀਜੇਪੀ ਸਰਕਾਰ ਪੂਰਨ ਤੁਰੀ ਸੀ, SYL ਵਾਲਾ ਮਸਲਾ ਕਹਿੰਦੇ ਸੀ ਮਾਮਲਾ ਹੱਲ ਕਰਤਾ ਅਸੀਂ, SYL ਦੀ ਜ਼ਮੀਨ ਜਿਹੜੀ ਹੈ ਜੀ ਉਹ ਅਸੀਂ ਟਰਾਂਸਫਰ ਕਰਤੀ ਆ ਲੋਕਾਂ ਨੂੰ। ਬਲਡੋਜ਼ਰ ਜਿਹੜੇ ਜੀ ਇੱਥੇ ਚੱਲਦੇ ਸੀਗੇ, ਜਿਹੜੀ ਰਾਜਪੁਰਾ ਜ਼ੀਰਕਪੁਰ ਰੋਡ ਆ ਉੱਥੇ ਜਿਹੜਾ ਦੀ SYL ਦੇ ਉੱਤੇ ਬਲਡੋਜ਼ਰ ਉੱਥੇ ਚੱਲਦੇ ਸੀਗੇ, ਪਿੱਛੋਂ ਜਿੱਥੋਂ ਸਟਾਰਟ ਹੁੰਦੀ ਆ ਉੱਥੋਂ ਇਹਨਾਂ ਦੇ ਖਾਸ ਬੰਦੇ ਜਿਹੜੇ ਸੀਗੇ ਜੀ ਉਹ ਵੱਢ ਕੇ ਰੁੱਖਾਂ ਨੂੰ ਰਾਤੋਂ ਰਾਤ ਖਤਮ ਕਰ ਗਏ ਜੀ। ਤੁਸੀਂ ਪੁੱਛਦੇ ਹੋ ਕਿ ਉਹਦੇ ਉੱਤੇ ਕੋਈ ਕਾਰਵਾਈ ਹੋਈ ਕਿ ਨਹੀਂ ਹੋਈ। ਦਰਖਤਾਂ ਨੂੰ ਚਟਮ ਕਰਨ ਵਾਲੀ ਗੱਲ ਤਾਂ ਬਹੁਤ ਛੋਟੀ ਹੈ ਜੀ, ਜਿੱਥੇ ਪੂਰੀ ਇੱਕ ਸਾਡੀ ਪੀੜ੍ਹੀ ਖੱਪ ਗਈ, ਚਿੱਟਾ ਜਿਹੜਾ ਸੀਗਾ ਜੀ ਉਹਨੂੰ ਹਜ਼ਮ ਕਰ ਗਿਆ, ਕਾਰਵਾਈ ਤਾਂ ਸ਼੍ਰੀਮਾਨ ਜੀ ਉਹਦੇ ਤੇ ਨਹੀਂ ਹੋਈ। ਜਿੱਥੇ ਗੁਰੂ ਗ੍ਰੰਥ ਸਾਹਿਬ ਦੀ ਥਾਂ ਦੇ ਉੱਤੇ ਜਿਹੜੀ ਜੀ ਉਹ ਬੇਅਦਬੀ ਹੋਈ, ਜਿੱਥੇ ਬੇਕਸੂਰੇ 2 ਨੌਜਵਾਨ ਜਿਹੜੇ ਸੀ ਉਹ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਗਏ, ਪੁਲਿਸ ਦੇ ਤਸ਼ੱਦਦ ਦੇ ਨਾਲ ਅਪਾਹਜ ਜਿਹੜੇ ਵੀ ਹੋ ਗਏ, ਕਾਰਵਾਈ ਤਾਂ ਉੱਥੇ ਨਹੀਂ ਹੋਈ ਅਜੇ ਤੱਕ ਜੀ। ਬਿਲਕੁਲ। ਰਘਵੀਰ ਸਿੰਘ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਮੇਰੇ ਛੋਟੇ ਜਿਹੇ ਕੁਐਸਚਨ ਹੈ, ਜਦ ਮੈਂ ਇਹਨੂੰ ਸੁਣ ਰਿਹਾ ਸੀ ਕੇਜਰੀਵਾਲ ਨੂੰ, ਇਹ ਕਰਜ਼ੇ ਤੇ ਬਹੁਤ ਬੋਲ ਰਹੇ ਸੀ, ਪਿਛਲੀ ਵਾਰ ਨਸ਼ੇ ਤੇ ਕੁਛ ਵੀ ਨਹੀਂ ਬੋਲਿਆ, ਇਸ ਵਾਰ ਕੀ ਨਸ਼ਾ ਖਤਮ ਹੋ ਗਿਆ ਇਹਦੇ ਵੱਲੋਂ? ਦੂਜਾ ਤੇ ਇਹ ਜਿਹੜੇ ਆਪਣੇ ਪੱਗਾਂ ਬੰਨੀ ਸੀ, ਪੀੜੀਆਂ ਬੰਨੀਆਂ ਨੇ ਐਡੀਆਂ ਦਾੜੀਆਂ ਨੇ, ਉਹਦੇ ਪੈਰੀਂ ਹੱਥ ਲਾਏ ਸੀ, ਇਹ ਵੀ ਜਾਇਜ਼ ਹੈ? ਇੱਕ ਛੋਟਾ ਜਿਹਾ ਇੱਕ ਮੇਰਾ ਪਰਸਨਲ ਹੈ ਜੀ, ਵੀ ਨਵਜੋਤ ਸਿੱਧੂ ਹੁਣ ਆਉਂਦੇ ਨਹੀਂ, ਬੋਲਦੇ ਨਹੀਂ, ਕਿ ਨਜ਼ਾਰਾ ਹੀ ਨਹੀਂ ਆ ਰਿਹਾ ਜੀ ਉਹਨਾਂ ਦਾ, ਕੋਈ ਸੁਣਦੇ ਨਹੀਂ, ਪਤਾ ਨਹੀਂ ਕੀ ਗੱਲ ਹੋ ਗਈ, ਦੱਸੋਗੇ ਮਾੜਾ ਜਿਹਾ ਇਹਦੇ ਬਾਰੇ? ਥੈਂਕ ਯੂ। ਨਵਜੋਤ ਸਿੱਧੂ ਹੋਰੀ ਬੋਲ ਰਹੇ ਆ ਜੀ। ਹਾਂ, ਇੰਨਾ ਤਾਂ ਜ਼ਰੂਰ ਹੈ ਕਿ ਪਿਛਲੇ ਕੁਝ ਸਮੇਂ ਤੋਂ ਅਕਾਲੀ ਦਲ ਨੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ ਨਿੱਜੀ ਹਮਲੇ ਬੰਦ ਕੀਤੇ ਹੋਏ ਆ। ਉਹਨਾਂ ਨੂੰ ਇਹ ਲੱਗਦਾ ਕਿ ਨਵਜੋਤ ਸਿੱਧੂ ਹੋਰਾਂ ਨੂੰ ਪ੍ਰਮੋਟ ਕਰ ਰਹੇ ਆ, ਕਿਉਂਕਿ ਉਹ ਜਦੋਂ ਬੋਲਦੇ ਆ ਫਿਰ ਲੋਕ ਸੁਣਦੇ ਆ। ਜਦੋਂ ਉਹ ਬੋਲਣੋਂ ਹਟ ਗਏ ਤੇ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਜਵਾਬ ਵੀ ਜਿਹੜੇ ਵੀ ਉਹ ਘੱਟ ਗਏ। ਇਹ ਜੇ ਤੁਸੀਂ ਨੋਟਿਸ ਕੀਤਾ ਹੋਵੇ ਤਾਂ ਅੱਜ ਕੱਲ੍ਹ ਅਕਾਲੀ ਦਲ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਉੱਤੇ, ਬਿਕਰਮ ਮਜੀਠੀਆ ਖਾਸ ਤੌਰ ਦੇ ਉੱਤੇ ਤੇ ਸੁਖਬੀਰ ਬਾਦਲ ਹੋਰੀ, ਉਹ ਕੋਈ ਸਿੱਧਾ ਅਟੈਕ ਕਰਨ ਤੋਂ ਬਚ ਰਹੇ ਆ। ਇਹ ਲੱਗਦਾ ਜੀ ਕਿ ਉਹਨਾਂ ਦੀ ਕੋਈ ਕਿਤੇ ਨਾ ਕਿਤੇ ਸਟ੍ਰੈਟਜੀ ਜਿਹੜੀ ਜੀ ਉਹ ਹੈ। ਦੇਖੋ, ਗੋਡੀ ਹੱਥ ਲਾਉਣਾ, ਪੈਰੀ ਹੱਥ ਲਾਉਣਾ, ਅਸੀਂ ਬਜ਼ੁਰਗਾਂ ਦੇ ਸਾਡਾ ਇੱਕ ਟ੍ਰੈਡੀਸ਼ਨ ਜਿਹੜਾ ਜੀ ਜ਼ਰੂਰ ਹੈਗਾ। ਜੇ ਮੇਰੇ ਫਾਦਰ ਸਾਹਿਬ ਦੀ ਏਜ ਦਾ ਕੋਈ ਵਿਅਕਤੀ, ਉਹਨਾਂ ਦਾ ਜਾਣਕਾਰ ਉਨ੍ਹਾਂ ਫੈਮਿਲੀ ਦੇ ਤੌਰ ਤੇ ਕੋਈ ਆਵੇ, ਮੇਰੀ ਜੋ ਕੁਛ ਮੈਨੂੰ ਸਿਖਾਇਆ ਗਿਆ ਮੇਰੇ ਪੇਰੈਂਟਸ ਦੇ ਵੱਲੋਂ, ਮੈਂ ਉਹਦੇ ਗੋਡੀ ਹੱਥ ਜ਼ਰੂਰ ਜਿਹੜਾ ਜੀ ਉਹ ਲਾਊਂਗਾ। ਬਜ਼ੁਰਗ ਹੋਣ ਦੇ ਨਾਤੇ ਕਿਸੇ ਰਾਜਨੀਤਿਕ ਹਸਤੀ ਦੇ ਨਹੀਂ ਜੀ, ਕਦੀ ਵੀ ਨਹੀਂ, ਬਿਲਕੁਲ ਨਹੀਂ ਲੱਗਣਾ ਚਾਹੀਦਾ। ਕੋਈ ਵੀ ਜਿਹੜਾ ਜੀ ਉਹ ਗੋਡੀ ਹੱਥ ਕਿਉਂ ਲਾਵੇ, ਉੱਥੋਂ ਤਾਂ ਚਾਪਲੂਸੀ ਜਿਹੜੀ ਹੈ ਜੀ ਉਹ ਸਟਾਰਟ ਹੋ ਜਾਂਦੀ ਆ। ਜਿਹੜੀ ਕਰਜ਼ੇ ਦੀ ਤੁਸੀਂ ਗੱਲ ਕੀਤੀ ਕਿ ਉਹਨਾਂ ਨੇ ਕਰਜ਼ੇ ਦੀ ਗੱਲ, ਹਾਂ, ਇਹ ਪੰਜਾਬ ਦੇ ਕਿਸਾਨਾਂ ਦਾ ਕਰਜ਼ਾ ਜਿਹੜਾ ਜੀ ਉਹ ਮੁਆਫ ਨਹੀਂ ਹੋਇਆ। ਪਰ ਸਵਾਲ ਇਹ ਆ ਕਿ ਤੁਸੀਂ ਹੁਣ ਯੂ ਟਰਨ ਤਾਂ ਨਾ ਮਾਰੋ ਜੀ। ਪੰਜਾਬ ਦੇ ਵਿੱਚ ਅੱਜ ਵੀ ਨਸ਼ਾ ਜਿਹੜਾ ਜੀ, ਚਿੱਟਾ, ਉਹ ਉਹੀ ਵੱਡਾ ਮੁੱਦਾ ਹੈ ਜੀ। ਔਰ ਪਤਾ ਨਹੀਂ ਇਹ ਸਿਆਸੀ ਪਾਰਟੀਆਂ ਜਿਹੜੀਆਂ ਜੀ ਉਸ ਮੁੱਦੇ ਨੂੰ ਕਿਉਂ ਵਸਾਰ ਰਹੀਆਂ ਨੇ। ਪਿਛਲੇ ਦਿਨੀ ਕੁਲਵੀਰ ਸਿੰਘ ਜੀਰਾ ਹੋਰਾਂ ਵਾਲੇ ਮਾਮਲੇ ਤੋਂ ਬਾਅਦ ਵੀ ਤਾਂ ਇਹ ਮੁੱਦਾ ਤਾਂ ਜਿਹੜਾ ਜੀ ਉਹ ਕੰਟੀਨਿਊ ਚੱਲਦਾ ਰਿਹਾ।
ਕੁਲਵੀਰ ਸਿੰਘ ਜੀਰਾ ਦੀ ਮੁਅੱਤਲੀ ਰੱਦ ਨਾ ਹੋਣ ਦਾ ਰੀਜ਼ਨ ਇਹ ਹੈ ਕਿ ਸਰਕਾਰ ਨਹੀਂ ਚਾਹੁੰਦੀ ਕਿ ਇਸ ਦੇ ਉੱਤੇ ਕੋਈ ਜਿਹੜੀ ਦੀ ਉਹ ਗੱਲ ਵੀ ਕਰੇ, ਕਿਉਂਕਿ ਉਹਨੂੰ ਪਤਾ ਕਿ ਲੋਕ ਸਭਾ ਚੋਣਾਂ ਦੇ ਦੌਰਾਨ ਹੁਣ ਸਰਕਾਰ ਵੀ ਘਿਰੂਗੀ। ਤੁਸੀਂ 2 ਸਾਲਾਂ 'ਚ ਕੀ ਕੀਤਾ, ਇਸ ਕਰਕੇ ਅੰਕੜੇ ਪਤਾ ਨਹੀਂ ਕਿੱਥੋਂ ਕੱਢ ਕਢਾ ਕੇ ਜਿਹੜੇ ਦੀ ਉਹ ਲਿਆਂਦੇ ਜਾ ਰਹੇ ਆ ਵੀ ਹੁਣ ਤਾਂ 10% ਰਹਿ ਗਿਆ। ਜੇ 10% ਰਹਿੰਦਾ ਨਸ਼ਾ ਜਿਹੜਾ ਉਹ ਇੰਨਾ ਜਿਹੜਾ ਜੀ 2 ਡੈਥ ਰੋਜ਼ ਤਕਰੀਬਨ ਜਿਹੜੀਆਂ ਹੋਈ ਜਾਂਦੀਆਂ ਨੇ ਓਵਰਡੋਜ਼ ਦੇ ਨਾਲ, ਜੇ ਉਨਾ ਹੀ ਕਰੀ ਜਾ ਰਿਹਾ ਤੇ ਫਿਰ ਪਰਸੈਂਟੇਜ ਜਿਹੜੀ ਹੈ ਜੀ ਉਹ ਕਿੱਥੋਂ ਆ ਗਈ, ਕਿਵੇਂ ਹੋ ਗਿਆ? ਕਿੰਨੇ ਜਿਹੜੇ ਨਸ਼ਾ ਛੁਡਾਊ ਸੈਂਟਰ ਨੇ ਉਹ ਤਾਂ ਓਵਰਬੁੱਕ ਚਾਹੀਦੇ ਸੀਗੇ ਇਸ ਵੇਲੇ। ਜਿਵੇਂ ਇੱਕ ਵਾਰੀ ਮੁਹਿੰਮ ਦੇ ਦੌਰਾਨ ਜਿਹੜੇ ਜੀ ਹੋ ਗਏ ਸੀ, ਸਭ ਲੋਕ ਜਿਹੜੇ ਜੀ ਉਹ ਵਾਪਸ ਪਰਤ ਗਏ ਕਿਉਂਕਿ ਸਮਾਨ ਮਿਲਣ ਲੱਗ ਗਿਆ। ਸਮਾਨ ਮਿਲੀ ਜਾਂਦਾ, ਲੋਕ ਜਿਹੜੇ ਜੀ ਉਹ ਖਾ ਕੇ ਮਰੀ ਜਾਂਦੇ ਆ। ਇਹ ਇਸ਼ੂ ਨਹੀਂ ਜਿਹੜਾ ਜੀ ਉਹ ਰਿਹਾ ਜਿਹੜਾ ਕਿ ਪਹਿਲਾਂ ਸਭ ਤੋਂ ਵੱਡਾ ਇਸ਼ੂ ਸੀਗਾ 17 ਦੀਆਂ ਚੋਣਾਂ ਦੇ ਦੌਰਾਨ, 14 ਦੀਆਂ ਜਿਹੜੀਆਂ ਦੀ ਉਹ ਵੋਟਾਂ ਦੇ ਦੌਰਾਨ। ਹੁਣ ਵੇਖਦੇ ਹਾਂ ਆਉਂਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਕਿੰਨਾ ਕੁ ਵੱਡਾ ਜਿਹੜਾ ਜੀ ਇਹ ਇਸ਼ੂ ਬਣਦਾ ਔਰ ਪੰਜਾਬ ਦੇ ਜਿਹੜੇ ਹਿੱਤ ਵਾਲੇ ਅਖਵਾਉਂਦੇ ਜਿਹੜੇ ਨੇਤਾ ਨੇ ਉਹ ਇਸ ਇਸ਼ੂ ਨੂੰ ਦੁਬਾਰਾ ਚੁੱਕ ਸਕਦੇ ਨੇ ਜਾਂ ਨਹੀਂ ਜੀ। ਤੇ ਅਗਲੇ ਸਾਡੇ ਕਾਲਰ ਨੇ ਜੱਗਾ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਤੇ ਆਪਾਂ ਤੁਹਾਨੂੰ ਭਾਜੀ ਸਤਿ ਸ਼੍ਰੀ ਅਕਾਲ, ਇਹਨਾਂ ਨੂੰ ਬਹੁਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਮੇਰਾ ਤਾਂ ਸਵਾਲ ਇਹ ਆ ਵੀ ਮਤਲਬ ਕਿ ਵੀ ਜਿਸ ਤਰ੍ਹਾਂ ਦੇਖੋ ਵੀ 70 ਸਾਲ ਆਪਾਂ ਨੂੰ ਆਜ਼ਾਦ ਹੋਇਆ ਨਹੀਂ ਚੱਲੇ ਆ ਵੀ ਜਿੰਨੇ ਵੀ ਇਹ ਮਤਲਬ ਹੁਣ ਮੈਂ ਗਲਤ ਸ਼ਬਦ ਨਹੀਂ ਵਰਤਣਾ ਕਿਉਂਕਿ ਗੁਰਸਰੀਆ ਨਾਲ ਮੈਂ ਕੁਛ ਕਹਿ ਦਿੱਤਾ ਸੀ ਤੇ ਉਹਨੇ ਫਿਰ ਬਾਅਦ ਦੇ ਵਿੱਚ ਟਿੱਪਣੀ ਕੀਤੀ ਕਿ ਮਤਲਬ ਤੁਸੀਂ ਏਦਾਂ ਕਹਿਣਾ ਨਹੀਂ ਚਾਹੀਦਾ। ਪਰ ਜਿਸ ਤਰ੍ਹਾਂ ਮਤਲਬ ਕਿ ਜਦ ਬਾਗ ਦੇ ਵਿੱਚ ਮਤਲਬ ਕਿ ਵੀ ਆਪਣੇ ਗਾਵਾਂ ਨਹੀਂ ਮਤਲਬ ਇਕੱਠੀਆਂ ਹੋਈਆਂ ਹੁੰਦੀਆਂ ਤੇ ਅੱਜ ਦੀ ਤਰੀਕ ਦੇ ਵਿੱਚ ਇੰਨੇ ਮਤਲਬ ਬਾਗ ਦੇ ਮਤਲਬ ਮੋਹਰੀ ਬਣ ਚੁੱਕੇ ਆ ਵੀ ਮਤਲਬ ਇਹਨਾਂ ਨੂੰ ਆਪ ਨੂੰ ਨਹੀਂ ਸ਼ਰਮ ਆਉਂਦੀ ਵੀ ਮਤਲਬ ਅਸੀਂ ਕਰ ਕੀ ਰਹੇ ਹਾਂ ਵੀ ਅਸੀਂ ਭਰਾ ਕਰ ਰਹੇ ਹਾਂ ਵੀ ਜਿਵੇਂ ਚੌਧਰਾਂ ਦੇ ਵਿੱਚ ਪਏ ਆ। ਤੇ ਅੱਜ ਕਿੰਨਾ ਨੁਕਸਾਨ ਆਪਣੇ ਪੰਜਾਬ ਦਾ ਤੇ ਨਾਲ ਸਿੱਖੀ ਦਾ ਹੋ ਚੁੱਕਾ ਆ। ਕੋਈ ਇਹਨਾਂ ਨੂੰ ਮਾੜੀ ਮੋਟੀ ਮੱਥੇ ਤੇ ਮਤਲਬ ਹੱਥ ਇਹ ਮਾਰਦੇ ਆ ਜਾਂ ਨਹੀਂ ਮਾਰਦੇ। ਦੂਜੀ ਗੱਲ ਇਹ ਆ ਵੀ ਇਹ ਸਾਰੇ ਜਿੰਨੇ ਵੀ ਹੈਗੇ ਆ, ਚਾਹੇ ਕੋਈ ਵੀ ਮੈਂ ਮਤਲਬ ਸਪੈਸੀਫਿਕ ਨਾਮ ਨਹੀਂ ਲੈਣਾ, ਜਿੰਨੇ ਵੀ ਮੋਹਰੀ ਹੈਗੇ ਆ ਇਹ ਸਾਰੇ ਹੀ ਸੰਵਿਧਾਨ ਦੀਆਂ ਮਤਲਬ ਸੋਹਾਂ ਚੱਕ ਕੇ ਤਾਂ ਤਨਖਾਹਾਂ ਲੈ ਰਹੇ ਆ ਕਿ ਸਾਡਾ ਜਿਹੜਾ ਮਤਲਬ ਪੰਜਾਬ ਦਾ ਆਵਾਮ ਆ ਉਹ ਮਤਲਬ ਇੰਨਾ ਐਜੂਕੇਟ ਨਹੀਂ ਵੀ ਇਹਨਾਂ ਨੂੰ ਤਾਂ ਪੈਸਾ ਆਲਰੇਡੀ ਮਿਲ ਰਿਹਾ ਆ, ਇਹਨਾਂ ਦਾ ਖਾਲਿਸਤਾਨ ਵੀ ਬਣਿਆ ਆ, ਇਹਨਾਂ ਨੂੰ ਆਜ਼ਾਦੀ ਵੀ ਮਿਲੀ ਆ, ਇਹਨਾਂ ਦਾ ਤਾਂ ਸਾਰਾ ਕੁਛ ਹੋਇਆ ਆ। ਮਤਲਬ ਸੋਚਣਾ ਤਾਂ ਇਹ ਆ ਵੀ ਜਿਹੜਾ ਸਾਡਾ ਕਿਸਾਨ ਵਰਗ ਹੈਗਾ ਜਾਂ ਜੇ ਮਤਲਬ ਪ੍ਰਤਾਪ ਸਿੰਘ ਕੈਰੋਂ ਨੇ ਇੰਡਸਟਰੀ ਲਿਆਂਦੀ ਸੀਗੀ ਮਤਲਬ ਲੁਧਿਆਣਾ ਕਿੱਦਾਂ ਦਾ ਮਤਲਬ ਮਾਨਚੈਸਟਰ ਬਣਾਤਾ ਸੀਗਾ ਵੀ ਮਤਲਬ ਕਿ ਵੀ ਇੱਕ ਮਤਲਬ ਨਕਸ਼ਾ ਖੜਾ ਕਰ ਦਿੱਤਾ ਸੀ। ਉਸ ਤੋਂ ਬਾਅਦ ਅੱਜ ਤੱਕ ਕਿਸੇ ਨੇ ਖਿਆਲ ਹੀ ਨਹੀਂ ਕੀਤਾ ਮਤਲਬ ਕਿ ਵੀ ਬਟਾਲਾ ਬਰਬਾਦ ਹੋ ਗਿਆ, ਗੋਬਿੰਦਗੜ੍ਹ ਮਤਲਬ ਕਿ ਬਰਬਾਦ ਹੋ ਗਿਆ ਤੇ ਮਤਲਬ ਖੁਦਕਸ਼ੀਆਂ ਦੇਖੋ ਆਪਣੇ ਮਤਲਬ ਜਿਹੜਾ ਮਤਲਬ ਫਾਰਮਰ ਆ ਜਿਹੜੇ ਮਤਲਬ ਕਿ ਵੀ ਪ੍ਰੋਡਿਊਸ ਕਰਕੇ ਕੱਲੇ ਮਤਲਬ ਬੰਦੇ ਦੇ ਮੂੰਹ ਦੇ ਵਿੱਚ ਦਾਣਾ ਪਾਉਣਾ ਉਹ ਮਤਲਬ ਇੱਕ ਮਤਲਬ 50 60 ਹਜ਼ਾਰ ਰੁਪਏ ਪਿੱਛੇ ਮਰ ਰਿਹਾ। ਤੇ ਜਿਹੜੇ ਇਹਨਾਂ ਨੇ ਬੈਂਕਾਂ 'ਚ ਪੈਸੇ ਪਏ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਉਹਨਾਂ ਨੂੰ ਕਿਸ ਤਰੀਕੇ ਨਾਲ ਸੇਵ ਕਰ ਸਕਣ। ਇਹ ਮੇਰਾ ਮਤਲਬ ਹੈ ਸਵਾਲ ਵੀ ਇਹਦੇ ਬਾਰੇ ਤੁਸੀਂ ਕੋਈ ਟਿੱਪਣੀ ਕਰਨੀ ਹੈ ਤਾਂ ਮਤਲਬ ਕਰਿਓ ਤੇ ਮੈਂ ਸੁਣੂਗਾ। ਥੈਂਕ ਯੂ ਬਹੁਤ ਮਤਲਬ ਇੰਨੀਆਂ ਕਿ ਬੇਟੀਆਂ ਮਨਜ਼ੂਰ ਕਰਿਓ। ਥੈਂਕ ਯੂ। ਉਹ ਇਸ਼ੂਜ਼ ਨੇ ਜੀ ਦੇਖੋ ਤੁਹਾਡੇ ਵਰਗੇ ਲੋਕ ਐਡੀ ਦੂਰ ਬੈਠੇ ਵੀ ਜਿਹੜਾ ਜੀ ਉਹ ਫਿਕਰ ਕਰ ਰਹੇ ਆ। ਮੈਂ ਪਿਛਲੇ ਦਿਨੀ ਇੱਥੇ ਜਿਹੜਾ ਜੀ ਇੱਥੇ ਮਾਨਸਾ ਦੇ ਵਿੱਚ ਇੱਕ ਇਕੱਠ ਹੋਇਆ ਸੀਗਾ ਜਿਹੜਾ ਕਿ ਖੁਦਕੁਸ਼ੀ ਕਰ ਗਏ ਜਿਹੜੇ ਹੈਗੇ ਨੇ ਜੀ ਕਿਸਾਨ, ਉਹਨਾਂ ਦੀਆਂ ਵਿਧਵਾਵਾਂ ਸੀਗੀਆਂ ਜੀ ਜਾਂ ਉਹਨਾਂ ਦੀਆਂ ਤੁਸੀਂ ਇਹ ਕਹਿ ਲਓ ਕਿ ਮਾਵਾਂ ਸੀਗੀਆਂ, ਭੈਣ ਸੀ, ਕਿਸੇ ਦੀ ਬੱਚੀਆਂ ਸੀਗੀਆਂ ਜਿਨ੍ਹਾਂ ਦੇ ਪਿਓ ਖੁਦਕੁਸ਼ੀ ਕਰ ਗਏ। ਇੱਕ ਖੁਦਕੁਸ਼ੀ ਕਰ ਗਏ ਪਿਓ ਦੀ ਧੀ ਆ ਜੀ ਕਿਰਨਦੀਪ ਕੌਰ, ਉਹਨੇ ਇਹ ਜਿਹੜਾ ਜੀ ਇਕੱਠ ਕੀਤਾ ਸੀਗਾ। ਉੱਥੇ ਸੁਣਿਆ ਨਹੀਂ ਸੀ ਜਾਂਦਾ ਜੀ ਕਿ ਉਹ ਇੱਕ ਔਰਤ ਜਿਹੜੀ ਆ ਜੀ ਉਹ ਇਹ ਕਹਿੰਦੀ ਕਿ ਜੇ ਮੈਨੂੰ ਪਾਈਆ ਦੁੱਧ ਦਾ ਇੰਤਜ਼ਾਮ ਹੋ ਜਾਏ ਤੇ ਅਸੀਂ ਚਾਹ ਕਰ ਲਿਆ ਕਰੀਏ 2 ਟਾਈਮ ਦੀ। ਇਹੋ ਜਿਹੇ ਹਾਲਾਤਾਂ ਦੇ ਵਿੱਚ ਜਿਹੜਾ ਜੀ ਉਹ ਲੋਕ ਚਲੇ ਗਏ ਹੋਏ ਆ। ਇਸ ਪਾਸੇ ਵੱਲ ਕਿਸੇ ਦਾ ਕੋਈ ਫਿਕਰ ਜਿਹੜਾ ਜੀ ਉਹ ਨਹੀਂ ਗਾ। ਸਿਰਫ ਔਰ ਸਿਰਫ ਜਿਹੜੀ ਆ ਨਾ ਜੀ ਉਹ ਲਾਸ਼ਾਂ ਦੀ ਰਾਜਨੀਤੀ ਜਿਹੜੀ ਆ ਉਹ ਹੋ ਰਹੀ ਹੈ ਜੀ। ਇਹਦਾ ਜ਼ਿਕਰ ਤਾਂ ਹੋ ਜਾਂਦਾ ਕਿਸਾਨਾਂ ਦੇ ਸਿਰ ਕਰਜ਼ਾ ਜੀ, ਕਿਸਾਨ ਖੁਦਕੁਸ਼ੀਆਂ ਕਰ ਰਹੇ ਆ ਜੀ। ਉਹ ਤਾਂ ਪਤਾ ਜੀ ਕਿਸਾਨਾਂ ਦੇ ਸਿਰ ਦੇ ਉੱਤੇ ਕਰਜ਼ਾ, ਇਹ ਪਤਾ ਕਿਸਾਨ ਖੁਦਕੁਸ਼ੀਆਂ ਕਰ ਰਹੇ ਆ। ਇਹਦਾ ਫਿਰ ਹੱਲ ਕੀ ਹੈ ਜੀ? ਹੱਲ ਕਿਹਨੇ ਕੱਢਣਾ? ਇਹਨਾਂ ਨੇ ਕਾਨੂੰਨ ਘਾੜਿਆਂ ਨੇ ਹੱਲ ਜਿਹੜਾ ਜੀ ਉਹ ਕੱਢਣਾ। ਕਾਨੂੰਨ ਘਾੜਿਆਂ ਤੋਂ ਆਸ ਜਿਹੜੀ ਦੀ ਉਹ ਰਹੀ ਨਹੀਂ ਕਿਸੇ ਵੀ ਤਰ੍ਹਾਂ ਦੀ। ਇੱਕ ਉਹ ਗਜ਼ਲ ਦੇ ਸ਼ੇਰ ਹੈ ਜੀ ਇਹਨਾਂ ਰਾਜਨੀਤਿਕਾਂ ਦੇ ਉੱਤੇ ਕਿ ਰੁੱਖਾਂ ਨੂੰ ਆਰੀ ਫੇਰਨਾ ਡਿੱਗਣਗੇ ਆਲਣੇ, ਚਿੜੀਆਂ ਨੇ ਕਿਸ ਜਗ੍ਹਾ ਨੇ ਫਿਰ ਵੋਟ ਪਾਲਣੇ, ਰੋਟੀ ਸਿਆਸਤਦਾਨ ਨੇ ਹਰ ਹਾਲ ਸੇਕਣੀ, ਸਾਡੇ ਹੀ ਪੁੱਤਰ ਵੀਰ ਉਸ ਚੁੱਲ੍ਹੇ 'ਚ ਬਾਲਣੇ। ਇਹ ਤਾਂ ਚੁੱਲ੍ਹੇ ਦੇ ਵਿੱਚ ਸਾਡੇ ਪੁੱਤ ਧੀਆਂ ਜਿਹੜੇ ਨੇ ਨਾ ਜੀ ਉਹ ਬਾਲੇ ਜਾ ਰਹੇ ਆ।
ਇਹ ਲਾਸ਼ਾਂ ਦੀ ਰਾਜਨੀਤੀ ਹੈ ਜੀ। ਪੰਜਾਬ ਜਿਹੜਾ ਨਾ ਸੱਚੀ ਪੁੱਛੋ, ਚਲੋ ਕਹਿਣਾ ਨਹੀਂ ਚਾਹੀਦਾ ਬੇਆਸ ਤਾਂ ਨਹੀਂ ਹੈਗੇ, ਪਰ ਸ਼ਮਸ਼ਾਨ ਦੇ ਵਿੱਚ ਤਾਂ ਤਬਦੀਲ ਕਰਨ ਦੇ ਵਿੱਚ ਕੋਈ ਕਸਰ ਤਾਂ ਨਹੀਂ ਛੱਡੀ ਇਹਨਾਂ ਰਾਜਨੀਤਿਕਾਂ ਨੇ ਜੀ, ਕਰ ਦਿੱਤਾ ਤਕਰੀਬਨ ਜੀ। ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਪਰਮਿੰਦਰ ਸਿੰਘ ਢਿੱਲੋਂ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ ਜੀ, ਮੇਰਾ ਸਵਾਲ ਹੈਗਾ ਆਪਣੇ ਜਿਹੜੀ ਆਪਣੇ ਹੁਣੇ ਤੁਸੀਂ ਹਵੇਲੀ ਬਾਰੇ ਦੱਸਿਆ, ਆਪਣੇ ਟੋਡਰਮਲ ਦੀ ਹਵੇਲੀ ਵੀ ਉਹਨਾਂ ਦੇ ਆਪਣੇ ਸਾਂਭ ਸੰਭਾਲ ਚਾਹੀਦੀ ਉਹਨਾਂ ਦੀ ਜ਼ਰੂਰ, ਤੇ ਪਰ ਜਿਹੜੇ ਸਾਡੇ ਇਤਿਹਾਸਕਾਰ ਆ ਉਹ ਆਪਣੇ ਇਤਿਹਾਸ ਨੂੰ ਮਿਥਿਹਾਸ ਬਣਾਉਂਦੇ ਆ। ਜਿੱਦਾਂ ਹਰਜਿੰਦਰ ਸਿੰਘ ਦਲਗੀਰ ਆ, ਬਹੁਤ ਕਹਿੰਦੇ ਤਗੜੇ ਇਤਿਹਾਸਕਾਰ ਆ, ਤੇ ਉਹਨਾਂ ਆਪਣੀ ਬੁੱਕ ਦੇ ਵਿੱਚ ਲਿਖਿਆ ਕਹਿੰਦੇ ਜੀ ਆਪਣੇ ਟੋਡਰਮਲ ਸਾਹਿਬ ਨੇ ਉਹਨਾਂ ਦੀ ਕੋਈ ਜਗ੍ਹਾ ਲਈ ਨਹੀਂ, ਕਹਿੰਦੇ ਮੋਹਰਾਂ ਵਿਛਾ ਕੇ, ਉਹਨਾਂ ਦੀ ਡੈਥ 40 ਸਾਲ ਪਹਿਲੋਂ ਹੋ ਗਈ। ਪਰ ਇਹਨਾਂ ਨੂੰ ਜਿਹੜੇ ਇੱਦਾਂ ਲਿਖਦੇ ਆ ਤੇ ਇਹਨਾਂ ਨੂੰ ਕੋਈ ਇੱਦਾਂ ਦਾ ਇਹਨਾਂ ਤੇ ਹੈਗਾ ਵੀ ਕੋਈ ਉਹਨਾਂ ਨੂੰ ਰੋਕ ਸਕੇ ਜਾਂ ਉਹਨਾਂ ਦੇ ਕੋਈ ਕਾਰਵਾਈ ਕਰ ਸਕੇ ਵੀ ਤੁਸੀਂ ਇੱਦਾਂ ਕਿੱਥੋਂ ਇਹ ਲਏ ਤੱਥ ਵੀ ਇਹ ਆਪਣੇ ਸਾਬਤ ਕਰੋ ਜਾਂ ਕਿੱਦਾਂ ਵੀ। ਹੋਰ ਵੀ ਕਈ ਉਹਨਾਂ ਦੇ ਬੁੱਕ ਦੇ ਵਿੱਚ ਹੈਗੇ ਇੱਦਾਂ ਦੇ, ਇਹਦੇ ਬਾਰੇ ਦੱਸਿਓ ਥੋੜ੍ਹਾ ਜਿਹਾ ਪੰਨੂ ਸਾਹਿਬ। ਥੈਂਕ ਯੂ ਜੀ। ਭੈਣ ਜੀ ਸੁਣ ਲੈਣ ਦਿਓ। ਥੈਂਕ ਯੂ। ਦੇਖੋ ਤੁਹਾਡੀ ਗੱਲ ਤਾਂ ਜਿਹੜੀ ਜੀ ਉਹ ਠੀਕ ਆ, ਹੋ ਹੀ ਇੰਨਾ ਕੁਛ ਜਿਹੜਾ ਜੀ ਗਿਆ ਕਿ ਕਿਹਨੂੰ ਕਿਹੜੀ ਚੀਜ਼ ਨੂੰ ਜਿਹੜਾ ਜੀ ਉਹ ਹੱਥ ਪਾਈਏ। ਇਹੀ ਆ ਕਿ ਜਿਹੜੇ ਇਤਿਹਾਸਕਾਰ ਜਿਹੜੇ ਤੁਸੀਂ ਇਹ ਕਹਿ ਲਓ ਕਿ ਜਿਨ੍ਹਾਂ ਦੇ ਇਤਿਹਾਸ ਦੇ ਉੱਤੇ, ਚਾਹੇ ਉਹ ਮੈਂ ਉਹਦੇ ਵਿੱਚ ਇੱਕ ਜ਼ਿਕਰ ਜਿਹੜਾ ਜੀ ਉਹ ਡਾਕਟਰ ਗੰਡਾ ਸਿੰਘ ਹੋਰਾਂ ਦਾ ਜ਼ਰੂਰ ਕਰਨਾ ਜਿਹੜਾ ਜੀ ਉਹ ਚਾਹੂੰਗਾ, ਜਿਹੜੇ ਅਜਿਹੇ ਇਤਿਹਾਸਕਾਰ ਹੈ ਪੜ੍ਹੋ ਜਿਹੜਾ ਜੀ ਉਹਨਾਂ ਨੂੰ। ਅੱਜ ਕੱਲ੍ਹ ਨਾ ਜੀ ਇਹ ਹੋ ਗਿਆ ਕਿ ਕੰਟਰੋਵਰਸੀ ਜਿਹੜੀ ਹੈ ਜੀ ਉਹ ਕਿਵੇਂ ਕ੍ਰੀਏਟ ਕਰਨੀ ਹੈ। ਕੁਛ ਕੰਟਰੋਵਰਸੀ ਹੋਵੇ ਤਾਂ ਅਗਲਾ ਕਹਿੰਦਾ 4 ਕਿਤਾਬਾਂ ਜਿਹੜੀਆਂ ਜੀ ਉਹ ਵਿਕ ਜਾਣਗੀਆਂ। ਦੇਖੋ ਚਾਹੇ ਉਹ ਅੱਜ ਤੁਸੀਂ ਇਹ ਕਰੋ ਕਿ ਦੀਵਾਨ ਟੋਡਰਮਲ ਸੀ ਜਾਂ ਨਹੀਂ ਸੀ, ਉਹ ਪਹਿਲਾਂ ਹੋਏ ਬਾਅਦ 'ਚ ਹੋਏ, ਸਿੰਪਲ ਜੀ ਗੱਲ ਹੈ ਜੀ। ਅਸੀਂ ਇੱਕੋ ਚੀਜ਼ ਦੇ ਉੱਤੇ ਜਿਹੜਾ ਜੀ ਉਹ ਖੜੇ ਆ ਕਿ ਸਾਡਾ ਫੇਥ ਆ ਉਸ ਚੀਜ਼ ਦੇ ਉੱਤੇ। ਉਸ ਫੇਥ ਦੇ ਵਾਸਤੇ ਸਾਡੇ ਕੋਲੇ ਸਾਡਾ ਇਤਿਹਾਸ ਜਿਹੜਾ ਜੀ ਉਹ ਹੈਗਾ, ਬਹੁਤ ਸਾਰਾ ਜਿਹੜਾ ਜੀ ਉਹ ਹੈਗਾ, ਜਿਹੜਾ ਅਸੀਂ ਪੀੜ੍ਹੀ ਦਰ ਪੀੜ੍ਹੀ ਬਜ਼ੁਰਗਾਂ ਤੋਂ ਜਿਹੜਾ ਜੀ ਉਹ ਸੁਣਦੇ ਆ ਰਹੇ ਹਾਂ। ਸਾਡੇ ਵਾਸਤੇ ਉਹ ਅਨਫ ਹੈ ਜੀ। ਇਹਦੇ ਜੇ ਆਪਾਂ ਯਕੀਨ ਕਰਨ ਵਾਲੀ ਜਿਹੜੀ ਜੀ ਉਹ ਗੱਲ ਤੁਰ ਪਈਏ ਉਸ ਪਾਸੇ ਵੱਲ ਨੂੰ, ਕਿਹੜੀ ਗੱਲ ਤੇ ਯਕੀਨ ਕਰਨਾ ਕਿਹੜੀ ਤੇ ਨਹੀਂ ਕਰਨਾ ਜੀ, ਫਿਰ ਤਾਂ ਉਹਦੇ ਵਿੱਚੋਂ ਕੁਛ ਵੀ ਜਿਹੜਾ ਜੀ ਉਹ ਨਹੀਂ ਨਿਕਲਣਾ ਜੀ। ਫਿਰ ਉਹਦੇ ਵਿੱਚ ਕੀ ਹੋਊਗਾ ਕਿ ਜਿਹੜੇ ਕੰਟਰੋਵਰਸੀਜ਼ ਨੇ ਜੀ ਉਹ ਬਿਨਾਂ ਵਜ੍ਹਾ ਦੀਆਂ ਸ਼ਬਰੀਮਾਲਾ ਵਰਗੀਆਂ ਜਿਹੜੀਆਂ ਜੀ ਉਹ ਨਿਕਲਦੀਆਂ ਉਹਦੇ ਵਿੱਚੋਂ ਸ਼ੁਰੂ ਹੋ ਜਾਣਗੀਆਂ। ਇਸ ਕਰਕੇ ਸਾਡੇ ਕੋਲੇ ਸਾਡਾ ਮਾਣ ਮੱਤਾ ਜਿਹੜੀ ਚੀਜ਼ ਆ ਜੀ ਉਹ ਸਾਡੇ ਬਜ਼ੁਰਗ ਨੇ, ਉਹ ਗਾਂ ਉਹਨਾਂ ਦੇ ਬਜ਼ੁਰਗਾਂ ਤੇ ਜਿਹੜਾ ਵੀ ਉਹ ਸੁਣੀਆਂ, ਉਹਨਾਂ ਦੇ ਬਜ਼ੁਰਗਾਂ ਨੇ ਜਿਹੜੀਆਂ ਵੀ ਉਹ ਸੁਣੀਆਂ। ਮੈਨੂੰ ਜੇ ਤੁਸੀਂ ਪਰਸਨਲ ਤੌਰ ਦੇ ਉੱਤੇ ਜਿਹੜਾ ਜੀ ਪੁੱਛਣਾ ਹੋਵੇ, ਮੈਨੂੰ ਕਿਸੇ ਤੋਂ ਇਹ ਹਵਾਲਾ ਲੈਣ ਦੀ ਜ਼ਰੂਰਤ ਹੀ ਨਹੀਂ ਹੈ। ਕਿਉਂਕਿ ਮੇਰਾ ਫੇਥ ਹੈ ਉਹ ਹੈਗਾ, ਇਹ ਅਨਫ ਹੈ ਜੀ। ਜੇ ਤੁਹਾਡੇ ਕੋਲੇ ਫੇਥ ਹੈ, ਇਹਦੇ ਤੋਂ ਬਿਨਾਂ ਹੋਰ ਕਿਸੇ ਚੀਜ਼ ਦੀ ਜ਼ਰੂਰਤ ਹੀ ਨਹੀਂ ਤੁਹਾਨੂੰ। ਸਾਡੇ ਲਾਸਟ ਕਾਲਰ ਨੇ ਸੁਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਫਤਿਹ ਜੀ। ਫਤਿਹ ਜੀ, ਫਤਿਹ ਜੀ। ਸਤਿਕਾਰਯੋਗ ਪਿਆਰਿਓ, ਸ਼ਰਧਾ ਤੇ ਪਿਆਰ ਇੱਕ ਧਰਮ ਦੀ ਜਾਨ ਹੁੰਦੀ ਆ ਕਿ ਸਾਡੀ ਸਿੱਖਾਂ ਦੇ ਵਿੱਚ ਵੀ ਬਹੁਤ ਕੀਤਾ ਆ। ਮੇਰਾ ਇੱਕ ਬਹੁਤ ਛੋਟਾ ਜਿਹਾ ਸਵਾਲ ਕਹਿ ਲਓ ਜਾਂ ਜਿਹੜੀ ਅਰਦਾਸ ਕਹਿ ਲਓ, ਗੁਰਮੁਖ ਪਿਆਰਿਓ, ਕੋਈ ਆਸ ਹੈ ਐਸੀ ਜਿਹੜਾ ਹੁਣ ਅਸੀਂ 550 ਸਾਲਾ ਮਨਾਉਣਾ ਆ ਜਾਂ ਮਨਾਉਣਾ ਸ਼ੁਰੂ ਕਰ ਦਿੱਤਾ ਆ ਗੁਰੂ ਨਾਨਕ ਜੀ ਸਾਹਿਬ ਦਾ? ਹੈ ਕੋਈ ਆਸ ਐਸੀ ਕਿ ਅਸੀਂ ਗੁਰੂ ਸਾਹਿਬ ਦਾ ਪਛਾਣਨਾ ਆ ਕਿ ਆਪਣੀ ਸ਼ਰਧਾ ਤੇ ਭਾਵਨਾਵਾਂ ਦੇ ਥੱਲੇ ਆ ਕੇ ਕਰੋੜਾਂ ਨਹੀਂ ਅਰਬਾਂ ਰੁਪਈਏ ਖਰਚਦੇ? ਅਜੇ ਦੂਰ ਦੀ ਗੱਲ ਨਹੀਂ, ਆਪ ਜੀ ਨੂੰ ਪਤਾ ਆ 20 ਸਾਲ ਨਹੀਂ, ਸਤਿਗੁਰੂ ਦਾ ਅਸੀਂ ਪ੍ਰਕਾਸ਼ ਉਤਸਵ, ਖਾਲਸੇ ਦਾ ਪ੍ਰਕਾਸ਼ ਉਤਸਵ ਜਿਹੜਾ ਸੀਗਾ 300 ਸਾਲਾ ਮਨਾਇਆ। ਕੀ ਸਾਨੂੰ ਦੱਸੋ ਕੋਈ ਹੈ ਸਾਡੇ ਵਿੱਚ ਸਮਝ ਲਿਆਉਣ ਦੀ ਗੱਲ, ਜਾਂ ਸਾਨੂੰ ਕੋਈ ਸਮਝਾਉਣ ਵਾਲਾ ਹੈ ਕੋਈ ਇਸ ਵੇਲੇ ਪੰਜਾਬ ਦੇ ਵਿੱਚ ਜਿਹੜਾ ਕਿ ਨਿਰਣੇ ਕਰੇ? ਉਹ 20 ਸਾਲ ਪਹਿਲਾਂ 19 ਸਾਲ ਪਹਿਲਾਂ ਜਿਹੜਾ ਕਰੋੜਾਂ ਅਰਬਾਂ ਰੁਪਈਆ ਖਰਚਿਆ ਸੀ, ਉਹਦਾ ਸਾਨੂੰ ਮਿਲਿਆ। ਪੰਜਾਬ ਜਿਹੜਾ ਸੀਗਾ ਉਹ ਨਸ਼ਿਆਂ ਦੇ ਵਿੱਚ ਚਲੇ ਗਿਆ। ਸਿਆਸਤਦਾਨ ਜਿਹੜੇ ਉਹ ਇੰਨੇ ਕਰਪਟ ਹੋ ਗਏ, ਸ਼ਰਮ ਆਉਂਦੀ ਉਹਨਾਂ ਦਾ ਨਾਂ ਲੈਣ ਲਈ ਵੀ। ਕੀ ਅਸੀਂ ਉਹੋ ਹੀ ਹੁਣ ਰਿਪੀਟ ਕਰਨਾ ਫਿਰ ਸੌਦਾ, ਜਾਂ ਸਾਨੂੰ ਇਹ ਸਤਿਗੁਰੂ ਸਮਝ ਦੇਵੇਗਾ ਕਿ ਮੇਰਾ ਭਾਈ ਕੀ ਆ, ਕੀ ਕਰਦੇ? ਮੇਰਾ ਇਹ ਸਵਾਲ ਨੇ ਆਪ ਜੀ ਪਾਸ ਵੀ ਆ, ਹੈ ਕੋਈ ਤੁਹਾਨੂੰ ਆਸ ਕਿ ਅਸੀਂ ਉਸ ਨਿਰਣੇ ਨੂੰ ਕਰਕੇ ਉਸ ਨੂੰ ਪਰਖ ਹੁਣ ਇਹ 550 ਸਾਲਾਂ ਮਨਾਉਣ ਵੱਲ ਜਾ ਰਹੇ ਹਾਂ ਕਿ ਉਹੋ ਹੀ ਭਾਵਨਾਵਾਂ ਤੇ ਉਹੋ ਹੀ ਸ਼ਰਧਾ ਤੇ ਪਿਆਰ ਥੱਲੇ ਆ ਕੇ ਇਹ ਨਵਾਂ ਜਿਹੜਾ ਹੁਣ ਕਰੋੜ ਜਾਂ ਅਰਬ ਖਰਚਣਾ ਹੈ ਉਹ ਖਰਚਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ ਜੀ। ਉਹਦੀ ਮੈਸੇਜ ਤੁਹਾਡਾ ਬਹੁਤ ਵੱਡਾ ਹੈ। ਜਿੱਥੋਂ ਤੱਕ ਕੋਈ ਦੱਸਣ ਵਾਲਾ ਜਾਂ ਸਿੱਖਿਆ ਦੇਣ ਵਾਲਾ, ਉਹ ਤਾਂ ਮੌਜੂਦ ਹੈ ਜੀ, ਹਾਜ਼ਰ ਨਾਜ਼ਰ ਹੈ। ਸਿੱਖਿਆ ਉਹਦੇ ਤੋਂ ਹੀ ਜਿਹੜੀ ਜੀ ਉਹ ਲੈਣੀ ਹੈ। ਸਿੱਖਿਆ ਦੀ ਆਸ ਕਿਸੇ ਮਨੁੱਖ ਤੋਂ ਕਰਨ ਦੀ ਜਿਹੜੀ ਜੀ ਉਹ ਜ਼ਰੂਰਤ ਕੀ ਆ? ਸਭੈ ਸਾਂਝੀ ਵਾਲ ਸਦਾਇਨ ਔਰ ਕੋ ਨਾ ਦਿਸਾ ਬਾਹਰ ਆ ਜੀ। ਇਹ ਗੁਰੂ ਨਾਨਕ
ਸਾਹਿਬ ਦੀ ਜੋ ਕੁਝ ਉਹਨਾਂ ਦਾ ਮੈਸੇਜ ਹੈ, ਦੇਖੋ 550 ਸਾਲਾਂ ਮੈਂ ਤੁਹਾਡੇ ਨਾਲ ਸਹਿਮਤ ਹਾਂ ਜੀ ਕਿ ਉਹ ਮਨਾਉਣਾ ਕਿਉਂ ਆ, ਉਹਦੇ ਉੱਤੇ ਕਰੋੜਾਂ ਅਰਬਾਂ ਰੁਪਈਆ ਖਰਚ ਕਿਉਂ ਹੋਣਾ। ਮੈਂ ਅੱਗੇ ਵੀ ਇੱਕ ਦਿਨ ਮੈਸੇਜ ਦਿੱਤਾ ਸੀਗਾ, ਬਜਾਏ ਇਹਦੇ ਕਿ ਆਪਾਂ ਕਿਸੇ ਨੂੰ ਉਡੀਕੀਏ, ਜਿਵੇਂ ਉਹ ਮੁੰਡੇ ਲਿਖੀ ਫਿਰਦੇ ਆ ਭਗਤ ਸਿੰਘ ਦੀ ਫੋਟੋ ਬਣਾ ਕੇ ਮੁੱਛਾਂ ਵਾਲੀ ਵੀ ਲੱਗਦਾ ਫੇਰ ਆਉਣਾ ਪਊ, ਅਸੀਂ ਕਿਸੇ ਨੂੰ ਕਿਉਂ ਉਡੀਕੀਏ। ਸਾਡੇ ਕੋਲੇ ਮੈਸੇਜ ਹੈਗਾ ਉਸ ਗੁਰੂ ਦਾ ਇੰਨਾ ਗ੍ਰੇਟ ਜਿਹੜਾ ਇੰਨੇ 100 ਸਾਲ ਪਹਿਲਾਂ ਕਿਹਾ ਗਿਆ ਕਿ ਆਪਣਾ ਹਵਾ ਪਾਣੀ ਸ਼ੁੱਧ ਰੱਖੋ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ। ਇਹ ਇਦੋਂ ਵੱਡਾ ਮੈਸੇਜ ਕੋਈ ਹੋਰ ਹੋ ਸਕਦਾ? ਜੇ ਸ਼ੁਰੂਆਤ ਕਰਨੀ ਹੋਵੇ, ਚਲੋ ਸਾਰੇ ਆਪੋ ਆਪਣਾ ਜਿਹੜਾ ਵੀ ਉਹ ਯੋਗਦਾਨ ਪਾਓ, ਇੱਕ ਮੁਹਿੰਮ ਵਿੱਢੋ। ਤੁਸੀਂ ਸਾਰੇ ਸੋਸ਼ਲ ਮੀਡੀਆ ਤੇ ਬੈਠੇ ਹੋ, ਤੁਸੀਂ ਤੁਹਾਡੇ ਕੋਲੇ ਪਲੇਟਫਾਰਮ ਪੰਜਾਬੀ ਰੇਡੀਓ USA ਵਰਗਾ, ਜਦੋਂ ਟਾਕ ਸ਼ੋ ਹੁੰਦਾ, ਜਦੋਂ ਗੱਲਬਾਤ ਹੁੰਦੀ ਆ, ਉਹਦੇ ਵਿੱਚ ਮੈਸੇਜ ਦਿਓ। ਕਿਹੜਾ ਬਾਈ ਦਾ ਲਾਲ ਉੱਠਦਾ ਜਿਹੜਾ ਇਹ ਗੱਲ ਕਹੇ ਕਿ ਮੈਂ ਆਪਣੇ ਪਿੰਡ ਦੇ ਵਿੱਚ ਜਿੱਥੇ 1 ਤੋਂ ਵੱਧ ਗੁਰਦੁਆਰੇ ਆ, ਮੈਂ ਉਹਨੂੰ ਇੱਕ ਕਰਨ ਦਾ ਯਤਨ ਕਰੂੰਗਾ। ਜੇ ਪੰਜਾਬ ਦੇ ਸਾਰੇ ਪਿੰਡਾਂ ਦੇ ਵਿੱਚ ਸਾਰੇ ਜਗ੍ਹਾ ਦੇ ਉੱਤੇ ਗੁਰਦੁਆਰੇ ਜਿਹੜੇ ਜੀ ਇੱਕ ਹੋ ਜਾਣ, ਜਿਹੜੇ ਕਿ ਜਾਤਾਂ ਪਾਤਾਂ ਤੋਂ ਬਿਨਾਂ ਹੋ ਜਾਣ, ਤਾਂ ਅਸੀਂ ਸਮਝਾਂਗੇ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ 550 ਸਾਲਾ ਜਿਹੜਾ ਜੀ ਉਹ ਪ੍ਰਕਾਸ਼ ਦਿਹਾੜਾ ਮਨਾ ਲਿਆ। ਨਹੀਂ ਤਾਂ ਜਿਹੜੀ ਗੱਲ ਤੁਸੀਂ ਕਰ ਰਹੇ ਹੋ ਫਿਰ ਉਹੀ ਜਿਹੜੀ ਹੈ ਜੀ ਉਹ ਹੋਣੀ ਆ ਕਿ ਇੰਨਾ ਪੈਸਾ ਜਿਹੜਾ ਜੀ ਆਇਆ ਸੀਗਾ। ਤੁਸੀਂ ਜਿੱਧਰ ਇਸ਼ਾਰਾ ਕਰ ਰਹੇ ਹੋ ਤੁਹਾਡੀ ਗੱਲ ਠੀਕ ਆ, ਉਦੋਂ ਲੜਾਈਆਂ ਪੜ੍ਹਾਈਆਂ ਜਿਹੜੀਆਂ 100 ਕਰੋੜ ਰੁਪਈਏ ਨੂੰ ਲੈ ਕੇ ਪਈਆਂ ਸੀ, ਉਸ ਪਾਸੇ ਵੱਲ ਉਸ ਡਿਟੇਲ ਦੇ ਵਿੱਚ ਨਾ ਜਾਈਏ। ਸਭ ਨੂੰ ਜਿਹੜਾ ਜੀ ਉਹ ਯਾਦ ਹੈ, ਚਲੋ ਉਹ ਪਾਸਟ ਹੈ, ਉਹ ਨਹੀਂ ਵਾਪਸ ਜਿਹੜਾ ਜੀ ਉਹ ਆ ਸਕਦਾ। ਆਪਾਂ ਉਹਦੇ ਉੱਤੇ ਹੀ ਬਹਿਸ ਕਰੀ ਜਾਈਏ ਉਹ ਵੀ ਠੀਕ ਨਹੀਂ। ਚਲੋ ਆਪਾਂ ਮਿਲ ਕੇ ਜਿਹੜਾ ਜੀ ਇੱਕ ਮਨੁੱਖੀ ਚੇਨ ਬਣਾਈਏ। ਪਹਿਲ ਕਰੋ ਤੁਸੀਂ, ਤੁਹਾਡੇ ਵਰਗੇ ਲੋਕ ਜਿਹੜੇ ਨੇ ਜੀ ਉਹਨਾਂ ਦੀਆਂ ਜੋਦੜੀਆਂ ਸੁਣੀਆਂ ਜਾਂਦੀਆਂ ਨੇ। ਰਲ ਮਿਲ ਕੇ ਇਹ ਕੋਸ਼ਿਸ਼ ਕੀ ਇਹ ਮੁਹਿੰਮ ਜਿਹੜੀ ਆ ਜੀ ਉਹ ਤੋਰੀ ਜਾ ਸਕਦੀ ਆ ਕਿ ਪੰਜਾਬ ਦੇ ਪਿੰਡਾਂ ਦੇ ਵਿੱਚ 6-6 7-7 ਗੁਰਦੁਆਰੇ ਜਿਹੜੇ ਬਣੇ ਪਏ ਆ, ਕੋਈ ਕਿਸੇ ਜਾਤ ਦਾ ਕੋਈ ਕਿਸੇ ਜਾਤ ਦਾ, ਉਹ ਸਾਰੇ ਜਿਹੜੇ ਵੀ ਮਿਲਾ ਕੇ ਇੱਕ ਕੀਤੇ ਜਾਣ। ਜੇ ਇਸ ਪਾਸੇ ਵੱਲ ਨੂੰ ਕਹਾਣੀ ਤੁਰ ਪਈ, ਸਾਰੇ ਪਿੰਡਾਂ ਦੇ ਵਿੱਚ ਪੋਸੀਬਲ ਨਹੀਂ ਆ, ਅੱਧ ਪਚੱਧਿਆਂ ਦੇ ਵਿੱਚ ਵੀ ਜਿਹੜਾ ਜੀ ਉਹ ਬਣਾ ਗਏ, ਤਾਂ ਅਸੀਂ ਕਹਾਂਗੇ ਕਿ ਅਸੀਂ ਗੁਰੂ ਨਾਨਕ ਦੇ ਜਿਹੜੇ ਜੀ ਉਹ ਪੈਰੋਕਾਰ ਆ, ਅਸੀਂ ਉਹਦਾ ਸੰਦੇਸ਼ ਮੰਨਣ ਵਾਲੇ ਹਾਂ। ਅਸੀਂ ਗੁਰੂ ਨਾਨਕ ਨੂੰ ਮੰਨਣ ਵਾਲੇ ਨਹੀਂ, ਅਸੀਂ ਗੁਰੂ ਨਾਨਕ ਦੀ ਮੰਨਣ ਵਾਲੇ ਹਾਂ। ਜਦੋਂ ਇੱਥੇ ਨੂੰ ਤੇ ਦੀ ਦੇ ਵਰਤਨ ਜਿਹੜਾ ਜੀ ਉਹ ਫਰਕ ਮਹਿਸੂਸ ਹੋ ਗਿਆ, ਫਿਰ ਬਹੁਤੀਆਂ ਗੱਲਾਂ ਦਾ ਜਿਹੜਾ ਜੀ ਉਹ ਹੱਲ ਲੱਭ ਜਾਣਾ। ਫਿਰ ਅਸੀਂ ਦੂਜਿਆਂ ਦੇ ਉੱਤੇ ਚਿੱਕੜ ਕਿੰਤੂ ਪਰੰਤੂ ਧੀ ਭੈਣ ਇੱਕ ਕਰ ਦੇਣੀ ਜੀ, ਉਹ ਸਾਰੀਆਂ ਗੱਲਾਂ ਤੋਂ ਪਾਸੇ ਹਟ ਕੇ ਫਿਰ ਉਸ ਗੁਰੂ ਨਾਨਕ ਦੇ ਸੰਦੇਸ਼ ਵੱਲ ਨੂੰ ਅਸੀਂ ਜਿਹੜਾ ਜੀ ਉਹ ਤੁਰ ਰਹੇ ਹੋਵਾਂਗੇ। ਮੈਂ ਵੀ ਤੁਹਾਡੇ ਵਾਂਗੂ ਇੱਕ ਜੋਦੜੀ ਹੀ ਜਿਹੜੀ ਜੀ ਉਹ ਕਰ ਸਕਦਾ, ਪਤਾ ਨਹੀਂ ਮੰਨੀ ਜਾਊਗੀ ਜਾਂ ਨਹੀਂ ਜੀ। ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੀ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।